सरदार सुखविंदर सिंह जी संधू साहब ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਸੈਸ਼ਨ ਦੇ ਵਿੱਚ ਜੀ ਆਇਆਂ ਕਹਿਣ ਵਾਸਤੇ ਵੈਲਕਮ ਕਰਨ ਵਾਸਤੇ ਪਲੀਜ਼ ਸਟੇਜ ਤੇ ਆ ਜਾਣ। ਸੁਖਵਿੰਦਰ ਸਿੰਘ ਜੀ ਸੰਧੂ ਸਾਹਿਬ। ਇੱਕ ਅੰਗਰੇਜ਼ ਕਿਸੇ ਪਿੰਡ ਦੇ ਵਿੱਚ ਗਿਆ ਤੇ ਉਹਨੇ ਪਾਣੀ ਮੰਗਿਆ ਇੰਗਲਿਸ਼ ਦੇ ਵਿੱਚ, ਆਈ ਨੀਡ ਸਮ ਵਾਟਰ, 2-4 ਵਾਰੀ ਕਿਹਾ। ਉੱਥੇ ਦੋ ਮੁੰਡੇ ਖੜੇ ਸੀਗੇ, ਉਹਨਾਂ ਨੇ ਸਿਰ ਮਾਰਤਾ ਵੀ ਨਹੀਂ ਬਈ। ਅਤੇ ਉਹ ਬਾਅਦ ਵਿੱਚ ਆਪਸ ਵਿੱਚ ਉਹ ਅੰਗਰੇਜ਼ ਵਿਚਾਰਾ ਅੱਗੇ ਚਲੇ ਗਿਆ, ਉਹ ਆਪਸ ਵਿੱਚ ਸਲਾਹ ਕਰਨ ਲੱਗ ਪਿਆ। ਕਹਿੰਦੇ ਯਾਰ ਆਪਾਂ ਇੰਗਲਿਸ਼ ਸਿੱਖੀਏ, ਕਿਸੇ ਵੇਲੇ ਕੰਮ ਆ ਸਕਦੀ ਆ। ਉਹ ਕਹਿੰਦਾ ਇਹਦੇ ਤਾਂ ਕੰਮ ਆਈ ਨਹੀਂ। ਸਰਦਾਰ ਸੁਖਵਿੰਦਰ ਸਿੰਘ ਜੀ ਸੰਧੂ ਸਾਹਿਬ। ਮੇਰੇ ਵੱਲੋਂ ਸਾਰਿਆਂ ਨੂੰ, ਤੁਹਾਨੂੰ ਜਿੰਨੇ ਵੀ ਪ੍ਰਬੰਧਕ ਸਾਹਿਬਾਨ, ਜਿੰਨੇ ਵੀ ਦੇਸ਼ ਵਿਦੇਸ਼ਾਂ ਤੋਂ ਆਏ ਹੋਏ ਸਾਡੇ ਡਿਗਨਿਟਰੀ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਵਧੀਆ ਉਪਰਾਲਾ ਅਜੈਬ ਸਿੰਘ ਚੱਠਾ ਅਤੇ ਉਹਨਾਂ ਦੀ ਟੀਮ ਲਗਾਤਾਰ ਕਰ ਰਹੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਦਾ ਪ੍ਰਚਾਰ, ਅਤੇ ਬੜਾ ਚੰਗਾ ਲੱਗਦਾ। ਆਮ ਤੌਰ 'ਤੇ ਜਿਵੇਂ ਸਾਨੂੰ ਇੱਕ ਖਦਸ਼ਾ ਕਿ ਪੰਜਾਬੀ ਜ਼ੁਬਾਨ ਜਿਹੜੀ ਆ ਉਹ ਅੱਗੇ ਨੂੰ ਜਿਹੜੀ ਅਸੀਂ ਪਿੰਡਾਂ 'ਚ ਬੋਲਦੇ ਸਾਂ ਉਹ ਗੱਲ ਬਣਦੀ ਨਹੀਂ। ਪੰਜਾਬੀ ਬਦਲ ਗਈ ਆ, ਅਸੀਂ ਬਦਲ ਗਏ ਆ, ਸਾਡਾ ਸੱਭਿਆਚਾਰ ਬਦਲ ਗਿਆ। ਉਹ ਜਿਵੇਂ ਸਾਡੇ ਭੈਣ ਜੀ ਨੇ ਕਿਹਾ ਸੀ ਨਾ, ਆਮ ਤੌਰ 'ਤੇ ਪਿੰਡਾਂ ਜਦੋਂ ਕਦੇ ਜਾਈਦਾ ਇੰਡੀਆ ਨੂੰ ਅਤੇ ਉਹ ਦੱਸਦੇ ਨੇ ਨਾਨੂ, ਮਾਮੂ, ਮਾਮਾ, ਉਹ ਗੱਲ ਬਣਦੀ ਨਹੀਂ। ਅਤੇ ਇਹ ਗੱਲ ਤੁਰਦੀ ਵਾਕਿਆ ਘਰੋਂ ਹੀ ਆ। ਜੇ ਮਾਂ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਪੰਜਾਬੀ ਸਿਖਾਵੇ, ਲੇਕਿਨ ਸਾਡੀ ਅਸਲੀਅਤ ਇੱਥੇ ਇਹ ਆ, ਜਿਹੜੀ ਸਾਡੀ ਨੈਕਸਟ ਜਨਰੇਸ਼ਨ ਆ, ਅਸੀਂ ਪੰਜਾਬੀ ਬੋਲਦੇ ਹਾਂ, ਸਮਝਦੇ ਹਾਂ, ਕਿਤਾਬਾਂ ਵੀ ਰੱਖੀਆਂ, ਪਰ ਉਹਨਾਂ ਦੀ ਜਿਹੜੀ ਉਹ ਪੰਜਾਬੀ ਆ ਉਹ ਬਥੇਰਾ ਉਹਨਾਂ ਨੂੰ ਆਖੀ ਦਾ ਵੀ ਬੋਲੀਏ, ਅਤੇ ਉਹ ਮੇਰੇ ਖਿਆਲ ਦੇ ਵਿੱਚ ਉਹ 70 to 80% ਇੰਗਲਿਸ਼ ਅਤੇ ਬਾਕੀ ਪੰਜਾਬੀ। ਅਤੇ ਪਿੱਛੇ ਜੇ ਉਦੋਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ 25 ਸਟੂਡੈਂਟਸ ਦੀ ਗੱਲ ਕੀਤੀ ਸੀ ਵੀ 25 ਸਟੂਡੈਂਟ ਹੋਣੇ ਚਾਹੀਦੇ ਨੇ। ਪਹਿਲਾਂ ਤਾਂ ਥੋੜ੍ਹਾ ਜਿਹਾ ਹੰਬਲਾ ਵੱਜਾ, ਪਰ ਲੇਕਿਨ ਬਾਅਦ ਦੇ ਵਿੱਚ ਉਹ ਗੱਲ ਨਹੀਂ ਬਣੀ। ਸੋ ਮੇਰੀ ਬੇਨਤੀ ਹੈ ਖਾਸ ਤੌਰ 'ਤੇ ਜਿਵੇਂ ਉਹ ਕੀਤੀ, ਸਾਰੇ ਅਸੀਂ ਬੈਠੇ ਹਾਂ, ਐਟਲੀਸਟ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ। ਬਾਕੀ ਉਹ ਫੋਕ ਸੌਂਗ ਚੱਲਦੇ ਰਹਿਣੇ ਨੇ, ਸਭ ਕੁਝ ਚੱਲਦਾ ਰਹਿਣਾ, ਲੇਕਿਨ ਜਿਹੜੀਆਂ ਉਹ ਪੰਜਾਬੀ ਪੁਰਾਣੇ ਜ਼ਮਾਨੇ ਦੇ ਜਿਹੜੇ ਬਜ਼ੁਰਗ ਬੋਲਦੇ ਹੁੰਦੇ ਸੀ, ਮੂੰਹ ਹਨੇਰਾ ਮਨੇਰਾ, ਉਹ ਧੰਮੀ ਵੇਲਾ, ਵਹਿੰਗੀ, ਦੋਜ਼ ਕਾਈਂਡ ਆਫ ਵਰਡਸ, ਉਹ ਹੁਣ ਹੈ ਨਹੀਂ ਗਏ ਅਤੇ ਨਾ ਪਤਾ ਹੀ ਲੱਗਦਾ। ਲੇਕਿਨ ਉਹ ਬੜੀ ਪਿਆਰੀ ਬੋਲੀ ਸੀ। ਚਾਹੇ ਉਹ ਜਿੱਥੋਂ ਬਾਬਾ ਫਰੀਦ ਜੀ ਤੋਂ ਲੈ ਕੇ ਜਿੰਨੇ ਵੀ ਸਾਡੇ ਆਪਣੇ ਸਾਹਿਤਕਾਰ ਹੋਏ ਨੇ ਜਾਂ ਧਾਰਮਿਕ ਆਗੂ ਹੋਏ ਨੇ, ਬੜੀ ਅੱਛੀ ਬੋਲੀ। ਗੁਰੂ ਨਾਨਕ ਪਾਤਸ਼ਾਹ ਕਹਿ ਲਈਏ, ਬੁੱਲੇ ਸ਼ਾਹ ਕਹਿ ਲਈਏ, ਜਾਂ ਵਾਰਿਸ ਸ਼ਾਹ ਕਹਿ ਲਈਏ, ਸ਼ਿਵ ਕਹਿ ਲਈਏ, ਸੋ ਮੈਨੀ। ਸੋ ਐਨੀਵੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ। ਸੋ ਕੋਈ ਵਾਧਾ ਘਾਟਾ ਕਹਿ ਗਿਆ ਵਾ ਅਤੇ ਆਮ ਸੋ ਸੌਰੀ, ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुड़ी हुई है, बहुत सारी इंटरप्रिटेशंस बहुत ज़्यादा सही ने। इस तरह जोड़े असी काम कर रहे हैं, जो कम्यूनीकेशन का काम असी कर रहे हैं, ब्रेन स्टॉर्मिंग का काम असी कर रहे हैं मीडिया के थ्रू, ਉਹਦੇ ਵਿੱਚ ਅਸੀਂ ਬੜੀ ਜ਼ਿੰਮੇਦਾਰੀ ਦੇ ਨਾਲ ਬਹੁਤ ਸਾਰੀ ਚੀਜ਼ਾਂ ਨੂੰ ਕਨੈਕਟ ਕਰ ਸਕਦੇ ਹਾਂ ਔਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਡੇ ਕੋਲ ਇਸ ਵੇਲੇ ਕੈਨੇਡਾ ਵਿੱਚ ਰਹਿੰਦੇ ਹੋਏ ਹਰ ਤਰ੍ਹਾਂ ਦੇ ਟੂਲਸ ਮੌਜੂਦ ਨੇ। ਲੇਕਿਨ ਅਗੇਨ ਮੈਂ ਇਹੀ ਕਹਾਂਗੀ ਕਿ ਕੋਈ ਵੀ ਕੰਮ ਚੈਲੰਜਸ ਦੇ ਬਗੈਰ ਨਹੀਂ ਹੁੰਦਾ। ਜ਼ੁਬਾਨ ਆਪਣੀ ਜਗ੍ਹਾ ਇੱਕ ਇਜ਼ਹਾਰ ਜ਼ਰੂਰ ਹੈ, ਲੇਕਿਨ ਉਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਕਿ ਉਨੀਆਂ ਹੀ ਇੰਪੋਰਟੈਂਟ ਨੇ ਜਿੰਨੀ ਕਿ ਜ਼ੁਬਾਨ ਹੈ। तो मैं तो दोबारा ही कहांगी बिफोर आई विल गो, वंस अगेन थैंक यू वेरी मच फॉर लिसनिंग। तुसी मेरी गल नूं सुनिया। रिस्पॉन्सिबिलिटी मीडिया की सोसाइटी नूं करन दी बहुत वड्डी है, लेकिन जनरली मैं समझनी हाँ साडे सब दी इंडिविजुअल रिस्पॉन्सिबिलिटी भी है कि असी भी कोशिश करिए जमाने और वक्त के तकाज़ियां दे नाल चलन दी, ताकि साड़ी नवीं पौध जिहड़ी है साडे नाल जुड़ सके। साडा फ्यूचर साडे लई बहुत अहम है। साडा पास्ट साडी लर्निंग है और साडा फ्यूचर साडी एंटिसिपेशन है, साडी होप है। और मैं नहीं समझती कि किसी किस्म की इत्थे रहिंदे होए सानू कोई कमी है, सिर्फ सानू जुड़न की ज़रूरत है और रिस्पॉन्सिबिलिटी की ज़रूरत है। थैंक यू वेरी मच।
ਬਹੁਤ ਬਹੁਤ ਧੰਨਵਾਦ ਹਲੀਮਾ। ਉਹਨਾਂ ਨੇ ਵੀ ਉਹੀ ਥੀਸਿਸ ਬਣਿਆ ਕਿ ਕਿਸ ਤਰ੍ਹਾਂ ਅਸੀਂ ਮੀਡੀਆ ਦੇ ਰਾਹੀਂ ਅੱਜ ਨੂੰ ਕੱਲ੍ਹ ਦੇ ਨਾਲ ਜੋੜੀਏ। ਸਾਡੇ ਇੱਥੇ ਮੀਡੀਆ ਦੀ ਬਰਾਦਰੀ ਦੇ ਵਿੱਚ ਇੱਕ ਐਸਾ ਨਾਂ ਜਿਨ੍ਹਾਂ ਨੂੰ ਮੈਂ ਪੰਜਾਬੀ ਮੀਡੀਆ ਦਾ ਹੀਰੋ ਕਹਿੰਦਾ, ਉਹ ਸਟਾਰ ਨੇ ਯੁਧਵੀਰ ਜਸਵਾਲ ਜੀ, ਵਾਈ ਮੀਡੀਆ ਦੇ ਸਾਡੇ CEO ਨੇ, ਔਰ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੁੰਦਾ ਯੁਧਵੀਰ ਜਸਵਾਲ ਜੀ ਦਾ। ਆਪਣੇ ਖਿਆਲਾਂ ਦਾ ਇਜ਼ਹਾਰ ਕਰਨ ਜੀ ਯੁਧਵੀਰ ਜੀ ਪਲੀਜ਼। ਤੁਸੀਂ ਦੇਖ ਲਓ ਯੁਧਵੀਰ ਬਿਲਕੁਲ ਇੱਕ ਸੋਹਣਾ ਹੀਰੋ ਲੱਗ ਰਿਹਾ ਹੈ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤੇ 9ਵੀਂ ਪੰਜਾਬੀ ਵਰਲਡ ਕਾਨਫਰੰਸ ਦੇ ਨਾਲ ਜੁੜੇ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚੇ। ਆਰਗੇਨਾਈਜ਼ਰਸ ਦਾ ਬਹੁਤ-ਬਹੁਤ ਸ਼ੁਕਰੀਆ ਔਰ ਉਹਨਾਂ ਨੂੰ ਮੁਬਾਰਕਬਾਦ। ਔਰ ਮੈਂ ਬਹੁਤ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਰੇ ਜਿੰਨੇ ਟੇਬਲ ਤੇ ਬੈਠੇ ਨੇ ਦੇਰ ਆਲ ਮਾਈ ਸੀਨੀਅਰਸ। ਤਾਹਿਰ ਗੋਰਾ ਸਾਹਿਬ, ਕਿਰਪਾਲ ਪੰਨੂ ਜੀ, ਅਮਰ ਭੁੱਲਰ ਸਾਹਿਬ, ਜਦੋਂ ਤੋਂ ਮੀਡੀਆ 'ਚ ਆਏ ਆ ਆਲਵੇਜ਼ ਉਹਨਾਂ ਨੂੰ ਦੇਖਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਇੰਨੀ ਮਿਹਨਤ ਦੇ ਨਾਲ ਭਾਬੀ ਜੀ ਔਰ ਉਹਨਾਂ ਦੀ ਸਾਰੀ ਟੀਮ ਦੇ ਨਾਲ ਬੜੀ ਮਿਹਨਤ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ, ਸੋ ਉਹਨਾਂ ਦਾ ਸ਼ੁਕਰੀਆ। ਔਰ ਹਲੀਮਾ ਜੀ, ਤਾਹਿਰ ਗੋਰਾ ਸਾਹਿਬ ਦੇ ਨਾਲ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ, ਆਈ ਹੈਵ ਸੀਨ ਦੈਟ ਓਵਰ ਦ ਈਅਰ, ਸੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹਲੀਮਾ ਜੀ। ਔਰ ਬਾਕੀ ਸਾਰੇ ਪੰਜਾਬ ਤੋਂ ਜਿਹੜੇ ਸਾਡੇ ਆਏ ਮਹਿਮਾਨ ਨੇ ਉਹਨਾਂ ਦਾ ਵੈਸੇ ਹੀ ਸ਼ੁਕਰੀਆ ਅਦਾ ਕਰਦੇ ਹਾਂ। ਰਵਿੰਦਰ ਜੀ ਤੁਹਾਡਾ ਵੀ ਔਰ ਸੰਤੋਖ ਜੀ ਤੁਹਾਡਾ ਥੈਂਕ ਯੂ। ਜੋ ਸਾਡੇ ਪ੍ਰੀਵੀਅਸ ਸਪੀਕਰਸ ਨੇ ਗੱਲ ਕਹੀ ਹੈ, ਮੈਂ ਉਸੇ ਗੱਲ ਨੂੰ ਅੱਗੇ ਵਧਾ ਦਿੰਦਾ ਹੈ। ਪੰਜਾਬ ਦੇ ਵਿੱਚ ਨਾ ਜਦੋਂ ਅਸੀਂ ਪੜ੍ਹਦੇ ਸੀਗੇ ਤੇ ਇਹ ਜ਼ਰੂਰ ਡਿਸਕਸ ਕਰਦੇ ਸੀ ਕਿ ਪੰਜਾਬ ਦੇ ਵਿੱਚ ਸਾਡੀ ਜੋ ਡਿਸਕਸ਼ਨ ਹੈ, ਜੋ ਮੀਡੀਆ 'ਚ ਨੈਰੇਟਿਵ ਕੀ ਆਉਂਦਾ ਸੀ, ਮੀਡੀਆ 'ਚ ਜੋ ਗੱਲਬਾਤ ਹੁੰਦੀ ਸੀਗੀ ਉਹ ਕਿਤੇ ਨਾ ਕਿਤੇ ਖੇਤੀਬਾੜੀ ਦੀ ਤਾਂ ਹੁੰਦੀ ਸੀਗੀ ਜਾਂ ਫਿਰ ਉਸ ਤੋਂ ਇਲਾਵਾ ਸਿਆਸਤ ਦੀ ਗੱਲਬਾਤ ਹੁੰਦੀ ਸੀਗੀ। ਔਰ ਪੰਜਾਬ ਦੇ ਵਿੱਚ 80s ਔਰ 90s ਦੇ ਵਿੱਚ ਜਦੋਂ ਅਸੀਂ ਸਕੂਲ ਸੀਗੇ ਜਾਂ ਕਾਲਜ ਸੀਗੇ, ਜਿਹੜਾ ਜ਼ਿਆਦਾ ਇੱਕ ਹੋਰ ਚੀਜ਼ ਸੁਣਨ ਨੂੰ ਆਉਂਦੀ ਸੀ, ਸਾਡਾ ਕਿਤੇ ਨਾ ਕਿਤੇ ਧਰਮ ਜਿਹੜਾ ਹੈ ਉਹ ਖਤਰੇ 'ਚ ਸੀਗਾ। ਔਰ ਮੈਂ ਬਿਨਾਂ ਹਿਚਕਿਚਾਏ ਗੱਲ ਕਹਾਂਗਾ ਵੀ ਕਿਤੇ ਨਾ ਕਿਤੇ ਉਹਨੂੰ ਫਿਰ ਕੋਈ ਕਾਲਾ ਦੌਰ ਵੀ ਕਹਿ ਦਿੰਦਾ ਹੈ, ਬੜਾ ਕੁਝ ਹੋਰ ਅਸੀਂ ਉਸ ਦੌਰ ਦੇ ਵਿੱਚ ਦੇਖਿਆ। ਲੇਕਿਨ ਜਦੋਂ ਅਸੀਂ ਸਾਊਥ ਵਿੱਚ ਜਾਂਦੇ ਹਾਂ, ਸਾਊਥ ਦੇ ਵਿੱਚ ਗੱਲਾਂ ਹੋਰ ਸੀਗੀਆਂ। ਸਾਊਥ ਦੇ ਵਿੱਚ ਗੱਲ ਸੀਗੀ ਟੈਕਨੋਲੋਜੀ ਦੀ, ਸਾਊਥ ਦੇ ਵਿੱਚ ਗੱਲ ਸੀਗੀ ਅਸੀਂ US ਦੇ ਨਾਲ ਕਿੱਦਾਂ ਜੁੜੀਏ, ਸਾਊਥ ਦੇ ਵਿੱਚ 에ਅਰਪੋਰਟਸ ਵਧੀਆ ਬਣਾਉਣ ਦੀ ਗੱਲ ਹੋ ਰਹੀ ਸੀਗੀ। ਉਸ ਤਰ੍ਹਾਂ ਚੰਦਰਬਾਬੂ ਨਾਇਡੂ ਹੁੰਦੇ ਸੀ, ਉਹਨਾਂ ਨੇ ਬੈਂਗਲੋਰ, ਚੇਨਈ ਔਰ ਹੈਦਰਾਬਾਦ ਇਹਨਾਂ ਦਾ ਆਪਸ ਵਿੱਚ ਕੀ ਮੁਕਾਬਲਾ ਹੈ। ਜੇ ਅਸੀਂ ਬਿਹਾਰ ਦੇ ਜਦ ਲੜਕੇ ਸਾਡੇ ਨਾਲ ਬੈਠਦੇ ਸੀਗੇ, ਜਦ ਅਸੀਂ ਇੰਜੀਨੀਅਰਿੰਗ ਕਾਲਜ ਗਏ ਤੇ ਉਹ ਗੱਲ ਕਰਦੇ ਸੀਗੇ IAS ਦੀ। ਸੋ ਕੋਈ ਜ਼ੁਬਾਨ ਜਾਂ ਕੋਈ ਕੌਮ ਅੱਗੇ ਤਰੱਕੀ ਕਰ ਸਕਦੀ ਹੈ ਕਿਹਦੇ ਨਾਲ? ਜੇ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਕੌਮ ਦੀ ਕਿਹਦੇ ਨਾਲ ਤਰੱਕੀ ਕਰ ਸਕਦੀ ਹੈ? ਸੋਚ ਦੇ ਨਾਲ। ਅੱਜ ਇੰਗਲਿਸ਼ ਵੀ ਤਾਂ ਇੱਕ ਜ਼ੁਬਾਨ ਹੀ ਹੈ, ਅੱਜ ਇੰਗਲਿਸ਼ ਵੀ ਤਾਂ ਇੱਕ ਜ਼ੁਬਾਨ ਹੈ, ਲੇਕਿਨ ਅੱਜ ਦੁਨੀਆ ਭਰ ਦੇ ਵਿੱਚ ਇੰਗਲਿਸ਼ ਦੀ ਜਿਹੜੀ ਕਮਿਊਨੀਕੇਸ਼ਨ ਆ ਉਹ ਕਿਤੇ ਅੱਗੇ ਚਲੇ ਗਈ। ਕਾਰਨ ਕੀ ਹੈ? ਸੋਚ ਦਾ। ਮੈਂ ਉਮੀਦ ਕਰਦਾ ਸੀਗਾ ਕਿ 90s ਦੇ ਵਿੱਚ ਗੱਲ ਕੀਤੀ ਜਾਵੇ ਕਿ ਸਾਡੇ ਇੱਥੇ IIT ਕਿਉਂ ਨਹੀਂ ਹੈ। ਔਰ ਅੱਜ ਵੀ ਮੈਂ ਇਹ ਕਹਿ ਸਕਦਾ ਹੈ ਕਿ ਜੇ ਪੰਜਾਬ ਦੇ ਵਿੱਚ ਹੁਣ ਏਮਸ ਹੈ ਬਠਿੰਡਾ, ਪਰ ਕਿੰਨੇ ਕੁ ਲੋਕਾਂ ਨੂੰ ਆਈਡੀਆ ਹੈ ਕਿ ਏਮਸ ਬਠਿੰਡਾ ਦੇ ਵਿੱਚ ਹੈਗਾ? ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ IIT ਜਿਹੜਾ ਹੈਗਾ ਸਾਡੇ ਕੋਲ ਰੋਪੜ ਦੇ ਵਿੱਚ ਹੈ? ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਸਾਡੇ ਕੋਲ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ? ਤੁਸੀਂ ਦੇਖਿਆ ਰੀਸੈਂਟਲੀ ਇੰਡੀਅਨ ਪ੍ਰਾਈਮ ਮਿਨਿਸਟਰ US ਦੇ ਵਿੱਚ ਆਏ, ਗੂਗਲ ਤੋਂ ਲੈ ਕੇ ਮਾਈਕਰੋਸਾਫਟ ਤੱਕ ਜਿੰਨੇ ਵੀ CEOs ਨੇ, ਐਡੋਬ ਨਾਮ ਮੈਂ ਲਿਸਟ ਬੜੀ ਲੰਬੀ ਹੋ ਜਾਏਗੀ, ਜਿਹੜੇ CEOs ਨੇ ਉਹਨਾਂ ਦੀ ਇੱਕ ਕਾਮਨ ਬੈਕਗਰਾਉਂਡ ਹੈ। ਕਾਮਨ ਬੈਕਗਰਾਉਂਡ ਕੀ ਹੈ? ਜਾਂ ਤਾਂ IIT ਤੋਂ ਪੜ੍ਹੇ ਹੋਏ ਨੇ ਜਾਂ IIM ਤੋਂ ਪੜ੍ਹੇ ਹੋਏ ਨੇ। ਅਜੇ ਬਾਂਗਾ ਵਰਲਡ ਬੈਂਕ ਦੇ ਲੀਡਰ ਬਣ ਗਏ। IIT IIM ਤੋਂ ਇਲਾਵਾ ਹੋਰ ਕੋਈ ਕਨੈਕਸ਼ਨ ਨਹੀਂ ਹੈ। ਲੇਕਿਨ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਸੀ ਹੁੰਦੀ। ਹੁਣ ਮੀਡੀਆ ਦਾ ਫਰਜ਼ ਤੇ ਆ ਜਾਂਦੇ ਆ। ਮੀਡੀਆ ਦਾ ਇਹ ਫਰਜ਼ ਸੀਗਾ, ਮੈਂ ਸਮਝਦਾ ਉਸ ਸਮੇਂ, ਕਿ ਇਹਦੇ ਬਾਰੇ ਗੱਲ ਕਰਨਾ ਰਾਦਰ ਦੈਨ ਕਿ ਜੋ ਸਾਡੇ ਉੱਤੇ ਥੋਪਿਆ ਜਾ ਰਿਹਾ ਸੀਗਾ ਲੀਡਰਸ਼ਿਪ ਵੱਲੋਂ। ਕਿਉਂਕਿ ਲੀਡਰਸ਼ਿਪ ਨੇ ਕਿਹਾ ਕਿ ਜੇ ਗੱਲ ਕੁਆਲਿਟੀ ਆਫ ਲਾਈਫ ਦੀ ਹੋ ਗਈ, ਜੇ ਇੰਜੀਨੀਅਰਿੰਗ ਦੀ ਗੱਲ ਹੋ ਗਈ, ਮੈਡੀਸਿਨ ਦੀ ਗੱਲ ਹੋ ਗਈ, ਇਨੋਵੇਸ਼ਨ ਦੀ ਗੱਲ ਹੋ ਗਈ, ਫਿਰ ਤੇ ਸਾਨੂੰ ਸਵਾਲ ਪੁੱਛੇ ਜਾਣਗੇ। ਇਹਨਾਂ ਨੂੰ ਇਸੇ ਚੱਕਰ 'ਚ ਉਲਝਾ ਕੇ ਰੱਖੋ ਕਿ ਸਾਡਾ ਧਰਮ ਖਤਰੇ 'ਚ ਹੈ, ਸਾਡੀ ਜ਼ੁਬਾਨ ਖਤਰੇ 'ਚ ਆਉਣ ਲੱਗੀ ਹੈ, ਪੰਜਾਬੀ ਖਤਰੇ 'ਚ ਹੈ, ਸਾਡੇ ਨਾਲ ਦਿੱਲੀ ਜਿਹੜਾ ਵਿਤਕਰਾ ਕਰ ਰਿਹਾ ਹੈ, ਸਾਡੇ ਨਾਲ ਦਿੱਲੀ ਧੱਕਾ ਕਰ ਰਿਹਾ, ਤਾਂ ਕਿ ਇਹਨਾਂ ਚੱਕਰਾਂ 'ਚ ਉਲਝੇ ਰਹਿਣ। ਹਾਲਾਂਕਿ ਖੁਦ ਜਾ ਕੇ ਸਾਰੇ ਦਿੱਲੀ ਦਰਬਾਰ ਦੇ ਵਿੱਚ ਹਾਜ਼ਰੀ ਵੀ ਭਰਦੇ ਸੀਗੇ। ਕੋਈ ਪਾਰਟੀ ਦਾ ਨਾਮ ਦੱਸੋ ਕਿ ਜਿਹੜੇ ਦਿੱਲੀ ਦਰਬਾਰ ਜਾ ਕੇ ਹਾਜ਼ਰੀਆਂ ਵੀ ਭਰਦੇ ਸੀਗੇ ਔਰ ਉੱਥੋਂ ਵਧੀਆ ਪੋਜੀਸ਼ਨਸ ਵੀ ਲੈਂਦੇ ਸੀ, ਔਰ ਅੱਜ ਵੀ ਇਸੇ ਇੰਤਜ਼ਾਰ 'ਚ ਰਹਿੰਦੇ ਨੇ ਕਿ ਦਿੱਲੀ ਦਰਬਾਰ ਤੋਂ ਅਸੀਂ ਕੀ ਫਾਇਦਾ ਲਈਏ। ਮੀਡੀਆ ਦਾ ਬੜਾ ਇੰਪੋਰਟੈਂਟ ਰੋਲ ਸੀਗਾ, ਜੋ ਅੱਜ ਵੀ ਮੈਂ ਸਮਝਦਾ ਉਹ ਨਹੀਂ ਨਿਭਾਇਆ ਜਾ ਰਿਹਾ ਉੱਥੇ। ਸੋ ਵਿਦੇਸ਼ਾਂ 'ਚ ਬੈਠੇ ਸਾਡੇ ਇਸ ਮੀਡੀਆ ਨੂੰ, ਅਸੀਂ ਜੇ ਕੌਮ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਹਾਂ, ਤੇ ਮੀਡੀਆ ਦਾ ਇਹ ਕੰਮ ਹੈ ਕਿ ਅਸੀਂ ਉਸ ਡਿਸਕਸ਼ਨ ਨੂੰ ਚੇਂਜ ਕਰੀਏ।
ਅਸੀਂ ਸਵਾਲ ਇਹ ਪੁੱਛੀਏ ਕਿ ਸਾਡਾ ਜਿਹੜਾ ਯੰਗ ਬੱਚਾ ਹੈ ਉਹਨੂੰ ਅਸੀਂ ਇਨੋਵੇਸ਼ਨ ਨਾਲ ਕਿੱਦਾਂ ਜੋੜ ਸਕਦੇ ਹਾਂ। ਸਾਡਾ ਪੰਜਾਬੀ ਬੱਚਾ ਇੱਕ ਐਸਾ ਏਵੀਏਸ਼ਨ ਫਿਊਲ ਤਿਆਰ ਕਰੇ ਕਿ ਆ ਲਓ ਜੀ ਇਹ ਜਹਾਜ਼ ਤੁਸੀਂ ਤੇਲ ਪਾਓ ਤਾਂ ਤੁਸੀਂ 30 ਮਿੰਟ ਦੇ ਵਿੱਚ ਇੱਥੋਂ ਟੋਰਾਂਟੋ ਤੋਂ ਸਿੱਧਾ ਦਿੱਲੀ ਚਲੇ ਜਾਓਗੇ। ਕਿਸੇ ਨੇ ਤੇ ਸਮਾਰਟਫੋਨ ਬਣਾਇਆ ਹੀ ਨਾ, ਕਿਸੇ ਨੇ ਐਪਲ ਫੋਨ ਬਣਾਤਾ, ਕਿਸੇ ਨੇ ਲਾਈਟ ਬਣਾਤੀ, ਕਿਸੇ ਨੇ ਫੋਨ ਬਣਾਤਾ। ਉਹ ਸੋਚ ਰਹੇ ਸੀਗੇ, ਇਨੋਵੇਸ਼ਨ ਸੀਗੀ ਉਹਨਾਂ ਕੋਲ। ਤੇ ਅਸੀਂ ਕਿੱਥੇ ਆ? ਕੋਵਿਡ ਆਇਆ, ਵੈਕਸੀਨਸ ਬਣੀਆਂ, ਪੰਜਾਬੀ ਕਿੱਥੇ ਆ? ਕਿੱਥੇ ਆ ਅਸੀਂ ਪੰਜਾਬੀ? ਅਸੀਂ ਕਿਉਂ ਨਹੀਂ ਇਹਦੇ ਬਾਰੇ ਗੱਲ ਕਰਦੇ? ਸਾਡੇ ਘਰਾਂ 'ਚ ਕਿਉਂ ਨਹੀਂ ਇਹਦੇ ਬਾਰੇ ਡਿਸਕਸ਼ਨ ਹੁੰਦੀ? ਸਾਡੇ ਘਰਾਂ 'ਚ ਇਹਦੇ ਬਾਰੇ ਗੱਲ ਹੋਣੀ ਚਾਹੀਦੀ। ਪੰਜਾਬੀ ਲੈਂਗੁਏਜ ਨੂੰ ਅਸੀਂ ਪ੍ਰੋਸਪਰ ਕਰਨਾ ਚਾਹੁੰਦੇ ਹਾਂ। ਤੁਸੀਂ ਇਮੈਜਿਨ ਕਰੋ ਕਿ ਸਾਡੇ ਸਿੱਖ ਭਾਈਚਾਰੇ ਤੋਂ, ਸਾਡੇ ਪੰਜਾਬੀ ਭਾਈਚਾਰੇ ਤੋਂ ਇੱਕ ਇਨਸਾਨ ਉੱਠਦਾ ਹੈ, ਉਹ ਕਹਿੰਦਾ ਜੀ ਇਹ ਲਓ ਜੀ ਮੈਂ ਇੱਕ ਐਸੀ ਚੀਜ਼ ਇਨਵੈਂਟ ਕੀਤੀ ਹੈ, ਮੈਂ ਇੱਕ ਐਸੀ ਚੀਜ਼ ਇਨਵੈਂਟ ਕੀਤੀ ਹੈ ਕਿ ਇਹ ਸਿੰਗਲ ਵੈਕਸੀਨ ਹੈ। ਸਿੰਗਲ ਵੈਕਸੀਨ ਇੱਕ ਵਾਰ ਇਨਵੈਂਟ ਹੋ ਜਾਣੀ ਹੈ। ਇਹ ਜੋ ਅੱਜ ਅਸੀਂ ਗੱਲ ਕਰ ਰਹੇ ਹਾਂ 2020 ਉਹ ਹੁਣ ਅਸੀਂ ਕਰਦੇ ਹਾਂ ਕਿ ਕੌਣ ਕਰਦਾ, ਵੱਖਰੀ ਗੱਲ ਹੈ। ਸਿੰਗਲ ਡੋਜ਼ ਹੈ ਇੱਕ ਵੈਕਸੀਨ ਦੀ, ਇਹ ਤੁਹਾਡੇ ਲਗਾਤੀ ਜਾਏ। ਜਿੱਦਾਂ ਬੱਚੇ ਦੇ ਲਗਾਤੀ ਜਾਂਦੀ ਹੈ, ਬੱਚੇ ਨੂੰ ਸਾਰੀ ਉਮਰ ਪੋਲੀਓ ਨਹੀਂ ਹੁੰਦਾ, ਪੋਲੀਓ ਦੀ ਆ ਗਈ ਡ੍ਰੌਪਸ, ਪੋਲੀਓ ਦੇ ਡ੍ਰੌਪਸ ਆ ਗਏ। ਇਸੇ ਤਰ੍ਹਾਂ ਆ ਲਓ ਜੀ ਅਸੀਂ ਇੱਕ ਵੈਕਸੀਨ ਬਣਾਤੀ ਹੈ, ਇਹਦੇ ਨਾਲ ਉਮਰ ਭਰ ਹੁਣ ਕਿਸੇ ਨੂੰ ਕਦੇ ਕੋਲੈਸਟਰੋਲ ਨਹੀਂ ਹੋਏਗਾ। ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਰੈਗੂਲੇਟ ਰਹੇਗਾ ਸਾਰੀ ਉਮਰ, ਠੀਕ ਹੈ ਜੀ। ਔਰ ਤੁਹਾਨੂੰ ਡਾਇਬੀਟੀਜ਼ ਵੀ ਨਹੀਂ ਹੋਏਗੀ। ਡਾਇਬੀਟੀਜ਼ ਦੀ ਜੀਨ ਤੁਹਾਡੇ ਤੇ ਅਸਰ ਹੀ ਨਹੀਂ ਕਰ ਸਕੇਗੀ। ਇਹ ਲਓ ਜੀ ਅਸੀਂ ਇਹ ਵੈਕਸੀਨ ਬਣਾਤੀ ਹੈ। ਸੋਚ ਤੇ ਸਾਨੂੰ ਇਸ ਤਰਫ ਲਿਜਾਣੀ ਪਏਗੀ। ਜੇ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ, ਤਾਂ ਸਰਬੱਤ ਦਾ ਭਲਾ ਕਿੱਦਾਂ ਹੋਏਗਾ? ਇਹਨਾਂ ਚੀਜ਼ਾਂ ਨਹੀਂ ਹੋਣਾ। ਇਹਨਾਂ ਚੀਜ਼ਾਂ ਦਾ ਇਸੇ ਜਗ੍ਹਾ ਦੇ ਉੱਤੇ ਮੈਂ ਵੈਕਸੀਨ ਇੱਥੇ ਲਵਾਈ ਸੀ ਬਾਈ ਦ ਵੇ, ਜਦ ਵੈਕਸੀਨਸ ਲੱਗ ਰਹੀਆਂ ਸੀ ਤਾਂ ਮੈਂ ਇਹ ਸੋਚ ਰਿਹਾ ਸੀਗਾ ਕਿ ਜਿਹੜੀ ਵੈਕਸੀਨ ਸਾਨੂੰ ਮਿਲੀ ਹੈ, ਸਾਡਾ ਇਹਦੇ ਪੰਜਾਬੀਆਂ 'ਚ ਕੀ ਕੰਟਰੀਬਿਊਸ਼ਨ ਹੈ? ਸਵਾਏ ਜਾ ਕੇ ਹੱਥ ਖੜਾ ਕਰਕੇ ਜੀ ਸਾਡੇ ਵੀ ਲਗਾ ਦਿਓ। ਸਾਡੀ ਕੀ ਕੰਟਰੀਬਿਊਸ਼ਨ ਹੈ? ਕਿਆ ਅਸੀਂ ਵੀ ਇਹਦੇ ਵਿੱਚ ਕੁਝ ਯੋਗਦਾਨ ਦਿੱਤਾ ਹੈ? ਔਰ ਮੀਡੀਆ ਦੇ ਵਿੱਚ ਰਹਿੰਦੇ ਇੱਕ ਚੀਜ਼ ਜੋ ਅਸੀਂ ਹੋਰ ਹੁਣ ਦੇਖ ਰਹੇ ਹਾਂ, ਸਾਡੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ, ਕਈ ਵਾਰ ਮੈਨੂੰ ਕਾਲ ਕਰਕੇ ਕਹਿੰਦੇ ਯੁੱਧਵੀਰ ਜੀ ਤੁਹਾਡੇ ਨਾ ਵਾਈ ਮੀਡੀਆ ਤੇ ਗੱਲ ਚੰਗੀ ਲੱਗਦੀ ਹੈ, ਤੁਸੀਂ ਵਿਰੋਧੀ ਵਿਚਾਰ ਨੂੰ ਵੀ ਮੌਕਾ ਦਿੰਦੇ ਹੋ। ਮੈਂ ਕਿਹਾ ਵਿਰੋਧੀ ਵਿਚਾਰ ਹੁੰਦਾ ਹੀ ਕੋਈ ਨਹੀਂ ਹੈ, ਕੋਈ ਵਿਰੋਧੀ ਵਿਚਾਰ ਨਹੀਂ ਹੈ। ਵਿਚਾਰ ਵੱਖਰਾ ਹੋ ਸਕਦਾ ਕਿਸੇ ਦਾ, ਕਿ ਤੁਸੀਂ ਆਪਣੀ ਗੱਲ ਕਹੀ, ਮੇਰਾ ਵਿਚਾਰ ਅਲੱਗ ਹੈ, ਤੁਹਾਡਾ ਵਿਚਾਰ ਅਲੱਗ ਹੈ। ਗੁਰੂ ਨਾਨਕ ਦੇਵ ਜੀ ਨੇ ਬਨਾਰਸ ਦੇ ਵਿੱਚ ਜਾ ਕੇ ਉੱਥੇ ਇੱਕ ਸਟੈਬਲਿਸ਼ਡ ਰਿਲੀਜਨ ਹੈ, ਉਹਦੇ ਤੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਕਿ ਜੀ ਆ ਮੇਰੇ ਵਿਚਾਰ ਵੱਖਰੇ ਨੇ, ਇੱਦਾਂ ਹੋ ਸਕਦਾ ਮੇਰੇ ਖਿਆਲ ਨਾਲ। ਉਹਨਾਂ ਨੇ ਇਸਲਾਮ ਦੇ ਬਾਰੇ ਵੀ ਕਈ ਵੱਖਰੇ ਵਿਚਾਰ ਦੇ ਦਿੱਤੇ। ਸੋ ਇਹਦਾ ਮਤਲਬ ਉਹ ਲੋਕ ਤਾਂ ਬੜੇ ਪ੍ਰੋਗਰੈਸਿਵ ਸੀਗੇ। ਉਹਨਾਂ ਨੇ ਕਿਹਾ ਜੀ ਠੀਕ ਹੈ। ਕੁਝ ਲੋਕਾਂ ਨੇ ਮੰਨ ਲਈ ਗੁਰੂ ਨਾਨਕ ਦੇਵ ਜੀ ਗੱਲ, ਕੁਝ ਨੇ ਨਹੀਂ ਵੀ ਮੰਨੀ ਹੋਏਗੀ, ਲੇਕਿਨ ਗੱਲ ਤਾਂ ਸਾਰੀ ਵਿਚਾਰ ਦੀ ਸੀਗੀ ਨਾ। ਅੱਜ ਕੀ ਹੈ? ਅੱਜ ਅਸੀਂ ਸਵਾਲ ਹੀ ਨਹੀਂ ਖੜਾ ਕਰਨ ਦਿੰਦੇ। ਇਨੋਵੇਟਿਵ ਥਾਟ, ਵੱਖਰੀ ਥਾਟ, ਅਗਾਂਹ ਵਧੂ ਥਾਟ ਤੇ ਤਾਂ ਹੀ ਆਏਗੀ ਜੇ ਅਸੀਂ ਬੱਚੇ ਨੂੰ ਸਵਾਲ ਖੜਾ ਕਰਨ ਦਿਆਂਗੇ। ਜੇ ਬੱਚਾ ਇਹ ਪੁੱਛਦਾ ਹੈ ਕਿ ਜੀ ਆ ਸਾਡੀ ਧਰਮ 'ਚ ਆ ਲਿਖਿਆ ਹੈ, ਇਹ ਠੀਕ ਹੈ ਕਿ ਗਲਤ? ਅਸੀਂ ਕਹਿੰਦੇ ਸਵਾਲ ਨਹੀਂ ਕਰਨਾ। ਇਨੋਵੇਟਿਵ ਥਾਟ ਉੱਧਰੋਂ ਕਿੱਥੋਂ ਆਏਗਾ? ਜਿਹੜੀ ਅਸੀਂ ਗੱਲ ਕਰਦੇ ਹਾਂ ਪ੍ਰੋਗਰੈਸਿਵ ਥਾਟ ਦੀ, ਇਨੋਵੇਸ਼ਨ ਦੀ, ਸਾਇੰਸ ਦੀ, ਟੈਕਨੋਲੋਜੀ ਦੀ, ਉਹ ਬੱਚੇ ਨੂੰ ਤਾਂ ਅਸੀਂ ਉਹਦੇ ਨਾਲ ਜੁੜਨ ਨਹੀਂ ਦੇ ਰਹੇ। ਬੱਚੇ ਨੂੰ ਤਾਂ ਜਿੱਥੇ ਧਰਮ ਦੀ ਗੱਲ ਆ ਗਈ ਅਸੀਂ ਉਹਨੂੰ ਉੱਥੇ ਹੀ ਸ਼ਾਂਤ ਕਰਾ ਦਿੰਦੇ ਹਾਂ। ਸੋ ਮੀਡੀਆ ਦੇ ਵਿੱਚ ਰਹਿੰਦੇ ਇੱਕ ਚੀਜ਼ ਹੋਰ, ਮੈਂ ਅੱਜ ਬਹੁਤ ਸੂਝਵਾਨ ਲੋਕ ਬੈਠੇ ਨੇ, ਸੋ ਮੈਂ ਸੋਚਿਆ ਮੌਕਾ ਲਈਏ ਕਿ ਇੱਕ ਚੀਜ਼ ਜ਼ਰੂਰ ਸ਼ੇਅਰ ਕਰਾਂ ਕਿ ਜਦੋਂ ਤੱਕ ਅਸੀਂ ਇਹ ਸਟੇਜ ਨਹੀਂ ਸੈੱਟ ਕਰਾਂਗੇ, ਜਦੋਂ ਤੱਕ ਅਸੀਂ ਇਹ ਸਟੇਜ ਨਹੀਂ ਸੈੱਟ ਕਰਾਂਗੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਡਾਇਲੌਗ ਹੋਏਗਾ, ਡਿਸਕਸ਼ਨ ਹੋਏਗੀ, ਗੱਲਬਾਤ ਹੋਏਗੀ, ਉਸ ਵੇਲੇ ਤੱਕ ਅਸੀਂ ਹੋਰ ਜੋ ਮਰਜ਼ੀ ਕਰਦੇ ਰਹੀਏ, ਜੋ ਮਰਜ਼ੀ ਅਸੀਂ ਕਰ ਲਈਏ। ਕਿ ਜਦੋਂ ਤੱਕ ਅਸੀਂ ਇਹ ਸਟੇਜ ਸੈੱਟ ਕਰ ਦਿਆਂਗੇ ਔਰ ਇਹਨੂੰ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪ੍ਰਚਾਰ ਨਹੀਂ ਕਰਾਂਗੇ, ਕਿ ਜਦੋਂ ਤੱਕ ਅੱਜ ਮੈਂ ਸਿੱਧਾ ਸਵਾਲ ਪੁੱਛਦਾ ਹੈ ਸਾਡੇ ਮੀਡੀਆ ਕਲੀਗਸ ਨੂੰ ਵੀ ਕਿ ਸਾਨੂੰ ਸਾਰਿਆਂ ਨੂੰ ਅੱਜ ਕਿੰਨੇ ਤਰ੍ਹਾਂ ਦੇ ਪ੍ਰੈਸ਼ਰ ਨੇ। ਤਾਹਿਰ ਗੋਰਾ ਸਾਹਿਬ ਬੈਠੇ ਨੇ ਇੱਥੇ, ਪੁੱਛੋ ਇਹਨਾਂ ਨੂੰ। ਇਹ 90% 95% ਇਹਨਾਂ ਦੀ ਦਲੇਰੀ ਹੈ ਕਿ ਆਪਣੀ ਗੱਲ ਖੁੱਲ੍ਹ ਕੇ ਕਹਿ ਜਾਂਦੇ ਹੋਣਗੇ। ਭੁੱਲਰ ਸਾਹਿਬ ਨੂੰ ਪੁੱਛੋ, ਹੋ ਸਕਦਾ ਹੈ 50%, 70%, 80%, ਪਰ ਕਿਆ ਭੁੱਲਰ ਸਾਹਿਬ ਅੱਜ ਖੁੱਲ੍ਹ ਕੇ ਜੋ ਆਪਣੇ ਵਿਚਾਰ ਦੇਣਾ ਚਾਹੁੰਦੇ ਨੇ ਕੀ ਉਹ ਦੇ ਸਕਦੇ ਨੇ ਮੀਡੀਆ 'ਚ? ਕਿਉਂਕਿ ਸਾਡੀ ਕੌਮ ਦੇ ਵਿੱਚ ਤੇ ਕਿਰਪਾਨ ਕੱਢ ਕੇ ਸੋਧਾ ਲਾ ਦਿਆਂਗੇ, ਇੱਦਾਂ ਕਰ ਦਿਆਂਗੇ। ਵਿਚਾਰ ਜਿਹਦੇ ਵੱਖਰੇ ਨੇ, ਵਿਰੋਧੀ ਨਹੀਂ ਹੈ, ਕੋਈ ਵਿਚਾਰ ਵਿਰੋਧੀ ਨਹੀਂ ਹੈ। ਜਿਹਦਾ ਵਿਚਾਰ ਵੱਖਰਾ ਹੈ ਉਹ ਆਪਣਾ ਵਿਚਾਰ ਹੀ ਨਹੀਂ ਰੱਖ ਸਕਦਾ। ਮੈਂ ਇੱਕ ਰੈਪ ਅਪ ਕਰਦਾ ਜੀ ਗੱਲ ਨੂੰ, ਸਮੇਂ ਜ਼ਿਆਦਾ ਨਾ ਲਵਾਂ। ਨੈਟਫਲਿਕਸ ਤੇ ਇੱਕ ਵੈਬ ਸੀਰੀਜ਼ ਦੇਖ ਰਿਹਾ ਸੀਗਾ, ਨੈਟਫਲਿਕਸ ਤੇ ਵੈਬ ਸੀਰੀਜ਼ ਦੇਖ ਰਿਹਾ ਸੀ ਤੇ ਦੇਖਦੇ ਉਹਦੇ 'ਚ ਕੀ ਸੀਨ ਕੀ ਆਉਂਦਾ, ਉਹਦੇ 'ਚ ਇੱਕ ਐਸਾ ਸੀਨ ਆਉਂਦਾ ਹੈ ਕਿ ਜਿਹੜਾ ਲੀਡ ਕੈਰੈਕਟਰ ਆ ਉਹਦੇ ਵਿੱਚ, ਉਹ ਜਾ ਕੇ ਇੱਕ ਚਰਚ ਦੇ ਵਿੱਚ ਉਹ ਜਾ ਕੇ ਕੁਝ ਐਸੀ ਹਰਕਤ ਕਰਦਾ ਹੈ। ਜਿਨ੍ਹਾਂ ਨੇ ਵੈਬ ਸੀਰੀਜ਼ ਦੇਖੀ ਹੋਗੀ ਆਮ ਸ਼ੋਰ ਉਹ ਰਿਲੇਟ ਕਰਨਗੇ ਇਹਦੇ ਨਾਲ। ਉਹ ਇੱਕ ਐਸੀ ਹਰਕਤ ਕਰਦਾ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਆਈ ਫੈਲਟ ਔਫੈਂਡਡ। ਮੈਂ ਕਿਹਾ ਇਹ ਭਾਈ ਸਾਹਿਬ ਨੇ ਕੀਤਾ ਕੀ ਹੈ ਚਰਚ ਦੇ ਵਿੱਚ ਜਾ ਕੇ ਐਸੀ ਹਰਕਤ? ਪਰ ਉੱਥੇ ਕੋਈ ਰੋਜ਼ ਗੁਜ਼ਾਰੇ ਨਹੀਂ ਹੋਏ, ਕਿਸੇ ਦੀਆਂ ਗਰਦਨਾਂ ਨਹੀਂ ਉਤਾਰ ਦਿੱਤੀਆਂ ਗਈਆਂ, ਕਿਉਂਕਿ ਉਹ ਦਿਖਾਵੇ 'ਚ ਘੱਟ ਬਿਲੀਵ ਕਰਦੇ ਨੇ। ਅਸੀਂ ਸੋਚੀਏ
ਕਿ ਅਸੀਂ ਉੱਥੇ ਰਹਿੰਦੇ ਸੀ ਜਿੱਥੇ ਪੰਜਾਬੀ ਜ਼ਿਆਦਾ ਸੀਗੇ, ਲੇਕਿਨ ਅਸੀਂ ਉੱਥੇ ਆਏ ਹਾਂ ਜਿੱਥੇ ਕ੍ਰਿਸਚਨ ਜ਼ਿਆਦਾ ਨੇ। ਅਸੀਂ ਕ੍ਰਿਸਚਨ ਮੈਜੋਰਟੀ ਕੰਟਰੀਜ਼ ਕਿਉਂ ਜਾਂਦੇ ਹਾਂ? ਅਸੀਂ ਇੰਡੀਆ ਛੱਡ ਦਿੱਤਾ ਜਿੱਥੇ ਕਿ ਪੰਜਾਬ 'ਚ ਪੰਜਾਬੀ ਜ਼ਿਆਦਾ ਸੀ, ਸਾਡੇ ਸਿੱਖ ਜ਼ਿਆਦਾ ਸੀਗੇ, ਜਾਂ ਅਸੀਂ ਇੰਡੀਆ ਛੱਡ ਦਿੱਤਾ ਉੱਥੇ ਹਿੰਦੂ ਮੈਜੋਰਟੀ ਸੀਗੇ। ਅਸੀਂ ਪਾਕਿਸਤਾਨ ਛੱਡ ਦਿੱਤਾ, ਉੱਥੇ ਮੁਸਲਿਮ ਮੈਜੋਰਟੀ ਦੇ ਸੀਗੇ। ਕਿੱਥੇ ਆਉਣਾ ਚਾਹੁੰਦੇ ਆ ਅਸੀਂ? ਲਾਈਨ ਲਗਾ ਕੇ ਕਿੱਥੇ ਵੀਜ਼ਾ ਲੈਣਾ ਚਾਹੁੰਦੇ ਆ? ਸਾਨੂੰ ਅਮਰੀਕਾ ਭੇਜ ਦਿਓ, ਸਾਨੂੰ ਕੈਨੇਡਾ ਭੇਜ ਦਿਓ, ਸਾਨੂੰ ਨਿਊਜ਼ੀਲੈਂਡ ਭੇਜ ਦਿਓ, ਸਾਨੂੰ ਆਸਟ੍ਰੇਲੀਆ ਭੇਜ ਦਿਓ। ਇੱਥੇ ਤਾਂ ਸਾਰੇ ਕ੍ਰਿਸਚਨ ਮੈਜੋਰਟੀ 'ਚ ਨੇ। ਕਿਉਂ ਆਉਣਾ ਚਾਹੁੰਦੇ ਇਹਨਾਂ ਕੰਟਰੀਜ਼ 'ਚ? ਕਿਉਂਕਿ ਉਹਨਾਂ ਨੇ ਕਿਹਾ ਜੀ ਅਸੀਂ ਦਿਖਾਵਾ ਘੱਟ ਕਰਾਂਗੇ। ਅਸੀਂ ਜੇ ਤੁਸੀਂ ਲਿਖ ਕੇ ਦੇ ਦਿੱਤਾ ਕਿ ਜੀ ਮੇਰੀ $100 ਇਨਕਮ ਹੈ, ਤਾਂ ਰੈਵਨਿਊ ਕੈਨੇਡਾ ਮੰਨ ਲੈਂਦਾ ਤੁਹਾਡੀ 100 ਹੀ ਹੋਏਗੀ। ਠੀਕ ਹੈ, ਕੁਝ ਲੋਕਾਂ ਦਾ ਆਡਿਟ ਹੋ ਜਾਂਦਾ, ਮੰਨ ਲੈਂਦੇ ਨੇ। ਇਹ ਲੋਕ ਜ਼ਿਆਦਾ ਜਿਹੜੀਆਂ ਕੈਨੇਡੀਅਨ ਵੈਲਿਊਜ਼ ਦੀ ਜੇ ਅਸੀਂ ਗੱਲ ਕਰਦੇ ਨਾ, ਕੈਨੇਡੀਅਨ ਵੈਲਿਊਜ਼ ਕੀ ਹੈ? ਜੋ ਸਾਡੇ ਸਿੱਖ ਫਲਸਫੇ 'ਚ ਲਿਖੀਆਂ ਉਹੀ ਸੇਮ ਕੈਨੇਡੀਅਨ ਵੈਲਿਊਜ਼ ਨੇ। ਬਸ ਫਰਕ ਸਿਰਫ ਇੰਨਾ ਰਹਿ ਗਿਆ ਕਿ ਅਸੀਂ ਮਿੱਠ ਬੋਲਣਾ, ਸਾਡੀ ਜ਼ੁਬਾਨ ਮਿੱਠਾ ਬੋਲਣਾ, ਸਰਬੱਤ ਦੇ ਭਲੇ ਦੀ ਗੱਲ ਕਰਨਾ ਜਾਂ ਵੰਡ ਕੇ ਛਕਣਾ, ਅਸੀਂ ਉਹਨਾਂ ਚੀਜ਼ਾਂ ਨੂੰ ਕਿਤੇ ਬਹੁਤੀ ਜ਼ਿਆਦਾ ਤਵੱਜੋ ਨਹੀਂ ਦਿੱਤੀ। ਇਹਨਾਂ ਮੁਲਕਾਂ ਨੇ ਇਹਨਾਂ ਚੀਜ਼ਾਂ ਨੂੰ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਔਰ ਇਹਨਾਂ ਨੂੰ ਇਹਨਾਂ ਨੇ ਕੈਨੇਡੀਅਨ ਵੈਲਿਊਜ਼ ਬਣਾ ਦਿੱਤਾ। ਫੇਅਰਨੈਸ, ਇਨਕਲੂਸਿਵਨੈਸ, ਕਿ ਜੀ ਹਾਂਜੀ ਆਓ। ਇਹ ਨਹੀਂ ਫਰਕ ਕਰਦੇ, ਕਦੇ ਨਹੀਂ ਪੁੱਛਣਗੇ ਸਾਡੇ ਕਿਸੇ ਪੰਜਾਬੀ ਨੂੰ ਦੇਖ ਕੇ, ਕਦੇ ਨਹੀਂ ਸੋਚਣਗੇ ਕਿ ਜੱਟ ਹੈ, ਰਾਜਪੂਤ ਹੈ ਜਾਂ ਕਿਹੜੀ ਕਾਸਟ ਹੈ। ਇਹ ਨਹੀਂ ਸੋਚਣਗੇ, ਇਹ ਨਹੀਂ ਸੋਚਣਗੇ। ਲੇਕਿਨ ਅਸੀਂ ਸੋਚਦੇ ਹਾਂ, ਜਦ ਕਿ ਸਾਨੂੰ ਕੁਝ ਹੋਰ ਕਿਹਾ ਗਿਆ। ਔਰ ਮੈਂ ਇੱਥੇ ਹੀ ਇਜਾਜ਼ਤ ਲਵਾਂਗਾ, ਇਹ ਰਿਕੁਐਸਟ ਕਰਦੇ ਹਾਂ ਕਿ ਇਸ ਗੱਲ ਨੂੰ ਪਲੀਜ਼ ਅਸੀਂ ਪ੍ਰਚਾਰ ਕਰੀਏ। ਹੋਰ ਜੋ ਮਰਜ਼ੀ ਕਰ ਲਈਏ, ਜੋ ਮਰਜ਼ੀ ਕਰ ਲਈਏ, ਜਦੋਂ ਤੱਕ ਅਸੀਂ ਸਾਇੰਸ, ਇਨੋਵੇਸ਼ਨ, ਟੈਕਨੋਲੋਜੀ ਦੇ ਨਾਲ ਨਹੀਂ ਜੁੜਾਂਗੇ ਔਰ ਅਸੀਂ ਹਰੇਕ ਦੇ ਵੱਖਰੇ ਵਿਚਾਰ ਦੀ ਰਿਸਪੈਕਟ ਨਹੀਂ ਕਰਾਂਗੇ। ਅਸੀਂ ਹੋਰ ਜੋ ਸਾਡੇ ਕੋਲ ਪੈਸਾ ਬਹੁਤ ਹੈ, ਸਾਡੇ ਕੋਲ ਪਾਵਰ ਬਹੁਤ ਹੈ। ਅਸੀਂ ਪ੍ਰਧਾਨ ਮੰਤਰੀ ਵੀ ਕੱਲ੍ਹ ਨੂੰ ਉਹ ਦਿਨ ਦੂਰ ਨਹੀਂ ਜਿੱਦਣ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੋਏਗਾ, ਪੰਜਾਬੀ ਹੋਏਗਾ। ਪੈਸੇ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਮਿਹਨਤੀ ਵੀ ਹਾਂ, ਦਲੇਰ ਵੀ ਹਾਂ, ਸਭ ਕੁਝ ਕਰ ਸਕਦੇ ਹਾਂ। ਜਦ ਤੱਕ ਇਹ ਦੋ ਚੀਜ਼ਾਂ ਨਹੀਂ ਹੋਣਗੀਆਂ, ਸਾਇੰਸ, ਇਨੋਵੇਸ਼ਨ, ਟੈਕਨੋਲੋਜੀ ਨਾਲ ਅਸੀਂ ਨਹੀਂ ਜੁੜਦੇ। ਔਰ ਦੂਸਰੀ ਚੀਜ਼, ਪੂਰੀ ਕਮਿਊਨਿਟੀ 'ਚ ਅਸੀਂ ਇਹ ਗੱਲ ਕਰੀਏ ਕਿ ਗੁਰੂ ਨਾਨਕ ਦੇਵ ਜੀ ਦੇ ਅਸੀਂ ਜੇ ਸੱਚੇ ਸਿੱਖ ਹਾਂ ਤਾਂ ਵੱਖਰੇ ਵਿਚਾਰ ਨੂੰ ਸੁਣੀਏ, ਰਿਸਪੈਕਟ ਕਰੀਏ। ਔਰ ਸੁਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੇਟ ਕਰਨਾ ਕਿ ਉਹ ਭਾਈ ਸਾਹਿਬ ਗੱਲ ਵੈਸੇ ਤਾਂ ਅਸੀਂ ਵਿੱਚ ਇੰਟਰਪਟ ਕਰਦੇ ਹਾਂ। ਸਾਡੇ ਕੋਲ ਬਹੁਤ ਘੱਟ ਪੇਸ਼ੈਂਸ ਹੈ। ਕੋਈ ਬੰਦਾ ਗੱਲ ਕਰ ਰਿਹਾ ਅਸੀਂ ਫਟ ਵਿੱਚ ਇੰਟਰਪਟ ਕਰਦੇ ਹਾਂ, 4 ਵਾਰ ਤਾਂ ਇੰਟਰਪਟ ਕਰ ਦਿੰਦੇ ਹਾਂ ਗੱਲ ਨੂੰ। ਚਲੋ ਉਸ ਤੋਂ ਅੱਗੇ ਗੱਲ ਕੀ ਹੈ ਕਿ ਦੂਸਰਾ ਬੰਦਾ ਗੱਲ ਕਰ ਰਿਹਾ 2 ਮਿੰਟ, 5 ਮਿੰਟ, 7 ਮਿੰਟ ਸੁਣ ਲਈ, ਲੇਕਿਨ 7 ਮਿੰਟ ਬਾਅਦ ਇੰਤਜ਼ਾਰ ਕੀਤਾ ਕਿ ਹੁਣ ਮੇਰੀ ਵਾਰੀ ਆ ਗਈ, ਹੁਣ ਮੈਂ ਫਟਾਫਟ ਗੱਲ ਕਰਾਂ। ਕਮਿਊਨੀਕੇਸ਼ਨ ਦਾ ਮਤਲਬ ਹੈ ਦੂਸਰੇ ਦੀ ਗੱਲ ਸੁਣਨਾ। ਬਹੁਤ ਸ਼ੁਕਰੀਆ ਜੀ, ਤੁਸੀਂ ਪੇਸ਼ੈਂਟਲੀ ਮੇਰੀ ਗੱਲ ਸੁਣੀ। ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਯੁਧਵੀਰ ਜੀ, ਤੁਸੀਂ ਬਹੁਤ ਸਾਰੇ ਸਵਾਲ ਛੱਡੇ ਸਾਡੇ ਸਾਰਿਆਂ ਵਾਸਤੇ ਪੇਸ਼ ਕੀਤਾ। ਔਰ ਕਿਸੇ ਵੀ ਕਾਨਫਰੰਸ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਸਾਡੇ ਕੋਲ ਸੋਚ ਵਿਚਾਰ ਦਾ ਕੰਟੈਂਟ ਕਿੰਨਾ ਆਉਂਦਾ, ਜਿਹਨੂੰ ਅਸੀਂ ਫੂਡ ਫॉर ਥਾਟ ਕਹਿੰਦੇ ਹਾਂ। ਉਹ ਬਹਰਹਾਲ ਯੁਧਵੀਰ ਜੀ ਨੇ ਇੱਥੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ। ਔਰ ਮੇਰਾ ਖਿਆਲ ਹੈ ਕਿ ਇਸ ਕਾਨਫਰੰਸ ਤੋਂ ਬਾਅਦ ਵੀ ਇਸ ਇਸ਼ੂ ਦੇ ਉੱਤੇ ਅਸੀਂ ਬ੍ਰੇਨਸਟੋਰਮਿੰਗ ਕਰਦੇ ਰਹਾਂਗੇ। ਹੁਣ ਮੈਂ ਸਾਡੇ ਜਿਹੜੇ ਭਾਰਤ ਦੇ ਗੈਸਟ ਆਏ ਨੇ ਉਹਨਾਂ ਦੀ ਤਰਫ ਚੱਲਣਾ ਔਰ ਮੈਂ ਸੰਤੋਖ ਸਿੰਘ ਜੀ ਨੂੰ, ਜਿਹੜੇ ਉੱਥੇ ਦੇ ਨਾਮੀ ਗ੍ਰਾਮੀ ਜਰਨਲਿਸਟ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਉਹ ਦੱਸਣ ਕਿ ਕੀ ਭਾਰਤ ਦੇ ਵਿੱਚ ਪੰਜਾਬੀ ਮੀਡੀਆ ਦੇ ਅੰਦਰ ਹੋ ਰਿਹਾ ਔਰ ਇੱਥੋਂ ਦੀ ਆਬਜ਼ਰਵੇਸ਼ਨ ਉਹਨਾਂ ਦੀ ਕੀ ਗਈ ਹੈ ਅਤੇ ਕੀ ਉਹਨਾਂ ਦੀ ਐਂਟੀਸਪੇਸ਼ਨ ਹੋਇਆ ਹੈ ਅਤੇ ਕੀ ਐਕਸਪੈਕਟੇਸ਼ਨ ਨੇ। ਸੰਤੋਖ ਜੀ। ਵਿਸ਼ਵ ਪੰਜਾਬੀ ਕਾਨਫਰੰਸ ਅੱਜ ਦੁਨੀਆ ਦੇ ਮੰਨੇ ਪ੍ਰਮੰਨੇ ਦੇਸ਼ ਕੈਨੇਡਾ ਦੀ ਧਰਤੀ ਵਿੱਚ ਹੋ ਰਿਹਾ। ਮੈਨੂੰ ਇਸ ਗੱਲ ਦਾ ਬਹੁਤ ਮਾਣ ਤੇ ਫਖਰ ਆ ਕਿ ਮੈਂ ਅੱਜ ਪੰਜਾਬ 'ਚ ਇਸ ਕਾਨਫਰੰਸ ਵਿੱਚ ਸਪੈਸ਼ਲ ਤੌਰ 'ਤੇ ਸ਼ਾਮਲ ਹੋਣ ਆਇਆ ਔਰ ਮੈਂ ਸਵੇਰ ਦਾ ਸਰੋਤਿਆਂ ਨੂੰ ਸੁਣ ਰਿਹਾ, ਜਿਨ੍ਹਾਂ ਮਹਾਨ ਲੇਖਕਾਂ ਨੂੰ ਅਖਬਾਰਾਂ ਰਾਹੀਂ, ਮੀਡੀਆ ਰਾਹੀਂ ਪੜ੍ਹਦੇ ਸੀ, ਸੁਣਦੇ ਸੀ। ਅੱਜ ਉਹਨਾਂ ਨੂੰ ਇੱਥੇ ਇਕੱਠੇ ਦੇਖ ਕੇ ਮੇਰਾ ਮਨ ਜਿਹੜਾ ਆ ਉਹ ਗਦਗਦ ਹੋਇਆ। ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਪੰਜਾਬੀ ਹੋਣ ਦੇ ਨਾਤੇ ਇਸ ਕਾਨਫਰੰਸ ਸ਼ਾਮਲ ਹੋਇਆ। ਸੋ ਸਭ ਤੋਂ ਪਹਿਲਾਂ ਮੈਂ ਚੱਠਾ ਸਾਹਿਬ ਦਾ ਬੜਾ ਧੰਨਵਾਦ ਕਰਦਾ, ਜਿਨ੍ਹਾਂ ਦੇ ਕਾਰਨ ਕਰਕੇ ਮੈਂ ਤੁਹਾਡੇ ਰੂਬਰੂ ਹੋਇਆ। ਸਾਡੇ ਬਹੁਤ ਹੀ ਸਤਿਕਾਰਯੋਗ ਅਮਰ ਸਿੰਘ ਭੁੱਲਰ ਜੀ ਅੱਜ ਇਸ ਤੇ ਸ਼ੋਭਤ ਆ। ਸਾਡੇ ਪੰਜਾਬ ਵਿੱਚ ਅੱਜ ਇਸ ਪ੍ਰੋਗਰਾਮ ਦੀ ਖਾਸ ਇਹ ਆ ਕਿ ਸਾਡੇ ਪੰਜਾਬ ਦੇ, ਇੰਡੀਆ ਦੇ ਪੰਜਾਬ ਦੇ ਇੱਕ ਮਾਣ ਮੱਤੇ ਸੁਰੀਲੇ ਗਾਇਕ ਸ਼੍ਰੀ ਕਲੇਰ ਕੰਠ ਜੀ ਵੀ ਸਾਡੇ ਵਿੱਚ ਨੇ।
ਸੋ ਇਹ ਮਾਣ ਦੀ ਗੱਲ ਵਾ ਕਿ ਜਦੋਂ ਆਪਾਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਤਾਂ ਅੱਜ ਸਾਰੇ ਪੰਜਾਬ ਦੇ ਸਰਬਣ ਪੁੱਤਰ ਧੀਆਂ ਇਕੱਠੇ ਹੋ ਕੇ ਪੰਜਾਬੀ ਬਾਰੇ ਚਿੰਤਾ ਤੇ ਚਿੰਤਤ ਕਰ ਰਹੇ ਆ ਔਰ ਗੱਲ ਬਹੁਤ ਹੀ ਕਾਰਗਰ ਤਰੀਕੇ ਨਾਲ ਹੋ ਰਹੀ ਆ। ਸੋ ਇਸ ਕਰਕੇ ਇਹ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜੀ ਲੜੀ ਆ ਇਹ ਜਾਰੀ ਰਹਿਣੀ ਚਾਹੀਦੀ ਆ। ਗੱਲ ਕਰਦੇ ਆ ਪੰਜਾਬ ਵਿੱਚ ਕਿਵੇਂ ਪੰਜਾਬੀ ਆ। ਸਰੋਤਿਆਂ ਨੇ ਪਹਿਲਾਂ ਸਾਡੇ ਇੱਥੇ ਸਰੋਤਿਆਂ ਨੇ ਪਹਿਲਾਂ ਸਾਰਾ ਦੱਸ ਚੁੱਕੇ ਆ ਕਿ ਪੰਜਾਬ ਜਿਹੜਾ ਆ ਉਹ ਵਸਿਆ ਹੀ ਪੰਜਾਬੀ ਦੇ ਨਾਂ 'ਤੇ ਸੂਬਾ ਆ। ਜਦੋਂ 1 ਨਵੰਬਰ 1966 ਨੂੰ ਬਣਿਆ ਸੀ ਤੇ ਉਹ ਪੰਜਾਬੀ ਭਾਸ਼ਾ ਕਰਕੇ ਬਣਿਆ ਸੀ। 67 ਦੇ ਵਿੱਚ ਐਕਟ ਬਣਿਆ। ਅੱਜ ਸਾਡੀ ਪੰਜਾਬ ਦੀ ਜਿਹੜੀ ਮੁੱਖ ਬੋਲੀ ਆ, ਮੁੱਖ ਭਾਸ਼ਾ ਆ, ਉਹ ਪੰਜਾਬੀ ਆ। ਲੇਕਿਨ ਜਦੋਂ ਦਾ ਗਲੋਬਲੀਕਰਨ ਹੋ ਰਿਹਾ, ਜਿੱਦਾਂ ਦੱਸਿਆ ਕਿ ਇੰਨੇ ਕੰਪੀਟੀਸ਼ਨ ਹੋਏ ਆ ਤੇ ਉਹਦੇ ਵਿੱਚੋਂ ਇੰਨੇ ਬੱਚੇ ਫੇਲ ਹੋ ਗਏ ਆ, ਇਹ ਬੜਾ ਚਿੰਤਾ ਵਾਲਾ ਵਿਸ਼ਾ ਆ। ਇਸ ਗੱਲ ਨੂੰ ਸਾਰੇ ਆਪਾਂ ਮਹਿਸੂਸ ਕਰਦੇ ਆ। ਸੋ ਪੰਜਾਬੀ ਦੇ ਧੀ ਪੁੱਤ ਬਹੁਤ ਵੱਡੇ ਲੈਵਲ ਤੇ ਲੱਗੇ ਹੋਏ ਆ ਕਿ ਕਿਸੇ ਤਰੀਕੇ ਪੰਜਾਬੀ ਜਵਾਨ ਜਿੱਦਾਂ ਆਪਾਂ ਖਦਸ਼ਾ ਜ਼ਾਹਰ ਕਰਦੇ ਕਿਤੇ ਖਤਮ ਨਾ ਹੋ ਜਾਵੇ, ਕਿਤੇ ਅਲੋਪ ਨਾ ਹੋ ਜਾਵੇ। ਪਰ ਮੈਂ ਉਹਨਾਂ ਸਰਬਣ ਪੁੱਤਾਂ, ਉਹਨਾਂ ਮਹਾਨ ਜਿਨ੍ਹਾਂ ਨੇ ਪੰਜਾਬੀ ਨੂੰ ਜਿੰਦਾ ਰੱਖਿਆ, ਅੱਜ ਲਗਭਗ 7000 ਭਾਸ਼ਾਵਾਂ ਜਿਹੜੀਆਂ ਉਹ ਦੁਨੀਆ 'ਚ ਬੋਲੀਆਂ ਜਾਂਦੀਆਂ, ਲਿਖੀਆਂ ਜਾਂਦੀਆਂ, ਉਹਨਾਂ 'ਚ 10ਵੀਂ ਭਾਸ਼ਾ ਜਿਹੜੀ ਆ ਅੱਜ ਜਿਹੜੀ ਆ ਉਹ ਦੁਨੀਆ ਦੇ ਵਿੱਚ ਮੰਨੀ ਗਈ ਆ। ਇਹ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਆ। ਅਮਰੀਕਾ ਦੇ ਵਾਈਟ ਹਾਊਸ ਤੋਂ ਲੈ ਕੇ ਕੈਨੇਡਾ ਦੇ ਪਾਰਲੀਮੈਂਟ ਤੱਕ ਔਰ ਹੋਰ ਦੇਸ਼ਾਂ ਵਿੱਚ ਪੰਜਾਬੀ ਲੋਕਾਂ ਨੂੰ ਬੜੇ ਮਾਣ ਸਤਿਕਾਰ ਅਦਬ ਨਾਲ ਦਿੱਤਾ ਜਾਂਦਾ। ਇਹਦੇ ਪਿੱਛੇ ਤੁਹਾਡੇ ਲਗਭਗ 100-150 ਸਾਲ ਦੀ ਮਿਹਨਤ ਵਾ ਜਿਹੜੀ ਕਿ ਅੱਜ ਜਿਹੜੀ ਆ ਮਹਿਸੂਸ ਹੋ ਰਹੀ ਆ। ਵੱਡੀਆਂ ਪੋਸਟਾਂ ਦੇ, ਚਾਹੇ ਉਹ ਅਮਰੀਕਾ ਜਾਂ ਕੈਨੇਡਾ ਆ, ਕਿੰਨੇ ਸਾਡੇ ਜਿਹੜੇ ਹੈਗੇ ਆ ਸਿਆਸੀ ਤੌਰ ਤੇ ਲੈ ਲਓ, ਹਰ ਖੇਤਰ ਵਿੱਚ ਸਾਡੇ ਪੰਜਾਬੀ ਦਾ ਇੱਕ ਨਾਂ ਆ। ਉਹਨਾਂ ਨੂੰ ਲੋਕੀ ਸਤਿਕਾਰ ਕਰਦੇ ਆ, ਰਿਸਪੈਕਟ ਕਰਦੇ ਆ। ਸੋ ਇਹ ਸਾਡੀ ਸਾਰੇ ਬਜ਼ੁਰਗਾਂ ਦੀ ਮਿਹਨਤ ਆ। ਸਭ ਤੋਂ ਪਹਿਲਾਂ ਜੇ ਪੰਜਾਬ ਦੀ ਗੱਲ ਸ਼ੁਰੂ ਹੁੰਦੀ ਆ ਤਾਂ ਫਰੀਦ ਸਾਹਿਬ ਦੀ ਗੱਲ ਹੁੰਦੀ ਆ, ਗੁਰੂ ਨਾਨਕ ਸਾਹਿਬ ਦੀ ਗੱਲ ਹੁੰਦੀ ਆ, 35 ਮਹਾਂਪੁਰਸ਼ਾਂ ਦੀ ਗੱਲ ਹੁੰਦੀ ਆ। ਪੰਜਾਬੀ ਬਾਰੇ ਜਦੋਂ ਗੱਲ ਕਿਹਾ ਜਾਂਦਾ ਕਿ ਖਤਮ ਹੋ ਜੂਗੀ, ਪਰ ਮੇਰਾ ਮੰਨਣਾ ਆ ਕਿ ਜਦੋਂ ਤੱਕ ਧਰਤੀ ਤੇ, ਜਦੋਂ ਤੱਕ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਹਨ, ਉਦੋਂ ਤੱਕ ਪੰਜਾਬੀ ਕਦੇ ਵੀ ਅਲੋਪ ਨਹੀਂ ਹੋ ਸਕਦੀ। ਜਿੱਦੋਂ ਤੱਕ ਪੰਜਾਬ ਦੇ ਧੀਆਂ ਪੁੱਤ ਦੇ ਅੰਦਰ ਇਹ ਜਗਿਆਸਾ ਆ, ਜਿਹੜੀ ਆ ਜਗਿਆਸਾ ਪੈਦਾ ਹੋਈ ਆ, ਇਹ ਜਿੰਦਾ ਆ। ਇਹ ਜਿੰਦਾ ਦਿਲ ਜਿਹੜੇ ਲੋਕ ਜੀਂਦੇ ਆ, ਉਹਨਾਂ ਚਿਰ ਪੰਜਾਬੀ ਕਦੇ ਖਤਮ ਨਹੀਂ ਹੋ ਸਕਦੀ। ਚੁਣੌਤੀਆਂ ਜ਼ਰੂਰ ਆ, ਹਰ ਭਾਸ਼ਾਵਾਂ 'ਚ ਹੋਇਆ। ਮੈਂ ਅੱਜ ਇੰਡੀਆ ਦੇ ਭਾਰਤ ਦੇ ਇੱਕ ਮਹਾਨ ਵਿਅਕਤੀ ਜਿਹੜੇ ਕਿ ਦੁਨੀਆ ਵਿੱਚ ਇੱਕ ਗਿਆਨ ਦੇ ਪ੍ਰਤੀਕ ਮੰਨੇ ਗਏ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਵੀ ਕਰਨਾ ਚਾਹਾਂਗਾ ਕਿ ਅੱਜ ਆਪਾਂ ਸਾਰੇ ਗਿਆਨ ਦੇ ਕਰਕੇ, ਵਿੱਦਿਆ ਦੇ ਕਰਕੇ, ਆਪਣੀ ਇੰਟੈਲੀਜੈਂਸੀ ਕਾਰਨ ਕਰਕੇ ਇੱਥੇ ਤੱਕ ਪਹੁੰਚੇ ਆ। ਉਹਨਾਂ ਨੇ ਕਿਹਾ ਸੀ ਵੀ ਗਿਆਨ ਵੱਧ ਤੋਂ ਵੱਧ ਹਾਸਲ ਕਰੋ। ਕਹਿੰਦੇ ਸੀ ਗਿਆਨ ਉਹ ਸ਼ੇਰਨੀ ਦਾ ਦੁੱਧ ਵਾ, ਜਿੰਨਾ ਕੋ ਵੱਧ ਪੀਊਗਾ, ਜਿੰਨਾ ਗ੍ਰਹਿਣ ਕਰੇਗਾ, ਉਨਾ ਹੀ ਵੱਧ ਦਿਹਾੜੇਗਾ। ਅੱਜ ਇਸ ਕਾਰਨ ਕਰਕੇ ਪੰਜਾਬੀਆਂ ਦੇ, ਚਾਹੇ ਉਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਮੂਲ ਨਿਵਾਸੀ ਹੋਏ ਜਾਂ ਕਿਤੇ ਵੀ ਹੋਏ, ਜਾਂ ਆਪਾਂ ਜਿੱਥੇ ਹੋਏ ਆ, ਇਹ ਸਰਵ ਪੜ੍ਹਾਈ ਦੇ ਕਰਕੇ ਹੋਏ ਆ। ਸਾਨੂੰ ਮਾਤ ਭਾਸ਼ਾ ਜਿਹੜੀ ਹੈਗੀ ਆ, ਉਹ ਪੜ੍ਹਾਈ ਜਿਹੜੀ ਸਾਨੂੰ ਮਾਤ ਭਾਸ਼ਾ ਦੇ ਵਿੱਚ ਕਰਕੇ ਸਾਡੇ ਸਪਿਰਿਟ ਆਈ ਆ, ਸਾਡੇ ਜਾਗਰਤੀ ਆਈ ਆ, ਸਾਨੂੰ ਆਪਣੇ ਆਪ ਨੂੰ ਮਾਣ ਮਹਿਸੂਸ ਹੋ ਰਿਹਾ। ਜਦੋਂ ਮੈਂ ਮੌਂਟਰੀਅਲ 에ਅਰਪੋਰਟ 'ਤੇ ਉਤਰਿਆ ਤਾਂ ਮੈਂ ਉਹ ਭਾਸ਼ਾ ਦੇਖ ਰਿਹਾ ਸੀ, ਉਹਦੇ ਵਿੱਚ 69 ਭਾਸ਼ਾ ਸੀਆਂ, ਉਹਦੇ ਵਿੱਚ ਪੰਜਾਬੀ ਵਿੱਚ ਮੈਂ ਖੁਦ ਫਾਰਮ ਭਰਿਆ। ਮੈਨੂੰ ਮਾਣ ਮਹਿਸੂਸ ਹੋਇਆ। ਉਹਨਾਂ ਨੂੰ ਸਲੂਟ ਕਰਨ ਨੂੰ ਜੀ ਕਰਦਾ ਜਿਨ੍ਹਾਂ ਨੇ ਲੱਖਾਂ ਮੀਲ, ਕਰੋੜਾਂ ਮੀਲ ਦੂਰ ਆ ਕੇ ਪੰਜਾਬੀਅਤ ਨੂੰ ਜਿੰਦਾ ਰੱਖਿਆ। ਔਰ ਪੰਜਾਬੀ ਜਿਹੜੀ ਆ ਕੈਨੇਡਾ ਦੇ ਵਿੱਚ ਦੂਜੀ ਤੀਜੀ ਭਾਸ਼ਾ ਵਜੋਂ ਜਾਣੀ ਜਾਂਦੀ ਆ। ਸੋ ਇਸ ਕਰਕੇ ਮੈਂ ਉਹਨਾਂ ਸਾਰਿਆਂ ਲੋਕਾਂ ਨੂੰ ਸਲੂਟ ਕਰਦਾ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਆਓ ਆਪਾਂ ਪੰਜਾਬੀ ਮਾਂ ਬੋਲੀ ਦੇ ਸਕੂਲ ਬਣ ਕੇ ਜਿੱਥੇ ਵੀ ਕੋਈ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦਾ, ਇਹਨੂੰ ਜੀਵਤ ਰੱਖੀਏ, ਇਹਨੂੰ ਜਿੰਦਾ ਰੱਖੀਏ, ਇਹਨੂੰ ਪ੍ਰਚਾਰ ਤੇ ਪ੍ਰਸਾਰ ਰੱਖੀਏ। ਪੰਜਾਬ ਦਾ ਸਟੇਟ ਇੱਕ ਕੇਰਲਾ ਆ, ਜਿਹਦੇ ਵਿੱਚ ਮੈਂ ਪੜ੍ਹਿਆ ਕਿ ਹਰ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਆ। ਕਹਿੰਦੇ ਆ ਕਿਤੋਂ ਕੋਈ ਚੀਜ਼ ਚੰਗੀ ਮਿਲਦੀ ਆ, ਉਹ ਸਿੱਖ ਲੈਣੀ ਚਾਹੀਦੀ ਆ। ਉਹ ਇੱਥੋਂ ਤੱਕ ਕਿ ਘਰ ਦੇ ਵਿੱਚ ਵੀ ਹਰ ਬੰਦੇ ਕੋਲ ਲਾਇਬ੍ਰੇਰੀ ਆ। ਇਸ ਕਰਕੇ ਇਹੋ ਜਿਹਾ ਜਿਹੜਾ ਸਾਡਾ ਹੈਗਾ ਆ, ਅਸੀਂ ਕਿਤਾਬਾਂ ਤੋਂ ਕਦੇ ਬੇਮੁਖ ਹੋਏ ਆ। ਆਪਾਂ ਸੋਚ ਰਹੇ ਆ ਵੀ ਪੰਜਾਬੀ ਦੂਰ ਹੋ ਜਾ ਰਹੀ ਆ। ਸਾਨੂੰ ਕੇਰਲਾ ਵਰਗੀ ਸਟੇਟ ਦੇ ਲੋਕਾਂ ਤੋਂ ਉਹ ਸਿੱਖਿਆ ਲੈਣ ਦੀ ਲੋੜ ਆ ਕਿ ਜਦੋਂ ਉਹ ਘਰ ਵਿੱਚ ਨਹੀਂ, ਕੱਲੇ ਮੈਂਬਰ ਦੀ ਲਾਇਬ੍ਰੇਰੀ ਆ।
ਤਾਂ ਉਹ ਤੁਸੀਂ ਦੇਖੋ ਵੀ ਭਾਸ਼ਾ ਕਿੱਦਾਂ ਮਰ ਸਕਦੀ ਆ। ਸੋ ਸਾਨੂੰ ਵੀ ਇਹੋ ਜਿਹਾ ਕੁਝ ਕਰਨਾ ਚਾਹੀਦਾ। ਸਾਡੇ ਢਾਹਾਂ ਤੋਂ ਇੱਥੇ ਕੈਨੇਡਾ ਦੇ ਵਸਨੀਕ ਨੇ, ਉਹਨਾਂ ਨੇ ਪੰਜਾਬੀ ਭਾਸ਼ਾ ਜੋ ਕਿਤਾਬਾਂ ਲਿਖਦੇ ਨੇ ਉਹਨਾਂ ਨੂੰ $25,000 $10,000 ਦਾ ਇਨਾਮ ਦੀ ਜਿਹੜਾ ਦੇ ਰਹੇ ਆ। ਸੋ ਜਿੱਦਾਂ ਮੌਂਟਰੀਅਲ ਦੇ ਵਿੱਚ ਸਰਕਾਰ ਜਿਹੜੀ ਆ ਉਹ ਜਿਹੜੀ ਭਾਸ਼ਾ ਫ੍ਰੈਂਚ ਸਿੱਖਵਾ ਉਹਦੇ ਵਾਸਤੇ ਉਹ $8,000 ਵੀ ਜਿਹੜੀ ਆ ਗਈ ਆ, $800 ਵੀ ਦਿੰਦੀ ਆ। ਸੋ ਇਹੋ ਜਿਹਾ ਵੀ ਸਾਡੇ ਕੋਲ ਸਿਸਟਮ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਬੱਚੇ ਆ ਸਕੂਲਾਂ 'ਚ ਜਾਣ, ਇੱਥੇ ਜਾਣ, ਉਹਨਾਂ ਨੂੰ ਕੋਈ ਨਗਦ ਨਾਮ ਜਾਂ ਉਹਨਾਂ ਨੂੰ ਹੋਰ, ਤਾਂ ਕਿ ਉਹ ਕਿਸੇ ਨਾ ਕਿਸੇ ਬਹਾਨੇ ਪੰਜਾਬੀ ਨਾਲ ਜੁੜ ਸਕਣ। ਸੋ ਇੰਨਾ ਕਹਿੰਦਾ ਹੋਇਆ ਮੈਂ ਰਜਾ ਲੈਂਦਾ ਆ ਤੇ ਇੱਕ ਵਾਰੀ ਫੇਰ ਸਾਰੇ ਕੈਨੇਡਾ ਦੇ ਪ੍ਰਬੰਧਕਾਂ ਦਾ, ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਕਿ ਆਓ ਆਪਾਂ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਬੂ ਨੂੰ ਸਾਰੀ ਦੁਨੀਆ 'ਚ ਫੈਲਾਈਏ। ਔਰ ਇੱਕ ਕਹਾਣੀ ਮੈਂ ਲਾਸਟ ਵੀ ਸੁਣਾਉਣਾ ਚਾਹਾਂਗਾ ਕਿ ਸਾਡਾ ਇੱਕ ਕਹਿੰਦੇ ਸੀ ਜੰਗਲ ਨੂੰ ਅੱਗ ਲੱਗ ਗਈ ਤੇ ਸਾਰਿਆਂ ਨੇ ਇਹ ਕਿਹਾ ਵੀ ਹੁਣ ਜੰਗਲ ਦੀ ਅੱਗ ਕਿੱਦਾਂ ਬੁਝੂਗੀ। ਤਾਂ ਇੱਕ ਚਿੜੀ ਨੇ ਕਿਹਾ ਕਿ ਇਹ ਮੈਂ ਕੋਸ਼ਿਸ਼ ਕਰਾਂਗੀ, ਲੇਕਿਨ ਸਾਰਿਆਂ ਨੇ ਉਹਦਾ ਮਜ਼ਾਕ ਉਡਾਇਆ ਵੀ ਇੱਦਾਂ ਕਿੱਦਾਂ ਹੋ ਸਕਦਾ ਜਦੋਂ ਜੰਗਲ ਨੂੰ ਇੰਨੀ ਲੱਗ ਲੱਗੀ ਆ। ਪਰ ਉਹ ਚਿੜੀ ਨੇ ਕਿਹਾ ਇਸ ਗੱਲ ਦਾ ਮੈਨੂੰ ਵੀ ਪਤਾ ਆ ਕਿ ਮੇਰੀ ਚੁੰਝ ਦੇ ਨਾਲ ਜਿਹੜਾ ਆ ਉਹ ਅੱਗ ਨਹੀਂ ਬੁਝਾਉਣੀ ਚਾਹੀਦੀ। ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਇਹ ਲਿਖਿਆ ਜਾਊਗਾ ਵੀ ਕਿ ਚਿੜੀ ਨੇ ਕੋਸ਼ਿਸ਼ ਕੀਤੀ ਆ। ਸੋ ਤੁਹਾਡੀਆਂ ਇਹ ਕੋਸ਼ਿਸ਼ਾਂ ਜਦੋਂ ਵੀ ਕਿਤੇ ਇਤਿਹਾਸ ਪੰਜਾਬੀ ਦਾ ਹੋਊਗਾ ਇਹ ਲਿਖਿਆ ਜਾਊਗਾ ਕਿ ਬਰੈਂਪਟਨ ਦੇ ਵਿੱਚ 9ਵੀਂ ਕਾਨਫਰੰਸ ਵਿੱਚ ਇਹ ਵਿਚਾਰਾਂ ਹੋਈਆਂ ਸੀਆਂ, ਉੱਥੋਂ ਸਾਨੂੰ ਉਹ ਸਿੱਖਣਾ ਮਿਲਿਆ। ਜਿਹੜੇ ਪੰਜਾਬੀ ਤੋਂ ਬੇਮੁਖ ਵੀ ਸੀ ਉਹ ਵੀ ਪੰਜਾਬੀ ਦੇ ਸਨਮੁਖ ਹੋਏ। ਸੋ ਸਾਨੂੰ ਸਾਰਿਆਂ ਨੂੰ ਪੰਜਾਬੀ ਬੋਲੀ ਨੂੰ ਘਰਾਂ ਵਿੱਚ, ਸਕੂਲਾਂ ਵਿੱਚ, ਅਖਬਾਰਾਂ ਵਿੱਚ ਜੋ ਵੀ ਕੁਝ ਕਰ ਸਕਦਾ, ਜਿੱਥੇ ਵੀ ਕੋਈ ਬੈਠਾ ਆ ਉਹਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਵੇਲੇ ਜਿਹੜਾ ਆ ਉਹ ਉਦਮ ਕਰਨਾ ਚਾਹੀਦਾ। ਔਰ ਲਾਸਟ ਵਿੱਚ ਮੈਂ ਕਹਿਣਾਗਾ ਕੋਈ ਇੱਦਾਂ ਦਾ ਐਲਾਨਨਾਮਾ ਸਾਡੇ ਇਸ ਕਾਨਫਰੰਸ 'ਚ ਹੋਣਾ ਚਾਹੀਦਾ ਕਿ ਪੰਜਾਬ ਲਹਿੰਦਾ, ਪੰਜਾਬ ਚੜ੍ਹਦਾ, ਪੰਜਾਬ ਗੌਰਮੈਂਟ ਆਫ ਇੰਡੀਆ ਜਾਂ ਹੋਰਾਂ ਨੂੰ, ਤਾਂ ਕਿ ਅਸੀਂ ਪੰਜਾਬੀ ਵਿੱਚ ਉਹਨਾਂ ਨੂੰ ਦੱਸ ਸਕੀਏ, ਉਹਨਾਂ ਨੂੰ ਆਪਣਾ ਜਿਹੜੀਆਂ ਭਾਵਨਾਵਾਂ ਵਿਅਕਤ ਕਰ ਸਕੀਏ, ਤਾਂ ਕਿ ਦੁਨੀਆ ਵਿੱਚ ਪਤਾ ਲੱਗੇ ਕਿ ਪੰਜਾਬੀ ਦੇ ਮਾਂ ਬੋਲੀ ਦੇ ਚਾਹੇ ਉਹ ਕਿਤੇ ਵੀ ਬੈਠੇ ਆ ਉਹਨਾਂ ਦੇ ਅੰਦਰ ਇੱਕ ਦਰਦ ਵਾ। ਔਰ ਇਹ ਪੰਜਾਬ ਜਿਹੜਾ ਇਹਦੀ ਖੁਸ਼ਬੂ ਵੱਧ ਤੋਂ ਵੱਧ ਫੈਲਣੀ ਚਾਹੀਦੀ ਆ, ਤਾਂ ਕਿ ਇੱਕ ਨਾ ਜਿਹੜਾ ਦਿਨ ਵਾ ਉਹ ਜਿੱਦਾਂ ਦੱਸਿਆ ਕਿ ਕਿਸੇ ਦਿਨ ਦੇਸ਼ ਦਾ ਰਾਸ਼ਟਰਪਤੀ ਵੀ ਬਣ ਸਕਦਾ, ਪ੍ਰਧਾਨ ਮੰਤਰੀ ਬਣਦਾ। ਹੁਣ ਵਿਸ਼ਵ ਕਾਨਫਰੰਸ ਦਾ ਵਿਸ਼ਵ ਜਿਹੜੀ ਹੈਗੀ ਬੈਂਕ ਆ ਉਹਦਾ ਜਿਹੜਾ ਹੈਗਾ ਆ CEO ਚੀਫ ਮੁਖੀ ਆ ਉਹ ਵੀ ਸਾਡਾ ਬੰਗਾ ਇਲਾਕੇ ਤੋਂ ਪਿੰਡ ਸੂਰੋਵਰ ਦਾ ਪਿਛੋਕੜ ਵਾ। ਤੁਸੀਂ ਦੇਖਿਓ ਕਾਹਦੇ ਗੰਜਾ ਇੱਕ ਪੰਜਾਬੀ, ਇੱਕ ਸਿੱਖ ਪਹੁੰਚਾ ਕਿਉਂ? ਪੜ੍ਹਾਈ ਕਰਕੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ, ਸੁਣਨਾ ਚਾਹੀਦਾ, ਸਮਝਣਾ ਚਾਹੀਦਾ ਆ। ਪੰਜਾਬੀ ਮੈਨੂੰ ਨਹੀਂ ਲੱਗਦਾ ਕਿ ਕਿਤੇ ਖਤਮ ਹੋਊਗੀ। ਪੰਜਾਬੀ ਸੰਗੀਤ ਅੱਜ ਮੈਂ ਜਦੋਂ ਕੈਨੇਡਾ ਵਿੱਚ ਦੇਖਦੇ ਆ ਤਾਂ ਸੰਗੀਤ ਜੇ ਕਿਤੇ ਗੋਰੇ ਵੀ ਨੱਚਦੇ ਆ ਤਾਂ ਪੰਜਾਬੀ ਸੰਗੀਤ ਦੇ ਨਾਂ 'ਤੇ ਨੱਚਦੇ ਆ। ਖੇਡ ਮੇਲੇ ਹੋ ਰਹੇ ਆ, ਸੱਭਿਆਚਾਰਕ ਮੇਲੇ ਹੋ ਰਹੇ ਆ। ਇਸ ਕਰਕੇ ਮੈਨੂੰ ਜੋ ਲੱਗਦਾ ਪੰਜਾਬੀਅਤ ਜਿੰਦਾਬਾਦ ਵਾ, ਇਹ ਜਿੰਦਾਬਾਦ ਰਹਿਣੀ ਚਾਹੀਦੀ ਆ। ਸਾਨੂੰ ਸਾਰਿਆਂ ਨੂੰ ਇਸ ਮਾਂ ਬੋਲੀ ਦੇ ਆਪਣੇ ਸਪੂਤ ਹੋਣ ਦੇ ਨਾਤੇ ਉਹਦਾ ਜਿਹੜਾ ਹੈਗਾ ਮਾਂ ਬੋਲੀ ਦਾ ਸਤਿਕਾਰ ਦੇ ਕਰਨ ਕਰਕੇ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾ ਕੇ ਪੂਰੇ ਵਰਲਡ ਦੇ ਵਿੱਚ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਕਿਉਂਕਿ ਇਹ ਸਾਡੀ ਮਾਂ ਬੋਲੀ ਆ। ਸਾਡਾ ਅਖਲਾਕੀ ਫਰਜ਼ ਬਣਦਾ ਕਿ ਜੋ ਕੁਝ ਵੀ ਸੰਭਵ ਹੋ ਸਕੇ ਸਾਨੂੰ ਇਸ ਜਨਮ ਵਿੱਚ ਕਰਨਾ ਚਾਹੀਦਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਪੰਜਾਬੀ ਨਾਲ ਜੁੜੀਆਂ ਰਹਿਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਸੰਤੋਖ ਜੀ। ਹੁਣ ਮੈਂ ਰਿਕੁਐਸਟ ਕਰਾਂਗਾ ਭਾਰਤ ਦੇ ਇੱਕ ਐਸੇ ਸੂਝਵਾਨ ਜਿਨ੍ਹਾਂ ਨਾਲ ਮੇਰਾ ਸਪਿਰਚੁਅਲ ਤਾਲੁਕ ਹੈ, ਡਾਕਟਰ ਰਵਿੰਦਰ ਸਿੰਘ ਜੀ ਦਿੱਲੀ ਤੋਂ ਤਸ਼ਰੀਫ ਲਿਆਏ ਨੇ ਤੇ ਅਸੀਂ ਗੱਲਬਾਤ ਸੁਣਨੇ ਆ ਡਾਕਟਰ ਰਵਿੰਦਰ ਸਿੰਘ ਜੀ ਦੀ। ਸ਼ੁਕਰੀਆ ਤਾਹਰ ਗੋਰਾ ਜੀ ਇਹਨਾਂ ਨੂੰ ਮਿਲਣ ਦੀ। ਪਿਛਲੀ ਵਾਰ ਸ਼ਾਇਦ ਮੁਲਾਕਾਤ ਨਹੀਂ ਹੋ ਪਾਈ। ਤਾਰਿਕ ਫਤਿਹ ਹੋਰਾਂ ਦੇ ਘਰ ਤਾਂ ਜਾ ਕੇ ਅਸੀਂ ਮਿਲਦੇ ਸੀਗੇ ਤੇ ਇਹਨਾਂ ਨੂੰ ਅਸੀਂ ਸੁਣਦੇ ਰਹਿੰਦੇ ਹਾਂ। ਐਨੀਵੇ ਅੱਜ ਦਾ ਜਿਹੜਾ ਇਹ ਸੈਸ਼ਨ ਮੀਡੀਆ ਔਰ ਜਰਨਲਿਜ਼ਮ ਦੇ ਨਾਲ ਰਿਲੇਟਡ ਜਿਹੜਾ ਰੱਖਿਆ, ਕੁਝ ਗੱਲਾਂ ਮੈਂ ਸੁਣੀਆਂ ਜਿਵੇਂ ਯੁੱਧਵੀਰ ਜਸਵਾਲ ਜੀ ਨਾਲ ਮੈਨੂੰ ਮੌਕਾ ਮਿਲਿਆ ਇਹਨਾਂ ਨੂੰ ਸੁਣਨ ਦਾ। ਜੋ ਮੈਂ ਇੱਥੇ ਰਹਿੰਦੇ ਹੋਏ ਘਰਾਂ ਦੇ ਵਿੱਚ ਇਹਨਾਂ ਦੇ ਚੈਨਲ ਬਾਰੇ ਸੁਣਿਆ ਔਰ ਇਹਨਾਂ ਦੇ ਵਿਚਾਰ ਮੈਨੂੰ ਉਸ ਤਰ੍ਹਾਂ ਹੀ ਲੱਗੇ ਕਿ ਕਿੰਨਾ ਬੈਲੈਂਸਡ ਔਰ ਪ੍ਰੋਪਰ ਜਰਨਲਿਜ਼ਮ ਜਿਹੜਾ ਆਰਗੇਨਾਈਜ਼ਡ ਹੁੰਦਾ ਹੈ, ਰਿਸਪੌਂਸਿਬਲ ਜਰਨਲਿਜ਼ਮ ਹੁੰਦਾ ਹੈ, ਉਹਦੇ ਅਕੋਰਡਿੰਗਲੀ ਇਹ ਇੱਕ ਆਪਣਾ ਚੈਨਲ ਚਲਾ ਰਹੇ ਹੈ। ਇਹਨਾਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ। ਮੈਂ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ
ਇੰਡੀਅਨ ਗਵਰਨਮੈਂਟ ਦਾ ਆਲ ਇੰਡੀਆ ਰੇਡੀਓ ਹੈ, ਉਹਦੇ ਵਿੱਚ ਪੰਜਾਬੀ ਦਾ ਨਿਊਜ਼ ਰੀਡਰ ਸੀ ਮੈਂ। ਔਰ ਉਹਦੇ ਨਾਲ ਮੈਂ ਦੂਰਦਰਸ਼ਨ ਚੈਨਲ ਆਉਂਦਾ ਹੁੰਦਾ ਸੀਗਾ ਇੱਕ ਪੰਜਾਬੀ ਦਾ, ਉਹਦੇ ਵਿੱਚ ਵੀ ਮੈਂ ਐਂਕਰਿੰਗ ਕੀਤੀ ਹੈ ਤਕਰੀਬਨ 20-22 ਸਾਲ ਦੇ ਕਰੀਬ। ਔਰ ਉਸ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੈਂ ਨਿਊਜ਼ ਦਿੰਦਾ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਮੈਂ ਉਹ ਦੌਰ ਵੇਖਿਆ ਜਦੋਂ ਕਮਰਸ਼ੀਅਲ ਚੈਨਲ ਨਹੀਂ ਸੀਗੇ, ਮੀਡੀਆ ਸਿਰਫ ਸਟੇਟ ਓਨਡ ਮੀਡੀਆ ਹੁੰਦਾ ਸੀਗਾ। ਇੱਕ ਤਰ੍ਹਾਂ ਦੀ ਨਿਊਜ਼ ਆਉਣੀ ਔਰ ਸਿਰਫ ਇਨਫੋਰਮੇਟਿਵ ਹੁੰਦੀ ਸੀ, ਔਰ ਉਹਦੇ ਵਿੱਚ ਇੱਕ ਦੂਜੇ ਪਾਸੇ ਪਰਸੈਪਸ਼ਨ ਬਣਦੀ ਸੀਗੀ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸਰਕਾਰ ਜੋ ਕਰ ਰਹੀ ਹੈ ਉਹਦੇ ਬਾਰੇ ਇੱਕ ਡਿਜ਼ਾਈਨ ਤਿਆਰ ਕਰਕੇ ਦਿੱਤਾ ਜਾਂਦਾ ਸੀਗਾ, ਜਿਹਨੂੰ ਅਸੀਂ ਸਿਰਫ ਪੜ੍ਹਨਾ ਸੀਗਾ ਔਰ ਉਹ ਜਾਣਕਾਰੀ ਦੇ ਤੌਰ ਤੇ ਆਮ ਲੋਕਾਂ ਤੱਕ ਪਹੁੰਚਦਾ ਸੀਗਾ। ਔਰ ਜੋ ਦੂਰਦਰਸ਼ਨ ਦੇ ਉੱਤੇ ਡਿਸਕਸ਼ਨਸ ਹੁੰਦੀਆਂ ਸੀਗੀਆਂ, ਜ਼ਿਆਦਾਤਰ ਡਿਸਕਸ਼ਨਸ ਜਿਹੜੀਆਂ ਲਿਟਰੇਰੀ ਸੀ, ਉਹਦੇ ਵਿੱਚ ਵੀ ਇੰਨੀ ਖੁੱਲ੍ਹ ਨਹੀਂ ਹੈ ਕਿ ਤੁਸੀਂ ਕੋਈ ਕਿਸੇ ਵੀ ਸਰਕਾਰ ਦੇ ਖਿਲਾਫ ਜਾਂ ਕਿਸੇ ਨੀਤੀ ਦੇ ਖਿਲਾਫ ਤੁਸੀਂ ਉਹਨੂੰ ਬੋਲ ਸਕੋ। ਇਹ ਇੱਕ ਸਟੇਟ ਕੰਟਰੋਲਡ ਜਿਹੜਾ ਮੀਡੀਆ ਸੀ। ਫਿਰ ਇੱਕ ਦੌਰ ਆਇਆ ਜਦੋਂ ਕਮਰਸ਼ੀਅਲ ਮੀਡੀਆ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ, ਕਮਰਸ਼ੀਅਲ ਜਿਹੜੇ ਪ੍ਰਾਈਵੇਟ ਚੈਨਲ ਸਾਹਮਣੇ ਆਉਂਦੇ ਆ, ਔਰ ਉਹ ਸਾਨੂੰ ਇੱਕ ਦੌਰ ਦੇ ਵਿੱਚ ਲੱਗਿਆ ਕਿ ਸ਼ਾਇਦ ਇਹ ਚੈਨਲ ਜਿਹੜੇ ਹੈ ਇਹ ਸਰਕਾਰ ਦੇ ਕੰਟਰੋਲ ਤੋਂ ਮੁਕਤ ਹੈ, ਇਹ ਕੁਝ ਵੀ ਕਰ ਸਕਦੇ ਆ, ਅਸੀਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੱਲ ਪਹੁੰਚਾ ਸਕਦੇ ਆ। ਔਰ ਹੌਲੀ ਹੌਲੀ ਜਿਹੜਾ ਸਟੇਟ ਓਨਡ ਮੀਡੀਆ ਉਹ ਬੈਕ ਸੀਟ ਲਿੱਤਾ ਗਿਆ। ਪੰਜਾਬੀ ਦਾ ਚੈਨਲ ਦਿੱਲੀ ਤੋਂ ਬੰਦ ਹੋ ਗਿਆ, ਕਿਸੇ ਨੇ ਰੌਲਾ ਨਹੀਂ ਪਾਇਆ। ਪਹਿਲਾਂ ਜਦੋਂ ਉਹਦਾ 5 ਮਿੰਟ ਦਾ ਵੀ ਟਾਈਮ ਘਟਾਉਂਦੇ ਸੀਗੇ ਤਾਂ ਪਾਰਲੀਮੈਂਟ ਦੇ ਵਿੱਚ ਆਵਾਜ਼ ਉੱਠ ਜਾਂਦੀ ਸੀ। ਉਸ ਤੋਂ ਬਾਅਦ ਜਿਹੜਾ ਰੇਡੀਓ ਦਾ ਚੈਨਲ ਹੈ ਨਿਊਜ਼ ਦਾ, ਉਹ ਪਿਛਲੇ ਮਹੀਨੇ ਪੂਰਾ ਦਾ ਪੂਰਾ ਦਿੱਲੀ ਤੋਂ ਸ਼ਿਫਟ ਹੋ ਕੇ ਜਲੰਧਰ ਚਲਿਆ ਗਿਆ, ਉਹ ਵੀ ਉੱਥੋਂ ਦੀ ਬੰਦ ਹੋ ਗਿਆ, ਕਿਸੇ ਨੇ ਕੋਈ ਰੌਲਾ ਨਹੀਂ ਪਾਇਆ। 20 ਸਾਲ ਤੋਂ ਉਹਦੇ ਵਿੱਚ ਇੱਕ ਬੰਦਾ ਪਰਮਾਨੈਂਟ ਕੰਮ ਕਰਦਾ ਸੀ, ਉਹ ਆਪਣੇ ਸਮੇਤ ਜਿਹੜਾ ਨਾ ਉਹ ਯੂਨਿਟ ਜਿਹੜੀ ਹੈ ਉਹ ਚਲੀ ਗਈ। ਸੋ ਕਿਸੇ ਨੂੰ ਕਹਿ ਲਓ ਕਿ ਲੈਂਗੁਏਜ ਦਾ ਜਾਂ ਪੰਜਾਬੀ ਦਾ ਇੰਨਾ ਕੁ ਅਸਰ ਵੀ ਨਹੀਂ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹ ਤਾਂ ਸਟੇਟ ਓਨਡ ਮੀਡੀਆ ਦੀ ਗੱਲ ਹੈ, ਪਰ ਸ਼ਾਇਦ ਸਰਕਾਰ ਨੂੰ ਇਸ ਕੰਟਰੋਲ ਦੀ ਲੋੜ ਵੀ ਨਹੀਂ ਰਹੀ, ਕਿਉਂਕਿ ਜੇ ਫਰੀडम ਆਫ ਸਪੀਚ ਦੀ ਗੱਲ ਕਰਦੇ ਹਾਂ ਤੇ ਲੱਗਦਾ ਕਿ ਅਸੀਂ ਮੀਡੀਆ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ। ਇਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਨਾਲ ਸਾਡੀ ਗਲਤਫਹਿਮੀ ਹੁੰਦੀ ਹੈ। ਜਿਹੜੀ ਸਟੇਟ ਹੈ, ਸਰਕਾਰਾਂ ਹੈ, ਉਹ ਕਿਸੇ ਨਾ ਕਿਸੇ ਲੈਵਲ ਤੇ ਤੁਹਾਡੀ ਜਿਹੜੀ ਮੀਡੀਆ ਦੇ ਰਾਹੀਂ ਜੋ ਕੁਝ ਵੀ ਕੋਈ ਵੀ ਧਿਰ ਕੁਝ ਵੀ ਕਰ ਰਿਹਾ ਹੈ ਉਹਨੂੰ ਇਨਡਾਇਰੈਕਟਲੀ ਉਹ ਕੰਟਰੋਲ ਕਰ ਰਹੇ ਹੁੰਦੇ ਆ। ਜੋ ਨੈਰੇਟਿਵ ਉਹਨਾਂ ਨੇ ਸੈੱਟ ਕਰਨਾ ਹੈ, ਉਹ ਨੈਰੇਟਿਵ ਦੇ ਜਿਹੜੇ ਕਾਰਨ ਹੈ, ਉਹ ਸਿਚੁਏਸ਼ਨਸ ਉਹ ਤੁਹਾਡੇ ਸਾਹਮਣੇ ਕ੍ਰੀਏਟ ਕਰ ਦੇਣਗੇ ਤੇ ਤੁਸੀਂ ਉਹਦੇ ਵਿੱਚ ਟ੍ਰੈਪ 'ਚ ਫਸ ਕੇ ਰਹਿ ਜਾਂਦੇ ਹੋ। ਤੇ ਮੀਡੀਆ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਉਹੀ ਡਿਸਕਸ਼ਨਸ ਜਿਹੜੀਆਂ ਚੱਲਦੀਆਂ ਰਹਿੰਦੀਆਂ। ਇਹ ਵੀ ਇੱਕ ਤਰ੍ਹਾਂ ਦੀ ਗੱਲ ਹੈਗੀ ਹੈ। ਜਿਹੜਾ ਪ੍ਰੈਜ਼ੈਂਟ ਟਾਈਮ ਹੈ ਇਹ ਹੈਗਾ ਸਾਡਾ ਵਾਰ ਆਫ ਪਰਸੈਪਸ਼ਨਸ ਹੈ। ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਕਿੰਨੀ ਕੁ ਇਨਫੋਰਮੇਸ਼ਨ ਹੈ, ਕਦੇ ਇਨਫੋਰਮੇਸ਼ਨ ਦੀ ਵੀ ਜੰਗ ਚੱਲੀ, ਲੇਕਿਨ ਇਹ ਪਰਸੈਪਸ਼ਨ ਦੀ ਜੰਗ ਹੈ। ਅਸੀਂ ਜਦੋਂ ਭਾਰਤ ਵਿੱਚ ਬੈਠ ਕੇ, ਖਾਸ ਤੌਰ ਤੇ ਦਿੱਲੀ ਦੇ ਵਿੱਚ ਬੈਠ ਕੇ ਪੰਜਾਬ ਬਾਰੇ ਜਾਂ ਕੈਨੇਡਾ, ਆਸਟ੍ਰੇਲੀਆ ਔਰ ਅਮਰੀਕਾ ਬਾਰੇ ਇੱਥੇ ਦੀਆਂ ਖਬਰਾਂ ਦੇਖਦੇ ਹਾਂ, ਸੁਣਦੇ ਹਾਂ, ਬਹੁਤ ਸਿਲੈਕਟਿਵ ਢੰਗ ਨਾਲ ਉਹ ਸੋਸ਼ਲ ਮੀਡੀਆ ਦੇ ਵਿੱਚ ਆਉਂਦੀ ਹੈ। ਉਹਦੇ ਨਾਲ ਸਾਡੇ ਬਾਰੇ ਇੱਕ ਡਿਫਰੈਂਟ ਪਰਸੈਪਸ਼ਨ ਜਿਹੜੀ ਹੈ ਉਹ ਬਣਦੀ ਹੈ। ਤੇ ਜਦੋਂ ਇੱਥੇ ਲੋਕ ਬੈਠੇ ਹੈ, ਇੱਥੇ ਦੇ ਪੰਜਾਬੀ ਹੈ, ਉਹ ਬਹੁਤ ਕੰਸਰਨਡ ਫੀਲ ਕਰਦੇ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ 'ਚ ਪਤਾ ਨਹੀਂ ਕੀ ਹੋ ਰਿਹਾ, ਦਿੱਲੀ 'ਚ ਪਤਾ ਨਹੀਂ ਕੀ ਹੋ ਰਿਹਾ, ਹਿੰਦੁਸਤਾਨ 'ਚ ਪਤਾ ਨਹੀਂ ਕੀ ਹੋ ਰਿਹਾ, ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਬਹੁਤ ਕੁਝ ਚੱਲ ਰਿਹਾ। ਲੇਕਿਨ ਅਸੀਂ ਕੀ ਕਦੇ ਸੀਰੀਅਸਲੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਮਨ ਦੇ ਵਿੱਚ ਪਰਸੈਪਸ਼ਨ ਬਣ ਰਿਹਾ ਹੈ ਉਹਦੀ ਅਥੈਂਟਿਸਿਟੀ ਕੀ ਹੈ। ਪ੍ਰੈਜ਼ੈਂਟਲੀ ਅਸੀਂ ਸੋਸ਼ਲ ਮੀਡੀਆ ਦੇ ਅੰਡਰ ਜਿੰਨਾ ਵੀ ਇਨਫਲੂਐਂਸ ਲੈਂਦੇ ਹਾਂ ਉਹਦੀ ਅਥੈਂਟਿਸਿਟੀ ਅਸੀਂ ਆਪਣੀ ਵੱਲੋਂ ਉਸ ਤਰ੍ਹਾਂ ਸੋਚਦੇ ਹਾਂ ਜੋ ਪ੍ਰਿੰਟ ਮੀਡੀਆ ਦੀ ਹੁੰਦੀ ਸੀ। ਪ੍ਰਿੰਟ ਮੀਡੀਆ ਅੱਜ ਵੀ ਸਾਡੇ ਮਾਈਂਡ ਦੇ ਵਿੱਚ ਉਸੇ ਤਰ੍ਹਾਂ ਕੰਮ ਕਰਦਾ ਕਿ ਜੋ ਰਿਟਨ ਦੇ ਵਿੱਚ ਆ ਗਿਆ ਉਹ ਅਥੈਂਟਿਕ ਹੈ ਕਿ ਅਸੀਂ ਉਹਨੂੰ ਚੈਲੰਜ ਕਰ ਸਕਦੇ ਹਾਂ। ਇਸ ਕਰਕੇ ਅਸੀਂ ਜੋ ਕੁਝ ਵੀ ਸਾਨੂੰ ਸੋਸ਼ਲ ਮੀਡੀਆ ਦੇ ਵਿੱਚ ਵੀਡੀਓਜ਼ ਦੇ ਰਾਹੀਂ ਵੀ ਮਿਲ ਜਾਏ, ਉਹਦੇ ਪਿੱਛੇ ਨੈਰੇਟਿਵ ਕੁਝ ਵੀ ਹੋਏ ਉਹਨੂੰ ਤੁਸੀਂ ਰੀਕ੍ਰੀਏਟ ਕਰ ਸਕਦੇ ਹੋ, ਨਵੇਂ ਸਿਰੇ ਤੋਂ ਉਹਦੀ ਕਹਾਣੀ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹੋ, ਨਵੀਆਂ ਸਿਚੁਏਸ਼ਨਸ 'ਚ ਉਹਨੂੰ ਦੁਬਾਰਾ ਦਿਖਾ ਸਕਦੇ ਹੋ। ਲੇਕਿਨ ਜਦੋਂ ਪ੍ਰਿੰਟ ਮੀਡੀਆ ਸੀਗਾ, ਨਿਊਜ਼ਪੇਪਰ ਹੁੰਦਾ ਸੀ, ਵੀਕਲੀ ਅਖਬਾਰ ਹੁੰਦੇ ਸੀਗੇ, ਉਹਨੂੰ ਪੜ੍ਹ ਕੇ ਅਸੀਂ ਉਹਨੂੰ ਮੰਨ ਜਾਂਦੇ ਸੀਗੇ ਕਿਉਂਕਿ ਉਹਦੇ ਪਿੱਛੇ
ਪੂਰੀ ਆਰਗੇਨਾਈਜ਼ਡ ਟੀਮ ਸੀ, ਐਡੀਟਰ ਸੀ ਔਰ ਵੈਰੀਫਾਈਡ ਨਿਊਜ਼ ਹੁੰਦੀਆਂ ਸੀ। ਉਹਦੇ ਵਿੱਚ ਐਡੀਟਰ ਆਪਣੀ ਇੱਕ ਆਈਡੀਓਲੋਜੀ ਦੇ ਸਕਦਾ ਹੈ ਪਰ ਇਨਫੋਰਮੇਸ਼ਨ 'ਚ ਨਹੀਂ। ਅੱਜ ਕੱਲ੍ਹ ਜਿੰਨਾ ਵੀ ਸਾਨੂੰ ਸੋਸ਼ਲ ਮੀਡੀਆ ਜਾਂ ਜਿਹੜਾ ਕਮਰਸ਼ੀਅਲ ਮੀਡੀਆ ਨਿਊਜ਼ ਹੈ ਉਹ ਆਲਰੇਡੀ ਸਾਨੂੰ ਅਸੈਸਡ ਮਿਲਦੀ ਹੈ, ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ। ਉਹ ਸਾਨੂੰ ਪਹਿਲਾਂ ਹੀ ਦੱਸਣਗੇ ਵੀ ਇਸ ਤਰ੍ਹਾਂ ਦੀ ਨਿਊਜ਼ ਦੇ ਪਿੱਛੇ ਆਹ ਕਾਰਨ ਹੈ। ਉਹ ਆਪਣੀ ਜਿੰਨੀਆਂ ਵੀ ਥਿਊਰੀਜ਼ ਹੈ, ਜਿਹਨੂੰ ਕੰਸਪੀਰੇਸੀ ਥਿਊਰੀ ਕਹਿ ਦਿੰਦੇ ਆ, ਉਹ ਐਜ਼ ਇਟ ਇਜ਼ ਦੇ ਦੇਣਗੇ। ਸਾਨੂੰ ਇੰਨਾ ਵੀ ਟਾਈਮ ਨਹੀਂ ਦੇਣਗੇ ਕਿ ਤੁਸੀਂ ਲੌਜੀਕਲੀ ਜਾਂ ਰੈਸ਼ਨਲੀ ਜਾਂ ਓਬਜੈਕਟਿਵਲੀ ਤੁਸੀਂ ਆਹ ਸਿਚੁਏਸ਼ਨ ਹੈ ਕਿ ਸੋਚ ਕੇ ਦੇਖ ਲਓ। ਆਪਣਾ ਪੱਖ, ਆਪਣੇ ਬਾਇਸਿਸ ਉਹ ਪਾ ਦਿੰਦੇ ਆ, ਕਿਉਂਕਿ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਪਰਸੈਪਸ਼ਨ ਦੇ ਉਸ ਵਾਰ ਦੇ ਵਿੱਚ ਇੱਕ ਧਿਰ ਬਣ ਜਾਂਦੇ ਆ, ਉਹ ਸ਼ਾਮਲ ਹੋ ਜਾਂਦੇ ਆ। ਔਰ ਵਾਰ ਜਿਹੜੀ ਆ ਉਹ ਪਰਸੈਪਸ਼ਨ ਜਿਹੜੀ ਹੈ ਉਹ ਉਹਨਾਂ ਦੇ ਹੱਥ 'ਚ ਵੀ ਨਹੀਂ ਹੈਗੀ, ਉਹ ਵੀ ਕ੍ਰੀਏਟਡ ਹੈ, ਉਸ ਖੇਲ ਦੇ ਵਿੱਚ ਇੱਕ ਤਰ੍ਹਾਂ ਨਾਲ ਸ਼ਾਮਲ ਹੋ ਜਾਂਦੇ ਆ। ਜਿਹੜਾ ਮੇਰਾ ਕਹਿਣ ਦਾ ਭਾਵ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਹੈ। ਅਨਕੰਟਰੋਲਡ ਹੈ ਡੈਫੀਨੇਟਲੀ ਜਿਹੜਾ ਸੋਸ਼ਲ ਮੀਡੀਆ ਹੈ, ਔਰ ਸੋਸ਼ਲ ਮੀਡੀਆ ਕਿਸ ਤਰ੍ਹਾਂ ਜਰਨਲਿਜ਼ਮ ਦੇ ਵਿੱਚ ਐਂਟਰ ਕਰ ਚੁੱਕਿਆ ਹੈ। ਬਹੁਤ ਸਾਰੇ ਚੈਨਲ ਹੈ, ਅਨਲਿਮਿਟਿਡ ਚੈਨਲ ਹੈ। ਕਈ ਚੀਜ਼ਾਂ ਦਾ ਬਹੁਤ ਫਾਇਦਾ ਵੀ ਹੋ ਰਿਹਾ ਔਰ ਕਈਆਂ ਦਾ ਸਾਡਾ ਬਹੁਤ ਲਾਸ ਵੀ ਹੋ ਰਿਹਾ। ਲਾਸ ਇਸ ਤਰ੍ਹਾਂ ਹੋ ਰਿਹਾ ਕਿ ਸਾਡੀ ਸੋਸਾਇਟੀ ਜਿਹੜੀ ਹੈ ਉਹ ਜਿਹੜੀ ਇੱਕ ਸਿੰਗਲ ਯੂਨਿਟ ਦੇ ਤੌਰ ਤੇ ਆਪਣੇ ਆਪ ਨੂੰ ਇੰਡੀਅਨ ਕਹਿ ਲਓ ਜਾਂ ਏਸ਼ੀਅਨ ਕਹਿ ਲਓ, ਇੱਕ ਖਾਸ ਪੰਜਾਬੀ ਵੱਡੇ ਭਾਈਚਾਰੇ ਦੇ ਤੌਰ ਤੇ ਆਪਣੇ ਆਪ ਨੂੰ ਇਕਜੁੱਟ ਮਹਿਸੂਸ ਕਰਦੀ ਸੀ, ਉਹਦੇ ਵਿੱਚ ਇੰਨੀ ਫਰੈਗਮੈਂਟੇਸ਼ਨਸ ਪੈਦਾ ਹੋ ਗਈਆਂ। ਪ੍ਰੈਜ਼ੈਂਟਲੀ ਪਰਸੈਪਸ਼ਨਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਅਸੀਂ ਬਹੁਤ ਜਿਹੜਾ ਇੱਕ ਭਰੋਸਗੀ ਜਿਹੜੀ ਇੱਕ ਦੂਸਰੇ ਦੇ ਨਾਲ ਉਹ ਖਤਮ ਹੁੰਦੀ ਜਾ ਰਹੀ ਹੈ। ਘਰ ਦੇ ਵਿੱਚ ਜਾਂ ਤੁਸੀਂ ਆਪਣੇ ਫੈਮਿਲੀ ਦੇ ਵਿੱਚ ਬੈਠ ਕੇ ਜਾਂ ਆਪਣੇ ਦੋਸਤਾਂ ਨਾਲ ਬੈਠ ਕੇ ਜੇ ਗੱਲ ਕਰਦੇ ਹੋ ਤਾਂ ਲੱਗਦਾ ਨਹੀਂ ਹੈ, ਲੇਕਿਨ ਇੱਕ ਵਾਰੀ ਸੋਸ਼ਲ ਮੀਡੀਆ ਤੁਸੀਂ ਖੋਲ੍ਹ ਲੈਂਦੇ ਹੋ ਉਹ ਲੱਗਦਾ ਹੈ ਕਿ ਦੁਨੀਆ ਹੀ ਹੋਰ ਹੈ। ਤਾਂ ਫਿਰ ਯਕੀਨ ਕਿਸ 'ਤੇ ਕਰਨਾ ਹੈ? ਮੈਨੂੰ ਲੱਗਦਾ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹਾਂ ਉਹਨੂੰ ਇੱਕ ਤਰ੍ਹਾਂ ਨਾਲ ਜਰਨਲਿਜ਼ਮ ਦਾ ਪਾਰਟ ਨਹੀਂ ਮੰਨਣਾ ਚਾਹੀਦਾ। ਜਰਨਲਿਜ਼ਮ ਦੇ ਵਿੱਚ ਅੱਜ ਵੀ ਆਰਗੇਨਾਈਜ਼ਡ ਜਿਹੜਾ ਇੱਕ ਜਰਨਲਿਜ਼ਮ ਹੈ ਜਿਹਦੇ ਵਿੱਚ ਪੂਰੀ ਤਰ੍ਹਾਂ ਐਡੀਟਰਸ ਹੁੰਦੇ ਆ ਔਰ ਉਹਨਾਂ ਦੇ ਨਿਊਜ਼ ਦੇ ਇਨਪੁਟ ਦੇ ਆਪਣੇ ਸੋਰਸਿਸ ਹੁੰਦੇ ਆ ਜਿਹਨੂੰ ਅਥੈਂਟੀਕੇਟ ਕਰਦੇ ਹੁੰਦੇ ਆ। ਸਾਨੂੰ ਲੱਗਦਾ ਹੈ ਕਿ ਜਦੋਂ ਆਪਣੀ ਕੋਈ ਪਰਸੈਪਸ਼ਨ ਅਸੀਂ ਕਿਸੇ ਘਟਨਾ ਬਾਰੇ, ਕਿਸੇ ਸੁਸਾਇਟੀ ਬਾਰੇ ਬਣਾਉਣੀ ਹੈ ਤਾਂ ਸਾਨੂੰ ਉਹ ਫੋਲੋ ਕਰਨਾ ਚਾਹੀਦਾ। ਅਦਰਵਾਈਜ਼ ਜੋ ਚੀਜ਼ਾਂ ਅਸੀਂ ਸੁਸਾਇਟੀ ਦੇ ਵਿੱਚ ਜਾਂ ਸੋਸ਼ਲ ਜਾਂ ਨਿਊਜ਼ ਦੇ ਵਿੱਚ ਨਹੀਂ ਡਿਸਕਸ ਕਰ ਸਕਦੇ, ਸਾਨੂੰ ਉਹ ਜ਼ਰੂਰ ਸੋਸ਼ਲ ਮੀਡੀਆ ਨੇ ਸਾਨੂੰ ਹੈਲਪ ਕੀਤੀ ਹੈ। ਇਹਦੇ ਵਿੱਚ ਤਾਹਿਰ ਗੋਰਾ ਜੀ ਜਿਵੇਂ ਹੈ ਤੇ ਹੋਰ ਕਈ ਐਸੇ ਇਹਨਾਂ ਦੇ ਪ੍ਰਾਈਵੇਟ ਚੈਨਲਸ ਹੈ ਜਿਹੜੇ ਕਿ ਡਿਵੀਜ਼ਨ ਤੋਂ ਬਾਅਦ 47 ਦੇ ਵਿੱਚ ਜੇ ਦੋ ਪੰਜਾਬ ਅਲੱਗ ਹੋ ਗਏ ਲੇਕਿਨ ਪੰਜਾਬੀਅਤ ਅਲੱਗ ਨਹੀਂ ਹੋਈ, ਉਹਦੀ ਵਾਇਸ ਸਾਨੂੰ ਕਿਸ ਤਰ੍ਹਾਂ ਦੁਬਾਰਾ ਆਪਸ 'ਚ ਜੋੜ ਰਹੀ ਹੈ। ਇਹ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਨਾਲ ਆਈਆਂ, ਉਹਨੇ ਲੈਂਗੁਏਜ ਦੇ ਬੈਰੀਅਰ ਵੀ ਤੋੜੇ ਔਰ ਸੋਸਾਇਟੀ ਦੇ ਵਿੱਚ ਇੱਕ ਦੂਸਰੇ ਨਾਲ ਗੱਲਬਾਤ ਕਰਨ ਦਾ ਜਿਹੜਾ ਸਾਨੂੰ ਨਵਾਂ ਪਲੇਟਫਾਰਮ ਵੀ ਦਿੱਤਾ। ਜਿਵੇਂ ਕੈਨੇਡਾ ਦੇ ਵਿੱਚ ਦੋਨੋਂ ਪੰਜਾਬ ਦੇ ਲੋਕ ਮਿਲ ਕੇ ਸਾਂਝੀ ਗੱਲ ਕਰ ਲੈਂਦੇ ਆ, ਉਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਗੱਲ ਕਰ ਪਾਉਂਦੇ ਹਾਂ। ਅਤੇ ਇਸ ਸਾਰੇ ਦੌਰ ਦੇ ਵਿੱਚ ਵੀ ਅਸੀਂ ਮੈਨੂੰ ਲੱਗਦਾ ਕਿ ਜੋ ਇਸ ਟਾਈਮ ਨਫ਼ਰਤ ਦਾ ਕੁਝ ਪ੍ਰਚਾਰ ਸਾਨੂੰ ਲੱਗਦਾ ਹੈ ਕਿ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਚੱਲਦਾ ਹੈ, ਇੱਥੇ ਲੋਕਾਂ ਨੂੰ ਚੱਲਦਾ ਹੈ, ਸ਼ਾਇਦ ਭਾਰਤ ਤੋਂ ਚੱਲਦਾ ਹੈ, ਇਹਨੂੰ ਮੇਰੇ ਖਿਆਲ ਅਸੀਂ ਆਪਣੀ ਸੂਝ ਨਾਲ ਵੈਰੀਫਾਈ ਕਰਕੇ ਜੇ ਦੇਖੀਏ ਤਾਂ ਸਥਿਤੀਆਂ ਦੋਨੋਂ ਪਾਸੇ ਇਸ ਤਰ੍ਹਾਂ ਹੈ ਨਹੀਂ ਜਿੰਨੇ 5-7% ਲੋਕ ਕ੍ਰੀਏਟ ਕਰਦੇ ਆ। ਇੰਨੀ ਕੀ ਗੱਲ ਕਹਿਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ, ਇਹਦੇ ਵਾਸਤੇ ਮੈਂ 9ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਖਾਸ ਤੌਰ ਤੇ ਆਪਣੇ ਅਜ਼ੀਜ਼ ਦੋਸਤ ਅਜੈਬ ਸਿੰਘ ਚੱਠਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਨੂੰ ਤੁਸੀਂ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ। ਧੰਨਵਾਦ। ਜੀ ਸੱਜਣੋ, ਮਿੱਤਰੋ, ਭੈਣੋ ਤੇ ਭਰਾਓ, ਡਾਕਟਰ ਰਵਿੰਦਰ ਸਿੰਘ ਜੀ ਨੇ ਥੋੜ੍ਹੇ ਸ਼ਬਦਾਂ ਦੇ ਵਿੱਚ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ। ਥੈਂਕ ਯੂ ਡਾਕਟਰ ਸਾਹਿਬ ਫॉर ਸ਼ੇਅਰਿੰਗ ਯੋਰ ਰਿਮਾਰਕੇਬਲ ਵਿਊਜ਼। ਹੁਣ ਮੇਰੇ ਕੋਲ ਦੋ ਐਸੀ ਹਸਤੀਆਂ, ਆਖਰ ਦੇ ਦੋ ਸਪੀਕਰ ਨੇ ਜਿਹੜੇ ਮੇਰੇ ਸੀਨੀਅਰ ਵੀ ਨੇ ਔਰ ਮੈਂ ਦਿਲ ਤੋਂ ਹੀ ਉਹਨਾਂ ਦਾ ਬਹੁਤ ਇੱਜ਼ਤ ਕਰਦਾ ਰਹਿੰਦਾ ਔਰ ਬੜੇ ਸਾਲਾਂ ਤੋਂ ਮੇਰਾ ਉਹਨਾਂ ਨਾਲ ਵਾਸਤਾ ਤਲਕ ਹੈ। ਮੈਂ ਸਭ ਤੋਂ ਪਹਿਲੇ ਦੋਨਾਂ ਦੇ ਵਿੱਚੋਂ ਕਿਰਪਾਲ ਪੰਨੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਹੈ
ਔਰ ਉਹਨਾਂ ਨੇ ਜਿਸ ਤਰ੍ਹਾਂ ਇੱਥੇ ਦੱਸਿਆ ਗਿਆ ਕਿ ਸਾਇੰਸ ਔਰ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਲਿਪੀ ਦੇ ਹਵਾਲੇ ਨਾਲ ਵੀ ਔਰ ਜ਼ਬਾਨ ਦੀ ਡੈਪਥ ਦੇ ਹਵਾਲੇ ਨਾਲ ਵੀ ਗੱਲਬਾਤ ਕੀਤੀ। ਜਿਵੇਂ ਅਸੀਂ ਨੋਮ ਚਮਸਕੀ ਨੂੰ ਤਾਂ ਲੈਫਟ ਦਾ ਲੀਡਰ ਸਮਝਦੇ ਹਾਂ, ਲੇਕਿਨ ਉਹ ਹੈ ਲਿੰਗੁਇਸਟਿਕ ਨੇ। ਇਸ ਤਰ੍ਹਾਂ ਹੀ ਸਾਡੇ ਪੰਜਾਬੀ ਦੇ ਨੋਮ ਚਮਸਕੀ ਨੇ। ਡਾਕਟਰ ਕਿਰਪਾਲ ਸਾਹਿਬ ਜੀ। ਗੋਰਾ ਜੀ, ਪ੍ਰਧਾਨਗੀ ਮੰਡਲ ਜੀ ਤੇ ਸਾਹਮਣੇ ਬੈਠੇ ਵਿਦਵਾਨ ਦੋਸਤੋ, ਮੈਂ ਆਪਣਾ ਕੈਰੀਅਰ ਪੰਜਾਬ ਵਿੱਚ BSF ਦੇ ਵਿੱਚ ਜਾਂ ਪੁਲਿਸ ਦੇ ਵਿੱਚ ਸ਼ੁਰੂ ਕੀਤਾ। ਸਿਪਾਹੀ ਭਰਤੀ ਹੋਇਆ, SP ਜਾਂ ਡਿਪਟੀ ਕਮਾਂਡੈਂਟ ਜਾਂ ਮੇਜਰ ਦੇ ਰੈਂਕ ਤੋਂ ਰਿਟਾਇਰ ਹੋਇਆ। ਮੈਂ ਇੱਥੇ ਆਇਆ, ਕੰਪਿਊਟਰ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ। ਉਹ ਸੰਬੰਧ ਜੋੜਨ ਵਾਲਾ ਮੀਡੀਆ ਸੀ ਜਿਹਨੇ ਮੈਨੂੰ ਕੰਪਿਊਟਰ ਦੇ ਨਾਲ ਜੋੜਿਆ। ਮੈਂ ਆਰਟੀਕਲ ਲਿਖਦਾ ਸੀ ਹਮਦਰਦ ਵਿੱਚ, ਪੁਲਨ ਸਾਹਿਬ ਬੈਠੇ ਨੇ, ਇਹਨਾਂ ਦੀ ਡਿਮਾਂਡ ਸੀ ਕਿ ਟਾਈਪ ਕਰਕੇ ਭੇਜੋ। ਟਾਈਪ ਕਰਨਾ ਸਿੱਖਿਆ। ਟਾਈਪ ਕਰਨ ਦੇ ਵਿੱਚ ਪ੍ਰੋਬਲਮ ਆਉਂਦੀਆਂ ਸੀ, ਉਹਨਾਂ ਨੂੰ ਦੂਰ ਕਰਨਾ ਸਿੱਖਿਆ। ਗਾਹਾਂ ਦੀ ਗਾਹਾਂ ਫਿਰ ਉਸ ਤੋਂ ਅੱਗੇ ਚੱਲਦਾ ਗਿਆ। ਅੱਜ ਮੈਂ ਜੇ ਤੁਹਾਡੇ ਸਾਹਮਣੇ ਖੜਾ ਤਾਂ ਸਿਰਫ ਇਸ ਮੀਡੀਆ ਦੀ ਕਿਰਪਾ ਕਰਕੇ ਖੜਾ। ਸਾਰੀ ਮੀਡੀਆ ਦੀ ਪ੍ਰਾਪਤੀ ਹੈ। ਇੱਥੇ ਕਾਨਫਰੰਸਾਂ, ਮੀਡੀਆ ਦੋਹਾਂ ਪੰਜਾਬਾਂ ਦਾ ਮੇਲ, ਸਹਿ ਸੁਭਾਵਾਂ, ਇਹ ਸਾਡੀ ਪ੍ਰਾਪਤੀ ਨੇ, ਸਾਨੂੰ ਗਾਈਡ ਕਰਦੀਆਂ ਨੇ, ਸਾਨੂੰ ਅੱਗੇ ਰਸਤਾ ਦਿੰਦੀਆਂ ਨੇ, ਜਿਸ ਕਰਕੇ ਅਸੀਂ ਅੱਗੇ ਕੰਮ ਕਰਨ ਵਾਸਤੇ ਉਤਸ਼ਾਹਤ ਹੁੰਦੇ ਹਾਂ। ਮੈਂ ਕੰਪਿਊਟਰ ਬਾਰੇ ਬਿਲਕੁਲ ਬਹੁਤ ਥੋੜ੍ਹਾ ਜਾਣਦਾ ਸੀ, ਅੱਜ ਵੀ ਬਹੁਤ ਥੋੜ੍ਹਾ ਜਾਣਦਾ, ਪਰ ਮੇਰਾ ਰੈਪੂਟੇਸ਼ਨ ਬਣ ਗਿਆ ਕਿ ਮੈਂ ਕੰਪਿਊਟਰ ਬਹੁਤ ਜਾਣਦਾ, ਜਿਸ ਵਿੱਚ ਮੇਰੇ ਦੋਸਤ, ਮਿੱਤਰ, ਸਾਥੀ, ਮੇਰੇ ਲੀਡਰ, ਜੇ ਉਹਨਾਂ ਨੂੰ ਕੰਪਿਊਟਰ 'ਚ ਪ੍ਰੋਬਲਮ ਆਉਂਦੀ ਸੀ ਉਹ ਮੈਨੂੰ ਕਹਿੰਦੇ ਸੀ ਅਤੇ ਮੈਂ ਜੇ ਜਾਣਦਾ ਸੀ ਤਾਂ ਦੱਸ ਦਿੰਦਾ ਸੀ, ਨਹੀਂ ਤਾਂ ਕਿ ਬਾਅਦ ਦੇ ਵਿੱਚ ਪਤਾ ਕਰਕੇ ਦੱਸ ਦਿੰਦਾ ਸੀ ਅਤੇ ਆਪ ਵੀ ਸਿੱਖ ਲੈਂਦਾ ਸੀ। ਮੈਂ ਜੋ ਕੁਝ ਕੀਤਾ, ਮੈਂ ਕਹਿ ਵੀ ਸਕਦਾ ਮੈਂ ਬੜਾ ਕੁਝ ਕੀਤਾ, ਉਹ ਸਭ ਮੇਰੇ ਕੋਲੋਂ ਸਮੇਂ ਨੇ ਕਰਵਾਇਆ, ਮੇਰੇ ਦੋਸਤਾਂ, ਮਿੱਤਰਾਂ, ਸਾਥੀਆਂ ਨੇ ਕਰਵਾਇਆ ਹੈ, ਮੀਡੀਆ ਨੇ ਕਰਵਾਇਆ, ਸਹਿ ਸੁਭਾਵਾਂ ਨੇ ਕਰਵਾਇਆ। ਗੁਰਮੁਖੀ ਤੋਂ ਸਾਹਮੁਖੀ ਦਾ ਪ੍ਰੋਗਰਾਮ ਕਨਵਰਸ਼ਨ ਦੀ ਗੱਲ ਚੱਲੀ, ਮੈਂ ਬਿਲਕੁਲ ਹੱਥ ਖੜੇ ਕਰ ਦਿੱਤੇ ਵੀ ਮੇਰੀ ਇਹ ਕੈਪੇਬਿਲਿਟੀ ਨਹੀਂ ਹੈ, ਮੇਰੀ ਸਮਰੱਥਾ ਨਹੀਂ ਹੈ, ਮੇਰੀ ਜਾਣਕਾਰੀ ਨਹੀਂ ਹੈ, ਮੈਂ ਇਹ ਪ੍ਰੋਗਰਾਮ ਨਹੀਂ ਬਣਾ ਸਕਦਾ। ਪਰ ਉਹਨਾਂ ਨੇ ਮੇਰੇ 'ਤੇ ਭਰੋਸਾ ਜ਼ਾਹਰ ਕੀਤਾ ਕਿ ਮੈਂ ਕਰ ਸਕਦਾ। ਇੱਕ ਕਾਨਫਰੰਸ ਹੋਈ ਵਾਸ਼ਿੰਗਟਨ ਦੇ ਵਿੱਚ, ਨਮਤੇਜ ਭਾਰਤੀ ਨੇ ਸਟੇਜ ਤੋਂ ਕਹਿ ਦਿੱਤਾ ਕਿ ਸਾਡੇ ਵਿੱਚ ਕਿਰਪਾਲ ਸਿੰਘ ਪੰਨੂ ਬੈਠਾ ਹੈ, ਇਹ ਗੁਰਮੁਖੀ ਤੋਂ ਸਾਹਮੁਖੀ ਕਨਵਰਸ਼ਨ ਦਾ ਪ੍ਰੋਗਰਾਮ ਤਿਆਰ ਕਰੇਗਾ ਔਰ ਛੇਤੀ ਕਰੇਗਾ। ਉਸ ਭਰੋਸੇ ਦੇ ਉੱਤੇ ਮੈਨੂੰ ਕੰਮ ਕਰਨਾ ਪਿਆ। ਜਦ ਤੁਸੀਂ ਕਿਸੇ ਪਾਸੇ ਤੁਰਦੇ ਹੋ, ਅੱਜ ਹੋਰ, ਕੱਲ੍ਹ ਹੋਰ, ਅੱਜ ਹੋਰ, ਕੱਲ੍ਹ ਹੋਰ ਪ੍ਰਾਪਤੀਆਂ ਕਰ ਲੈਂਦੇ ਹੋ। ਮੈਨੂੰ ਪੰਜਾਬੀ ਵੀ ਆਉਂਦੀ ਸੀ, ਮੈਨੂੰ ਸਾਹਮੁਖੀ ਵੀ ਆਉਂਦੀ ਸੀ, ਕੰਪਿਊਟਰ ਦੇ ਉੱਤੇ ਮੈਂ ਕੰਮ ਕਰਦਾ ਹੀ ਸੀ। ਅਤੇ ਅਖੀਰ ਦੇ ਵਿੱਚ ਗੁਰਮੁਖੀ ਤੋਂ ਸਾਹਮੁਖੀ ਕਨਵਰਸ਼ਨ ਤਿਆਰ ਕਰਨ ਦੇ ਵਿੱਚ ਮੈਂ ਸਫਲ ਹੋ ਗਿਆ। ਪਾਕਿਸਤਾਨ ਦੇ ਵਿੱਚੋਂ ਇਕਬਾਲ ਕੈਂਸਰ ਇੱਥੇ ਆਏ, ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਿਰਫ ਇੱਕ ਪੱਖ ਕੀਤਾ ਹੈ, ਗੁਰਮੁਖੀ ਤੋਂ ਸਾਹਮੁਖੀ ਦਾ, ਸਾਡਾ ਕੰਮ ਨਹੀਂ ਕੀਤਾ ਕਿ ਸਾਹਮੁਖੀ ਤੋਂ ਗੁਰਮੁਖੀ ਕਨਵਰਟ ਕਰੇ। ਮੈਂ ਕਿਹਾ ਉਹ ਮੇਰੇ ਬਾਤ 'ਚ ਨਹੀਂ ਆ ਰਿਹਾ, ਮੈਨੂੰ ਅੱਖਰ ਸਾਫ਼ ਨਹੀਂ ਦੇ ਰਹੇ। ਉਹ ਕਹਿੰਦਾ ਮੈਨੂੰ ਭਰੋਸਾ ਹੈ ਵੀ ਤੂੰ ਕਰ ਲੈਣਾ। ਔਰ ਕੁਦਰਤ ਦੇ ਹੱਥ
ਮੈਂ ਉਸ ਦਾ ਭਰੋਸਾ ਸੱਚਾ ਕਰਨ ਦੇ ਵਿੱਚ ਸਾਬਤ ਸਿੱਧ ਹੋਇਆ। ਮੀਡੀਆ ਸਾਨੂੰ ਸੂਚਨਾ ਵੀ ਦਿੰਦਾ ਹੈ, ਸਮੇਂ ਦੇ ਹਾਣੇ ਵੀ ਬਣਾਉਂਦਾ ਹੈ। ਜਿਹੜਾ ਮੀਡੀਆ ਇਮਾਨਦਾਰ ਨਹੀਂ ਹੈ, ਸਾਨੂੰ ਮਿਸਗਾਈਡ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਉੱਥੇ ਸਾਡਾ ਆਪਣਾ ਫਰਜ਼ ਵੀ ਹੈ ਕਿ ਅਸੀਂ ਅੱਖਾਂ ਮੀਚ ਕੇ ਮੀਡੀਆ ਦੇ ਪਿੱਛੇ ਨਾ ਲੱਗੀਏ, ਉਹਦੀ ਸੁਣੀਏ ਤੇ ਆਪਣੀ ਸੋਚ ਵਿਚਾਰ ਕਰੀਏ, ਆਪਣੇ ਨਤੀਜੇ ਕੱਢੀਏ, ਆਪਣੀ ਕਨਕਲੂਜਨ ਕੱਢੀਏ ਤੇ ਆਪਣਾ ਬਿਹੇਵੀਅਰ ਕਰੀਏ। ਸੂਚੇ ਤੌਰ ਦੇ ਉੱਤੇ ਮੈਂ ਮੀਡੀਆ ਦਾ ਬਹੁਤ ਧੰਨਵਾਦੀ ਵੀ ਹਾਂ। ਮੈਨੂੰ ਗੱਲ ਯਾਦ ਆ ਗਈ, ਇੱਕ ਅਖਬਾਰ ਦੇ ਵਿੱਚ ਮੈਂ ਕੋਈ 5-6 ਸਾਲ ਲਗਾਤਾਰ ਆਰਟੀਕਲ ਲਿਖਿਆ। ਆਰਟੀਕਲ ਸੀ ਵੀ ਜੋ ਟੀਵੀ ਦੇ ਉੱਤੇ ਪੰਜਾਬੀ ਗਾਣੇ ਆਉਂਦੇ ਸੀ ਤਾਂ ਮੈਂ ਉਹਨਾਂ ਦੇ ਉੱਤੇ ਕਮੈਂਟ ਲਿਖਦਾ ਸੀ। ਉਹਦਾ ਹੈਡਿੰਗ ਸੀ ਠਰਕੀ ਦੀ ਅੱਖ ਵਿੱਚੋਂ। ਨਾ ਮੈਂ ਆਪਣਾ ਕਦੇ ਦਿੱਤਾ ਨਹੀਂ ਸੀ, ਪਤਾ ਵੀ ਨਹੀਂ ਸੀ ਕਿ ਇਹ ਠਰਕੀ ਕੌਣ ਹੈ। ਤੇ ਕਈ ਸਾਲ ਚੱਲਦਾ ਰਿਹਾ। ਅਖੀਰ ਕਿਸੇ ਨੇ ਮੈਨੂੰ ਦੱਸਿਆ ਵੀ ਇਹ ਨਾਂ ਠੀਕ ਨਹੀਂ ਲੱਗਦਾ ਹੈਗਾ, ਵਲਗਰ ਜਿਹਾ ਲੱਗਦਾ ਹੈ। ਉਹਨੂੰ ਮੈਂ ਠਰਕੀ ਦੀ ਅੱਖ ਦੇ ਵਿੱਚੋਂ ਕਰਕੇ ਕਲਮ ਦੀ ਅੱਖ ਵਿੱਚੋਂ ਕਰ ਦਿੱਤਾ। ਉਹ ਪਹਿਲਾਂ ਹੀ ਇਸ਼ੂ ਗਿਆ ਸੀ ਤੇ ਮੈਨੂੰ ਟੈਲੀਫੋਨ ਆਉਣਾ ਸ਼ੁਰੂ ਹੋ ਗਏ। ਅਸੀਂ ਤਾਂ ਕਹਿੰਦੇ ਪੜ੍ਹਦੇ ਤਾਂ ਅਸੀਂ ਵੀ ਠਰਕੀ ਦੀ ਅੱਖ ਦੇ ਵਿੱਚੋਂ ਇਹ ਫੈਕਟ ਹੈ। ਨਤੀਜਾ ਇਹ ਕੀ ਹੋਇਆ ਕਿ ਸਾਨੂੰ ਕਲਮ ਦੀ ਅੱਖ ਹਟਾ ਕੇ ਫਿਰ ਮੁੜ ਕੇ ਠਰਕੀ ਦੀ ਅੱਖ ਦੇ ਵਿੱਚ ਲਾਉਣਾ ਪਿਆ। ਮੇਰੇ ਕੋਲ ਦੋ ਆਪਸ ਵਿੱਚ ਹੀ ਗੱਲਾਂ ਕਰਨ ਲੱਗ ਪਏ ਬਈ ਇਹ ਠਰਕੀ ਦੀ ਅੱਖ ਦੇ ਵਿੱਚੋਂ ਲਿਖਦਾ ਕਾਲਮ, ਲਿਖਦਾ ਸਹੀ ਹੈ, ਸਾਰੀਆਂ ਗੱਲਾਂ ਸਹੀ ਲਿਖਦਾ ਤੇ ਕਿਸੇ ਨੂੰ ਬਖਸ਼ਦਾ ਨਹੀਂ ਹੈਗਾ। ਇੱਕ ਕਹਿੰਦਾ ਸਾਲਾ ਲਿਖਦਾ ਤਾਂ ਵਧੀਆ ਪਰ ਬਖਸ਼ਦਾ ਨਹੀਂ ਹੈ। ਮੈਂ ਵੀ ਕੋਲੇ ਖੜਾ, ਮੇਰੇ ਮੂੰਹ ਦੇ ਉੱਤੇ ਮੈਨੂੰ ਆ ਇੱਦਾਂ ਦਾ ਹਿਸਾਬ ਕਿਤਾਬ ਚੱਲਦਾ। ਖੈਰ ਮੀਡੀਆ ਤੋਂ ਮੈਂ ਬਹੁਤ ਕੁਝ ਸਿੱਖਿਆ ਤੇ ਹੁਣ ਵੀ ਮੈਂ ਮੀਡੀਆ ਨਾਲ ਜੁੜਿਆ ਹੋਇਆ ਤੇ ਮੈਂ ਹਮੇਸ਼ਾ ਪੜ੍ਹਦਾ ਤੇ ਮੈਂ ਮੀਡੀਆ ਦਾ ਮੁੱਦਈ ਹਾਂ। ਤੇ ਇਹ ਨਹੀਂ ਗੱਲਾਂ ਜਿਹੜੀਆਂ ਮੈਂ ਕਰਨੀਆਂ ਸੀ, ਤੁਸੀਂ ਬੜੀ ਧਿਆਨ ਨਾਲ ਸੁਣੀਆਂ। ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹਾਂ ਤੇ ਚੱਠਾ ਸਾਹਿਬ ਦਾ ਵੀ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਇਹ ਕਾਨਫਰੰਸ ਕਰਾਈ ਹੈ। ਧੰਨਵਾਦ। ਉਹ ਕਿਤਾਬ ਦੇ ਵਿੱਚ ਇੱਕ ਸੈਂਟੈਂਸ ਲਿਖਿਆ ਹੋਇਆ ਸੀ। ਮੈਂ ਜਦੋਂ ਆਪਣਾ ਫਾਈਨਲ ਪੇਪਰ ਦੇਣ ਗਿਆ ਤਾਂ ਉਹ ਸੈਂਟੈਂਸ ਸੀ ਕਿ ਸਟੱਡਿੰਗ ਜਰਨਲਿਜ਼ਮ ਇਨ ਅ ਸਕੂਲ ਆਫ ਜਰਨਲਿਸਟ ਇਜ਼ ਅ ਵੇਸਟੇਜ ਆਫ ਟਾਈਮ। ਤੇ ਮੈਂ ਗਿਆ ਆਪਣੀ ਟੀਚਰ ਐਂਟਰ ਮਿੱਤਰ ਵਿਕਾ ਦੇ ਕੋਲ, ਜਿਹੜੇ ਅਲ ਜਜ਼ੀਰਾ ਵਾਸਤੇ ਇਸ ਕੰਮ ਕਰਦੇ ਨੇ। ਮੈਂ ਕਿਹਾ ਸਰ ਵਾਟ ਇਜ਼ ਦਿਸ? ਕਹਿਣ ਲੱਗੇ ਕਿ ਉਹ ਤੂੰ ਚੂੰਕਿ ਪ੍ਰੈਕਟੀਕਲੀ ਚੀਜ਼ਾਂ ਨੂੰ ਆਪਣੇ ਹੱਥੀਂ ਕਰਕੇ ਆਇਆ ਸੀ ਤੇ ਤੈਨੂੰ ਇਹ ਸੈਂਟੈਂਸ ਇਰਰੈਲੇਵੈਂਟ ਲੱਗ ਰਿਹਾ ਹੈ। ਲੇਕਿਨ ਇਨ ਫੈਕਟ ਇਹ ਸੈਂਟੈਂਸ ਉਹਨਾਂ ਸਟੂਡੈਂਟਸ ਵਾਸਤੇ ਹੈਗਾ ਜਿਹੜੇ ਜਰਨਲਿਜ਼ਮ ਨੂੰ ਸਕੂਲ ਵਿੱਚ ਪੜ੍ਹਨ ਨੂੰ ਬਹੁਤ ਵੱਡੀ ਗੱਲ ਸਮਝਦੇ ਨੇ, ਲੇਕਿਨ ਅਸੀਂ ਪੜ੍ਹਾਉਣ ਤੋਂ ਬਾਅਦ ਆਖਰੀ ਚੈਪਟਰ ਵਿੱਚ ਰੱਖਿਆ ਹੋਇਆ ਹੈ ਕਿ ਤੁਸੀਂ ਆਪਣੀ ਐਬਿਲਿਟੀਜ਼ ਦੇ ਉੱਤੇ ਕੰਮ ਕਰੋ। ਜਿਹੜੀ ਜਰਨਲਿਜ਼ਮ ਦੀ ਸਕਿੱਲਸ ਨੇ ਐਜ਼ ਅ ਰਿਪੋਰਟਰ ਡਿਫਰੈਂਟ ਹੈ, ਐਜ਼ ਅ ਓਪ-ਐਡ ਰਾਈਟਰ ਡਿਫਰੈਂਟ ਨੇ, ਉਹਨਾਂ ਨੂੰ ਯੂਜ਼ ਕਰੋ। ਇਹ ਗੱਲ ਮੈਨੂੰ ਯਾਦ ਆਈ ਬਹੁਤ ਸਾਰੇ ਸੱਜਣਾਂ ਦੀ ਗੱਲ ਸੁਣ ਕੇ। ਤੇ ਹੁਣ ਆਖਰ ਵਿੱਚ ਅੱਜ ਦੇ ਸਾਡੇ ਕੀ ਨੋਟ ਸਪੀਕਰ, ਸਾਡੇ ਪ੍ਰਧਾਨ ਇਸ ਮੰਚ 'ਤੇ, ਸਾਡੇ ਸਾਰਿਆਂ ਦੇ ਉਸਤਾਦ ਕੈਨੇਡਾ ਦੇ ਵਿੱਚ ਅਮਰ ਭੁੱਲਰ ਸਾਹਿਬ, ਜਿਨ੍ਹਾਂ ਦਾ ਪੰਜਾਬੀ ਮੀਡੀਆ ਦੇ ਇੱਥੇ ਦੇ ਬਾਨੀਆਂ ਦੇ ਵਿੱਚ ਇੱਕ ਨੇ। ਮੈਂ ਸਵਾਗਤ ਕਰਨਾ ਔਰ ਤਾਲੀਆਂ ਨਾਲ ਉਹਨਾਂ ਨੂੰ ਬੁਲਾਉਣਾ ਅਮਰ ਸਿੰਘ ਭੁੱਲਰ ਸਾਹਿਬ। ਮੰਚ 'ਤੇ ਬੈਠੇ ਵਿਦਵਾਨ ਤੇ ਸੱਜਣ, ਭੈਣੋ ਤੇ ਭਰਾਵੋ, ਮੈਂ ਸਭ ਤੋਂ ਪਹਿਲਾਂ ਸਰ ਜੈ ਸਿੰਘ ਚੱਠਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੱਤਰਕਾਰੀ ਨੂੰ ਪਹਿਲੇ ਦਿਨ ਤੋਂ ਹੀ ਇਸ ਕਾਨਫਰੰਸ ਦਾ ਇੱਕ ਹਿੱਸਾ ਰੱਖਿਆ। ਹਰ ਉਹ 'ਚ ਪੰਗੇ ਵੀ ਬੜੇ ਪਏ। ਮੈਂ ਇੱਕ ਦੋ ਚੁਟਕਲੇ ਸੁਣਾ ਤੇ ਪਹਿਲੇ ਸਾਲ ਤਾਂ ਜਿੰਨੇ ਇੰਡੀਆ ਤੋਂ ਆਏ ਤਾਂ ਮੇਰੇ ਨਾਲ ਨਾਰਾਜ਼ ਹੋਏ ਫਿਰਦੇ ਸੀ। ਪੱਤਰਕਾਰੀ ਇੱਕ ਆਨੇ ਦਾ ਕਾਰਡ ਆਉਂਦਾ ਹੁੰਦਾ ਸੀ ਇੰਡੀਆ 'ਚ, ਚਿੱਠੀ ਪੱਤਰ ਪਾਉਂਦੇ ਹੁੰਦੇ ਰਿਸ਼ਤੇਦਾਰਾਂ ਨੂੰ
मैं अपनी पत्रकारी उस तो शुरू की थी। मेरे नाल हरजिंदर वालिया जी, कमलेश दुग्गल, असीं तीनों इकट्ठे होए, क्लास फेलो दोस्त। पता कुछ नहीं सी पत्रकारी हुंदी की है। तो कॉलेज च स्ट्राइक करके असीं अपनी आप ही खबर बना के भी अमर सिंह भुल्लर ने आ बोलिया, कमलेश दुग्गल ने आ किया, अखबारां नूं भेज दिंदे। 3-4 अखबार हुंदे सी, कौमी दर्द, नवां जमाना, अकाली पत्रिका ते जीत। कोई फिर 2-3 दिन असीं उड़ीकना, अखबार नहीं लेंदे, बस स्टैंड ते जाके खड़ जाना, उन्होंने कहना दे अकाली पत्रिका, खड़े खड़े 1 मिनट च देख लेना साडी खबर नहीं लगी, उन्होंने कहना नहीं ये नहीं, कौमी दर्द दे। मेरा कहने का भाव है कि असीं उत्थों शुरू करके अज 40-45 साल बाद जिथे मीडिया पहुँचा वो सानू कदे चेता भी नहीं सी। एक टैलीग्राम हुंदी सी, असीं वध तो वध उहदे नाल खबर जिहड़ी सी वो भेजते, जे बहुत कोई ब्रेकिंग न्यूज़ आ जाती भी वड्डी खबर आ, वो भी पोस्ट ऑफिस दे विच जाके फोन नहीं सी हुंदे। उस तो बाद कनेडा दे विच आके जदों पत्रकारी इत्थों शुरू की, इत्थे उस टाइम इत्थे भी सहूलतां नहीं सी। 89 दे विच मैनू भाजी साहब बरजिंदर सिंह हमदर्द का फोन आया कि मैनू कोई फैक्स कर इधर नूं। एडा बड़ा हिंदुस्तान का पंजाबी का बड़ा पेपर सी, तो मैं क्या की भेजा, कहते कुछ भी भेज दे, असीं फैक्स लई आ, सानू टैसट करने ही बंदा नहीं कोई मिलता। फोन जिहड़े सी बड़ी मुश्किल नाल मिलते सी, इत्थों भी जिहड़े सी $2 1 मिनट का लगता सी इंडिया नूं। मैं तो मेरी वाइफ बैठी आ करण जी, तो असीं रेडियो प्रोग्राम शुरू किया इत्थों। रेडियो प्रोग्राम दे विच 10 मिनट दीयां खबरां आउंदियां सी। रवेल सिंह जी दिल्ली तो पढ़ते होंगे सी, ते जिहड़े सुनने वाले सी वो तो बहुत मज़े नाल सुनते सी, भाई कमाल है, मज़ा आ गया, बहुत वधिया रहा। तो साडा 1-1 मिनट बाद असीं सिर झुकाइयां दे $2 गए, $2 गए, क्योंकि होर साधन कोई नहीं सी। असीं शुरू तो जदों अखबार असीं शुरू किया इत्थे 91 दे विच, पहलां अजीत अखबार वालों जाते सी भेजे दिल्ली, दिल्ली तो बंबे, बंबे तो इत्थे असीं फोटो कापी करके वो पेपर नूं तैयार करते सी। ते कई बारी ये भी होना जी कि पेपर जे लेट हो जाते तो फिर असीं उस वीक पेपर भी छापते सी, कहते भी इस बारी मुश्किल हो गई। एक मेरा होर दोस्त सी इत्थे, वो तो कई बारी 2-2 हफ्ते नहीं छापदा, मगरों ले दिंदा सी। इंग्लैंड तो रिश्तेदार आए, 2 हफ्ते छप नहीं सकिया, क्योंकि उन्होंने अटेंड करता रहना उन्हें। पन्नू साहब के नाल ये जी ठरकी की अख कहते हैं, ठरकी की अख ने मैनू भी पंगा पाता सी। इन्हों मैं लिखवाउंदा हुंदा सी, लिखो जी 93 दे विच एक बहुत बड़ा शो होया सी इत्थे ऊर्जा साहब का। तो इन्होंने मैं कहा ठरकी की अख जो एक असीं गायक सी बहुत वड्डे नामवर, मैं नाम नहीं लवांगा, तो उन्होंने असीं मिलन गए तो सानूं मिले ही ना। पहला साडा वधिया दोस्त सी, तो मैं इन्होंने आख्या भी लाओ इत्थे सभा, मैं इन्होंने दस्सिया, तो इन्होंने ठरकी की अक्स लिखता। साढ़े असीं 20 साल नहीं बोले एक दूजे नाल, क्योंकि हो की गया साडी कम्यूनिटी दे विच, साडे अखबारां दे विच, साडे न्यूज़ रूम दे विच साडे बिजनेसमैन, साडे लीडर, साडे वो यार दोस्त आ बैठे। क्योंकि पंजाब दे विच भी यही चलदा, मीडिया मैं समझदा कि निरपक्ष नहीं। मीडिया आपो अपनी वाल देख रहा। साढ़े जे एक बिजनेसमैन असीं हसते होंदे सी कि शुरू दे विच जे एक बिजनेसमैन बुला लेंदा तो सारे आ जाते, क्योंकि उन्हें सारिਆਂ ਨੂੰ ऐड दित्ती हुंदी सी। जे कोई लीडर जां होर कोई बुलावे कोई नहीं सी जांदा। हुण जे असीं देखीए इत्थे इंग्लिश दे अखबार ने प्रधानमंत्री तक नूं नहीं पता लगन दिंदे कि उन्होंने की छापता, तो असीं जे माड़ी भी कोई गल छाप दईए तो किते दी किते चली जाती है। मैं जिस कॉन्फ्रेंस दे विच प्रोफैसर दर्शन सिंह जी बैंस उन्होंने जरूर चेते करता, मैं हमेशा चेते रखदा। वो मेरा भरा भी सी, मेरा दोस्त भी सी, ते एक पत्रकार, वधिया पत्रकार सी। तो उन्होंने मैं समझदा कि दुनिया दे विच वो पहले इहो ਜਿਹੇ एडिटर सन जिन्होंने डेली जीत नूं जां अपने हफ्तावारी जीत नूं फ्री कीता सी।
ਅਸੀਂ 10 ਸਾਲ ਪੇਪਰ ਵੇਚਿਆ, $1.25 ਦਾ ਵੇਚਦੇ ਸੀ। ਅਸੀਂ ਪੇਪਰ ਆਪ ਹੀ ਵੰਡਿਆ। ਜਦੋਂ ਅਸੀਂ ਪੇਪਰ ਸਵੇਰੇ ਆਪ ਹੀ ਲੈ ਕੇ ਜਾਂਦੇ ਸੀ ਤੇ ਦੁਕਾਨਦਾਰ ਕਹਿੰਦੇ ਅਜੇ ਬੋਣੀ ਵੀ ਨਹੀਂ ਹੋਈ। ਪਹਿਲਾਂ ਉਹ ਤੋਂ ਲੈਣਾ ਚਾਹੇ ਉਹਦੇ ਤੋਂ ਕੋਲੋਂ $1 ਦੀ ਕੋਈ ਚੀਜ਼ ਲੈ ਲੈਣੀ, ਵੀ ਲੈ ਹੁਣ ਤੂੰ ਸਾਨੂੰ ਦੇ, ਹਿਸਾਬ ਕਿਤਾਬ ਕਰਕੇ ਤੇਰੀ ਬੋਣੀ ਅਸੀਂ ਕਰਾ ਲਈ। ਕਿਉਂਕਿ ਬੜੇ ਔਖੇ ਟਾਈਮ ਦੇ ਵਿੱਚ ਅਸੀਂ ਲੰਘੇ ਉਹਨਾਂ ਦੇ ਵਿੱਚ। ਫਿਰ ਅਸੀਂ ਕਾਪੀ ਕਰਨ ਤੋਂ ਬਾਅਦ ਮੈਂ ਪੰਨੂ ਸਾਹਿਬ ਨੂੰ ਇੱਕ ਇਹੀ ਕਹਿਣਾ ਹੁੰਦਾ ਵੀ ਇਹ ਮੀਡੀਆ ਦੇ ਜਿਹੜੇ ਮੀਡੀਆ ਨਾ ਜਿਹੜਾ ਖਾਸ ਕਰਕੇ ਅਖਬਾਰਾਂ ਦੇ, ਇਹ ਅਖਬਾਰਾਂ ਦੇ ਆਂਡੇ ਦੇਣ ਵਾਲੀ ਮੁਰਗੀ ਇਹ ਸੀ। ਇਹਨਾਂ ਨੇ ਚੂਚੇ ਕੱਢੇ ਸਾਰੇ ਜਿੰਨੇ ਕੱਢੇ। ਸਾਡਾ ਅਖਬਾਰ ਵੀ ਜਿਹੜਾ ਸੀ ਉਹ ਅਸੀਂ, ਮੇਰੇ ਵਾਈਫ ਇੰਡੀਆ ਚਲੇ ਗਏ, ਅਸੀਂ ਇਹਨਾਂ ਦੇ ਘਰੋਂ ਪੇਪਰ ਤਿਆਰ ਕਰਦੇ। ਫਿਰ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਦਾ ਸਾਰਾ ਪੇਪਰ ਕਿਉਂ ਨਹੀਂ ਆਪ ਟਾਈਪ ਕਰਦੇ। ਅਤੇ ਅਸੀਂ ਫਿਰ ਇਹਨਾਂ ਨੇ ਪਹਿਲੀ ਵਾਰ ਜਿਹੜਾ ਪੇਪਰ ਸੀ ਸਾਡਾ 96 ਦੇ ਵਿੱਚ ਸਾਰੇ ਦਾ ਸਾਰਾ ਪੇਪਰ ਟਾਈਪ ਕਰਕੇ ਇਹਨਾਂ ਦੇ ਦੋਨੇ ਬੇਟੀ ਅਤੇ ਇਹਨਾਂ ਦੇ ਮਿਸਿਸ, ਮੇਰਾ ਖਿਆਲ ਅਸੀਂ ਸਾਰੀ ਰਾਤ ਸਵੇਰ ਨੂੰ ਪ੍ਰੈਸ ਵਾਲੇ ਸਾਨੂੰ ਕਹਿ ਰਹੇ ਤੇ ਵੀ ਨਹੀਂ ਅਸੀਂ ਛਾਪਣਾ ਨਹੀਂ। ਅਤੇ ਪਰ ਮੈਂ ਸਮਝਦਾ ਕਿ ਇਹਨਾਂ ਨੇ ਬਹੁਤ ਸਾਡੀ ਉਹਦੇ ਵਿੱਚ ਮਦਦ ਕੀਤੀ। ਇੱਥੇ ਦੀਆਂ ਮੁਸ਼ਕਿਲਾਂ 'ਚ ਜੇ ਅਸੀਂ ਦੇਖੀਏ, ਵਿਦੇਸ਼ਾਂ ਦੇ ਵਿੱਚ ਹੁਣ ਸਾਡੇ ਸਟੂਡੈਂਟ ਹੁਣ ਆਉਣ ਲੱਗੇ ਨੇ। ਪਹਿਲਾਂ ਸਾਡੇ ਪਾਠਕ ਜਿਹੜੇ ਸੀ ਉਹ ਬਹੁਤ ਘੱਟ ਹੁੰਦੇ ਸੀ। ਜਦੋਂ ਅਸੀਂ ਆਇਆ ਹੌਲੀ ਹੌਲੀ ਵੱਧਦੇ ਗਏ। ਸੋਸ਼ਲ ਮੀਡੀਆ ਦਾ ਤੋਂ ਪਹਿਲਾਂ TV ਚੈਨਲ ਆ ਗਏ ਅਤੇ ਨਾਲ ਦੀ ਨਾਲ ਜਿਹੜਾ ਹੋਰ ਮੀਡੀਆ ਵੱਧਦਾ ਗਿਆ। ਅਤੇ ਮੇਰੀ ਇੱਕ ਗੱਲ ਯਾਦ ਆ ਗਈ, ਇੰਗਲੈਂਡ ਮੈਂ ਦੇਸ਼ ਪ੍ਰਦੇਸ਼ ਅਖਬਾਰ ਨਿਕਲਦਾ ਸੀ, ਮੈਂ ਉਹਨਾਂ ਕੋਲ ਗਿਆ ਅਤੇ ਉਹ ਮੈਨੂੰ ਏਅਰਪੋਰਟ ਤੋਂ ਹੀ ਲੈ ਗਏ, ਕਹਿੰਦੇ ਆਪਾਂ ਕਿਸੇ ਦੇ ਅਫਸੋਸ ਕਰਕੇ ਆਉਣਾ। ਮੈਂ ਉਹਨਾਂ ਦੇ ਨਾਲ ਬੈਠ ਗਿਆ, ਚਲੇ ਗਏ। ਉਹ ਜਾ ਕੇ ਉਹ ਘਰ ਜਾ ਕੇ ਬਹੁਤ ਉੱਚੀ ਉੱਚੀ ਰੋਏ, ਕਾਫੀ ਉਹਨਾਂ ਨੇ ਅਫਸੋਸ ਕੀਤਾ। ਅਤੇ ਆਉਂਦੇ ਕਿਸੇ ਬਜ਼ੁਰਗ ਦੀ ਡੈਥ ਹੋਈ ਸੀ। ਮੈਂ ਕਿਹਾ ਭਾਜੀ ਕੀ ਗੱਲ ਹੋ ਗਈ, ਆਪਣਾ ਰਿਸ਼ਤੇਦਾਰ ਸੀ? ਕਹਿੰਦਾ ਨਹੀਂ, ਕੋਈ ਜਾਣ ਪਛਾਣ ਦੀ? ਕਹਿੰਦਾ ਨਹੀਂ। ਮੈਂ ਕਿਹਾ ਫਿਰ ਤੁਸੀਂ ਇੰਨਾ ਕਿਉਂ ਰੋਏ? ਇਹ ਕਹਿੰਦੇ ਮੇਰਾ ਪਾਠਕ ਸੀ। ਮੈਨੂੰ ਇਹ ਦੁੱਖ ਆ ਵੀ ਇੰਗਲੈਂਡ ਦੇ ਵਿੱਚ ਮੇਰਾ ਇੱਕ ਪਾਠਕ ਮਰ ਗਿਆ, ਪਰ ਇੰਗਲੈਂਡ 'ਚ ਜਿਹੜਾ ਜੰਮਣਾ ਉਹ ਪਾਠਕ ਨਹੀਂ ਜੰਮਣਾ ਮੇਰਾ। ਦੇਸ਼ ਪ੍ਰਦੇਸ਼ ਪੜ੍ਹਨ ਵਾਲਾ ਅਖਬਾਰ ਕੋਈ ਨਹੀਂ ਜੰਮਣਾ। ਅਤੇ ਉਹ ਮਾਈ ਨੂੰ ਮੈਂ ਫਿਰ ਸਵਾਲ ਕੀਤਾ ਵੀ ਉਹ ਜਿਹੜੀ ਮਾਈ ਨੂੰ ਆਉਂਦੇ ਹੋਏ ਤੁਸੀਂ ਉਹਨੂੰ ਵੀ ਗੱਲ ਰੱਖ ਕੇ ਬਹੁਤ ਰੋਏ, ਅਤੇ ਉਹ ਕਿਉਂ ਰੋਏ? ਕਹਿੰਦਾ ਇਹਨੇ ਵੀ ਨਹੀਂ ਰਹਿਣਾ ਮਹੀਨਾ 2 ਮਹੀਨੇ 'ਚ, ਇਹ ਵੀ ਜਾਊਗੀ ਵਿਚਾਰੀ। ਕਹਿੰਦਾ ਇਹ ਵੀ ਮੇਰਾ ਅਖਬਾਰ ਪੜ੍ਹਦੀ ਸੀ। ਕਿਉਂਕਿ ਜਿਹੜਾ ਇੱਥੇ ਦਾ ਵਤੀਰਾ ਜਾਂ ਜਿੱਥੇ ਅਸੀਂ ਰਹੇ ਹਾਂ ਨਾ, ਸਾਡੇ ਬੱਚੇ ਖੁਦ ਸਾਡੇ ਬੱਚੇ ਨਹੀਂ, ਅਸੀਂ ਜੋ ਮਰਜ਼ੀ ਕਹੀ ਜਾਈਏ ਪੰਜਾਬੀ ਨਾਲ ਜੋੜੋ ਆਹ ਜੋੜੋ, ਨਹੀਂ, ਬੱਚੇ ਸਾਡੇ ਜਿਹੜੇ ਇੱਥੇ ਦੇ ਜੰਮਪਲ ਨੇ ਜੋ ਮਰਜ਼ੀ ਕਹਿ ਦਈਏ, ਪਰ ਸਾਨੂੰ ਉਹਨਾਂ 'ਤੇ ਮਾਣ ਆ ਜਿਹੜੇ ਬੱਚੇ ਸਾਡੇ ਸਟੂਡੈਂਟ ਆ ਰਹੇ ਨੇ ਨਾ। ਮੈਂ ਚੱਠਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਜਿਹੜੇ ਸਟੂਡੈਂਟ ਨੇ ਨਾ ਉਹਨਾਂ ਨੂੰ ਵੀ ਅਸੀਂ ਆਪਣੇ ਹਿੱਸੇਦਾਰ ਬਣਾਈਏ। ਵਧੀਆ ਲੱਗਦਾ ਕਿ ਉਹ ਦਸਤਾਰਾਂ ਸਜਾ ਕੇ ਆਉਂਦੇ ਨੇ। ਜਦੋਂ ਅਸੀਂ ਆਏ ਸੀ ਅਸੀਂ ਕਟਿੰਗ ਕਰਾ ਕੇ ਆਉਂਦੇ ਸੀ ਕਿ ਉੱਥੇ ਚੱਲਿਆ ਕੈਨੇਡਾ 'ਚ ਜੋਬ ਨਹੀਂ ਦੇਣੀ ਕਿਸੇ ਨੇ। ਜਦੋਂ ਅਸੀਂ ਆ ਕੇ ਅਖਬਾਰ ਸ਼ੁਰੂ ਕੀਤਾ ਅਤੇ ਇੱਕ ਵਾਰ ਮੈਨੂੰ ਬੰਦੇ ਨੇ ਫੋਨ ਕੀਤਾ ਵੀ ਦੱਸੋ ਜੀ ਐਡਰੈਸ ਸੀ, ਤਾਂ ਮੈਂ ਤਾਂ ਬੇਸਮੈਂਟ 'ਚੋਂ ਪੇਪਰ ਤਿਆਰ ਕਰਦੇ ਸੀ। ਅਤੇ ਉਹ ਆ ਕੇ ਕਹਿੰਦਾ ਨਹੀਂ ਮੈਂ ਤੈਨੂੰ ਇਹ ਮਿਲਣਾ, ਜ਼ਰੂਰ ਮਿਲਣਾ। ਮੈਂ ਢਿੱਲੋਂ ਵੀਡੀਓ ਰੁਪਏ ਦੇ, ਕਹਿੰਦੀ ਮੈਂ ਚੈੱਕ ਲੈ ਕੇ ਆਇਆ, ਇਸ਼ਤਿਹਾਰ ਦੇਣਾ। ਮੈਂ ਕਿਹਾ ਤੂੰ ਉੱਥੇ ਹੀ ਦੇ ਦੇ। ਕਹਿੰਦਾ ਨਹੀਂ ਮੈਂ ਮਿਲਣਾ। ਜਦੋਂ ਮੈਂ ਦੱਸ ਹੀ ਦਿੱਤਾ ਅਤੇ ਮੈਂ ਦੱਸਿਆ ਵੀ ਸਾਈਡ ਡੋਰ ਤੋਂ ਦੀ ਬੇਸਮੈਂਟ 'ਚ ਆ ਜਾ। ਜਦੋਂ ਆਇਆ ਮੈਨੂੰ ਕਹਿੰਦੀ ਮੈਂ ਅਮਰ ਸਿੰਘ ਭੁੱਲਰ ਨੂੰ ਮਿਲਣਾ। ਮੈਂ ਕਿਹਾ ਜੀ ਮੈਂ ਹੀ ਹਾਂ। ਕਹਿੰਦਾ ਮੂੰਹ ਹੱਥਾਂ ਸਵਾਰੋ। ਅਤੇ ਮੈਂ ਬ੍ਰੇਕਫਾਸਟ ਖਾ ਕੇ ਕਹਿੰਦੀ ਮੈਂ ਸ਼ਾਇਦ ਕੁਝ ਲੱਗਿਆ ਪਿਆ, ਮੈਂ ਝਾੜਿਆ। ਕਹਿੰਦਾ ਐਂ ਨਹੀਂ ਜੀ, ਤੁਸੀਂ ਪੰਜਾਬੀ ਦਾ ਅਖਬਾਰ ਕੱਢਦੇ ਹੋ, ਕਟਿੰਗ ਕਰਾਈ ਫਿਰਦੇ ਹੋ। ਕਹਿੰਦਾ ਤੁਹਾਨੂੰ ਸ਼ੋਭਾ ਦਿੰਦੀ ਆ? ਕਹਿੰਦਾ ਮੈਂ $500 ਦਾ ਚੈੱਕ ਲੈ ਕੇ ਆਇਆ ਸੀ ਤੈਨੂੰ, ਮੈਂ ਹੁਣ ਦਿੰਦਾ ਨਹੀਂ। ਕਹਿੰਦਾ ਪੰਜਾਬੀ ਦਾ ਜੇ ਅਖਬਾਰ ਕੱਢਣਾ ਤਾਂ ਤੁਸੀਂ ਉਹੀ ਜਿਹੀ ਬਣੋ ਜਿਹੋ ਜਿਹੇ ਤਰੀਕੇ ਨਾਲ ਤੁਸੀਂ, ਤੁਹਾਨੂੰ ਲੋਕਾਂ ਨੇ ਦੇਖ ਕੇ ਉਸ ਤਰੀਕੇ ਨਾਲ ਬਣਨਾ। ਮੈਂ ਸਮਝਦਾ ਕਿ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਸਾਨੂੰ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਨੇ ਕਈ ਵਾਰੀ ਚੱਲਣੀਆਂ ਪਈਆਂ, ਕਈ ਕੁਝ ਅਸੀਂ ਸਿੱਖਿਆ ਵੀ ਆ। ਸਰਦਾਰ ਬਲਜਿੰਦਰ ਸਿੰਘ ਜੀ ਹਮਦਰਦ, ਮੈਂ ਸਮਝਦਾ ਕਿ ਮੇਰੇ ਉਹ ਗੁਰੂ ਨੇ ਪੱਤਰਕਾਰੀ ਦੇ ਵਿੱਚ, ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਉਹ ਪਹਿਲੇ ਜਦੋਂ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਬਣੇ ਸੀ, ਜੱਸੀ ਜੀ ਜਾਣਦੇ ਨੇ, ਜੱਸੀ ਸਾਡੇ ਨਾਲ 30 ਸਾਲ ਤੋਂ ਜੁੜੇ ਰਹੇ ਨੇ, ਅਤੇ ਉਹਨਾਂ ਨੇ ਪਹਿਲੀ ਵਾਰ ਪੱਤਰਕਾਰਾਂ ਨੂੰ ਪੈਸੇ ਦੇਣੇ ਸ਼ੁਰੂ ਕੀਤੇ ਸੀ। ਕਿਸੇ ਵੀ ਪੰਜਾਬੀ ਦੇ ਪੱਤਰਕਾਰ ਨੂੰ ਕੋਈ ਵੀ ਪੈਸਾ ਨਹੀਂ ਸੀ ਦਿੰਦਾ, ਕਿਉਂਕਿ ਅਸੀਂ ਸਾਰੇ ਆਪਣੇ ਕੋਲੋਂ ਜਿੰਨਾ ਕੁ ਕੰਮ ਕਰਨਾ ਆਪਣੇ ਕੋਲੋਂ ਹੀ ਕਰਦੇ ਸੀ। ਆਪਣੇ ਕੋਲ ਹੀ ਟਿਕਟਾਂ ਲਾ ਕੇ ਭੇਜਣੀਆਂ, ਜੋ ਵੀ ਹੋਣਾ, ਅਤੇ ਉੱਥੇ ਵੱਧ ਤੋਂ ਵੱਧ ਸਾਨੂੰ ਦੇਣਾ $50, $60, $70 ਦੇ ਦੇਣੇ। ਪੱਤਰਕਾਰੀ ਮੀਡੀਆ ਜਿਹੜਾ ਸੀ ਨਾ, ਉਹਦੀ ਵੈਲਿਊ ਹੌਲੀ ਹੌਲੀ ਵੱਧਦੀ ਗਈ। ਅਤੇ ਮੈਨੂੰ 1996 ਦੇ ਵਿੱਚ ਉਸ ਟਾਈਮ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਕੈਨੇਡਾ ਦੇ
ਪ੍ਰਧਾਨ ਮੰਤਰੀ, ਸਾਡੇ ਮਿਨਿਸਟਰ, 10 ਪ੍ਰੀਮੀਅਰ ਅਰੇ ਜਹਾਜ਼ ਦੇ ਵਿੱਚ ਅਸੀਂ ਇੰਡੀਆ ਦੇ ਹੋਰ ਦੇਸ਼ਾਂ ਦੇ ਵਿੱਚ ਟੂਰ 'ਤੇ ਗਏ, ਅਤੇ ਮੈਂ ਜਹਾਜ਼ 'ਚ ਬੈਠਾ ਸੋਚਦਾ ਸੀ ਕਿ ਮੈਨੂੰ ਪੱਤਰਕਾਰੀ ਨੇ ਇੱਥੇ ਪ੍ਰਧਾਨ ਮੰਤਰੀ ਦੇ ਜਹਾਜ਼ 'ਚ ਬਿਠਾਤਾ। ਅਤੇ ਪਿੰਡ ਦੇ ਵਿੱਚ ਸਾਨੂੰ ਸਰਪੰਚ ਵੀ ਜੇ ਉਹਦੀ ਕਾਰ ਨੂੰ ਹੱਥ ਦਿੰਦੇ ਸੀ, ਉਹ ਵੀ ਛੱਡ ਜਾਂਦਾ ਸੀ, ਸਵਾਰੀਆਂ ਬਹੁਤੀਆਂ ਹੋ ਗਈਆਂ, ਫੀਟ ਕਾਰ ਹੈ, ਹੇਠਾਂ ਲੱਗ ਜੂ, ਤੂੰ ਬੱਸ ਚੜ੍ਹ ਕੇ ਆ ਜਾ। ਇਹਨਾਂ ਦੇਸ਼ਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਜੱਸੀ ਜਾਣਦੇ ਨੇ, ਪੰਜਾਬ ਦੇ ਵਿੱਚ ਜਿਹੜੇ ਪੱਤਰਕਾਰ ਉੱਥੇ ਕੰਮ ਕਰਕੇ ਆਏ ਨੇ ਬਹੁਤ ਸਾਰੇ, ਉੱਥੇ ਜਿਹੜਾ ਸਿਸਟਮ ਉਹ ਵੱਖਰੀ ਤਰ੍ਹਾਂ ਦਾ ਹੈ। ਅਸੀਂ ਇੱਥੋਂ ਵੀ ਬੈਠੇ ਡਰਦੇ ਹਾਂ, ਜੇ ਇੱਥੇ ਵੀ ਹੁਣ ਵੀ ਕੋਈ ਖਬਰ ਲੱਗ ਜਾਵੇ ਤਾਂ ਸ਼ਾਮ ਨੂੰ ਉੱਥੇ ਥਾਣੇਦਾਰ ਆ ਜਾਂਦਾ ਵੀ ਭਾਈ ਆਓ ਜੀ ਇੱਧਰ ਆ ਜਾਓ। ਅਤੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਮੈਂ ਸਮਝਦਾ ਮਿਹਨਤ ਬੜੀ ਕਰਨੀ ਪੈਂਦੀ ਹੈ। ਕਈ ਦੇਖਾ ਦੇਖੀ ਸ਼ੁਰੂ ਕਰ ਲੈਂਦੇ ਨੇ, ਬਾਅਦ ਦੇ ਵਿੱਚ ਖਤਮ ਹੋ ਜਾਂਦੇ ਨੇ। ਸ਼ੁਰੂ ਦੇ ਵਿੱਚ ਜਦੋਂ ਅਸੀਂ ਦੇਖਿਆ ਟੋਰਾਂਟੋ ਦੇ ਵਿੱਚ ਕੈਨੇਡਾ ਜਦੋਂ 91 ਸ਼ੁਰੂ ਕੀਤਾ, ਸਿਰਫ 3 ਅਖਬਾਰ ਸੀ ਉੱਤਰੀ ਅਮਰੀਕਾ ਦੇ ਵਿੱਚ, ਇੱਕ ਇੰਡੋ ਕੈਨੇਡੀਅਨ ਟਾਈਮਜ਼ ਅਤੇ ਦੂਸਰਾ ਚੜ੍ਹਦੀ ਕਲਾ, ਤੀਸਰਾ ਅਸੀਂ ਸ਼ੁਰੂ ਕੀਤਾ ਸੀ। ਪਰ ਮੈਂ ਦੇਖਿਆ ਪਾਠਕ ਬੜੇ ਪੱਕੇ ਹੁੰਦੇ ਨੇ, ਜਿਹਨੇ ਮੇਰਾ ਪੇਪਰ ਪੜ੍ਹਨਾ ਉਹ ਇੰਡੋ ਕੈਨੇਡੀਅਨ ਨੂੰ ਹੱਥ ਨਹੀਂ ਸੀ ਲਾਉਂਦਾ, ਜਿਹਨੇ ਇੰਡੋ ਕੈਨੇਡੀਅਨ ਪੜ੍ਹਦਾ ਸੀ ਉਹ ਸਾਡਾ ਚਿਮਟੇ ਨਾਲ ਵੀ ਨਹੀਂ ਚੱਲਦਾ ਸੀ, ਕਿਉਂਕਿ ਹਰ ਇੱਕ ਦਾ ਮਨ ਦੇ ਵਿੱਚ ਵਸੇ ਹੁੰਦੇ ਸੀ ਪੇਪਰ। ਫਿਰ 50 ਹੋ ਗਈ, 50 ਤੋਂ ਬਾਅਦ ਕਰਨੈਲ ਸਿੰਘ ਰਾਮਗਵਾਲੀਆ ਇੱਕ ਕਵਿਤਾ ਸੁਣਾਉਂਦੇ ਹੁੰਦੇ ਸੀ ਸਕੂਲਾਂ ਵੇਲੇ ਉਸ ਟਾਈਮ ਦੀ, ਅਸੀਂ ਕਹਿੰਦੇ ਹੁੰਦੇ ਸੀ ਪਿੰਡ ਪਿੰਡ ਸਕੂਲ ਹੋਣਗੇ, ਲੋਕ ਕਹਿੰਦੇ ਹਾਂ ਝੂਠ ਬੋਲਦਾ ਹੈ। ਫਿਰ ਕਹਿੰਦੇ ਜਦੋਂ ਪਿੰਡ ਪਿੰਡ ਸਕੂਲ ਹੋ ਗਏ, ਅਸੀਂ ਕਿਹਾ ਜਦ ਪਿੰਡ ਪਿੰਡ ਸਕੂਲ ਹੋਣਗੇ ਫਿਰ ਅਨਪੜ੍ਹ ਨਾ ਕੋਈ ਹੋਣਗੇ। ਲੋਕਾਂ ਨੇ ਕਿਹਾ ਇਹ ਵੀ ਝੂਠ ਹੈ, ਇਹ ਕਿਵੇਂ ਹੋਈ, ਸਾਰੇ ਪੜ੍ਹ ਜਾਣਗੇ। ਕਹਿੰਦੇ ਜਦ ਅਨਪੜ੍ਹ ਨਾ ਕੋਈ ਹੋਣਗੇ ਫਿਰ ਪਹਿਲੇ ਵੀ ਢਾਉਣੇ ਹੋਣਗੇ, ਕਿਉਂਕਿ ਇਹ ਸਮਾਂ ਪੰਜਾਬ ਦੇ ਵਿੱਚ ਆ ਚੁੱਕਿਆ। ਜੇ ਅਸੀਂ ਦੇਖੀਏ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਉਹੀ ਹਾਲ ਮੀਡੀਆ 'ਤੇ ਹੋਇਆ। ਮੀਡੀਆ ਦੇ ਵਿੱਚ ਵੀ ਮੈਂ ਸਮਝਦਾ ਕਿ ਦੇਖਾ ਦੇਖੀ ਜਿੰਨੀ ਪੱਤਰਕਾਰੀ ਸ਼ੁਰੂ ਹੋਈ ਉਹ ਘਟ ਗਿਆ। ਉਸ ਤੋਂ ਬਾਅਦ ਘਟਦੇ ਬਹੁਤ ਹੁਣ ਫਿਰ ਮੇਰਾ ਖਿਆਲ ਹੈ ਗਿਣਤੀ ਮਿਣਤੀ ਦੇ ਪੇਪਰ ਰਹਿ ਗਏ ਨੇ। ਜਤਵੀਰ ਜੀ ਵੀ ਸਾਡੇ ਨਾਲ ਬੈਠੇ ਨੇ, ਇਹ ਵੀ ਪੇਪਰ ਕੱਢਦੇ ਨੇ। ਅਤੇ ਮੀਡੀਆ ਦਾ ਇੱਕ ਸਾਡੇ ਦੁਕਾਨ 'ਤੇ ਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤਿਆਂ ਦੀ। ਅਸੀਂ ਲੋਕਾਂ ਦੀਆਂ ਗੱਲਾਂ ਤਾਂ ਕਰ ਲੈਂਦੇ ਹਾਂ, ਜਦੋਂ ਸਾਡੀ ਕੋਈ ਗੱਲ ਕਰਦਾ ਨਾ ਉਹ ਸਾਤੋਂ ਬਰਦਾਸ਼ਤ ਨਹੀਂ ਹੁੰਦੀ। ਅਸੀਂ ਕਹਿੰਦੇ ਦੂਜੇ ਦਿਨ ਅਸੀਂ ਹੱਥ 'ਤੇ ਧਰ ਲਈਏ ਅਤੇ ਅਗਲੇ ਦੀਆਂ ਆਪਣੀਆਂ ਅੱਖਾਂ 'ਤੇ ਧਰ ਲਈਏ। ਇਹ ਬਹੁਤ ਵਾਰੀ ਹੁੰਦਾ। ਮੈਂ ਕਈ ਦੋਸਤਾਂ ਨੂੰ ਵੀ ਕਹਿੰਦਾ ਹੁੰਦਾ ਵੀ ਨਹੀਂ, ਜਦੋਂ ਤੁਸੀਂ ਸਾਨੂੰ ਪੱਤਰਕਾਰੀ 'ਚ ਪਹਿਲਾਂ ਇਹੀ ਸਿਖਾਇਆ ਜਾਂਦਾ ਵੀ ਤੁਸੀਂ ਨਿਊਟਰਲ ਹੋ ਕੇ ਚੱਲੋ, ਦੋਨੇ ਪੱਖਾਂ ਦੀ ਗੱਲ ਕਰਕੇ ਚੱਲੋ। ਪਰ ਹੁਣ ਅਸੀਂ ਅੱਜ ਆਪਣੇ ਦਾਅਵੇਦਾਰੀਆਂ, ਆਪਣੇ ਦੋਸਤਾਂ ਨੂੰ, ਆਪਣੇ ਬਿਜ਼ਨਸਮੈਨਾਂ ਨੂੰ, ਅਸੀਂ ਹੋਇਆ, ਸਾਡੇ ਨਾਲ ਵੀ ਬਹੁਤ ਵਾਰੀ ਹੋਇਆ, ਜੇ ਇੱਕ ਨੂੰ ਨਾਰਾਜ਼ ਕਰ ਲਿਆ 10 ਐਡਾਂ ਕੱਟ ਜਾਂਦੀਆਂ ਨੇ। ਜਦਵੀਰ ਜੀ ਜਾਣਦੇ ਨੇ, ਅੱਜ ਵੀ ਸਾਨੂੰ ਇਹੀ ਹਾਲ ਹੁੰਦਾ ਕਿ ਇਹਦੇ ਖਿਲਾਫ ਲਾ ਕੇ ਦੇਖ ਲਓ ਖਬਰ। ਕਈ ਵਾਰੀ ਅਸੀਂ ਸੱਚ ਨਹੀਂ ਬੋਲਦੇ, ਜਿਹੜਾ ਕੋਈ ਕਹਿੰਦਾ ਨਾ ਸੱਚ ਬੋਲਦਿਆਂ ਨਹੀਂ ਬੋਲਦੇ। ਪਿਛਲੀ ਵਾਰੀ ਜਦੋਂ ਮੋਦੀ ਸਾਹਿਬ ਆਏ, ਮੀਡੀਆ ਵਾਲੇ ਜਿੰਨਾ ਝੂਠ ਬੋਲਦੇ ਨੇ ਕੋਈ ਹੋਰ ਬੋਲਦੇ ਨਹੀਂ। ਮੋਦੀ ਸਾਹਿਬ ਆਏ, ਮੈਨੂੰ ਇੱਕ ਉੱਥੇ ਆਟੋਆ ਸੀ ਗਏ, ਪੱਤਰਕਾਰ ਮਿਲਿਆ, ਉਹ ਕਹਿੰਦੀ ਮੋਦੀ ਸਾਹਿਬ ਜਦੋਂ ਮੈਨੂੰ ਮਿਲੇ ਬੜੇ ਖੁਸ਼ ਹੋਏ। ਜਦ ਤਾਂ ਸਾਡੇ TV ਵੀ ਨਹੀਂ ਇੰਨੇ ਚੱਲਦੇ ਸੀ। ਉਹ ਕਹੇ ਯਾਰ ਤੂੰ ਸਟੋਰੀ ਕਿੱਥੋਂ ਕੱਢ ਲੈਂਦੀ ਆ, ਕਮਾਲ ਦੀ ਆ। ਮੈਨੂੰ ਕਹਿੰਦੇ ਮੈਨੂੰ ਮੋਦੀ ਸਾਹਿਬ ਪੁੱਛਦੇ ਨੇ। ਮੈਂ ਕਿਹਾ ਮੈਨੂੰ ਵੀ ਕੱਲ੍ਹ ਓਬਾਮਾ ਦਾ ਫੋਨ ਆਇਆ ਸੀ, ਉਹ ਕਹਿੰਦਾ ਤੇਰੇ ਹਮਦਰਦ 'ਚੋਂ ਪੜ੍ਹ ਕੇ ਮੈਨੂੰ ਖਬਰ ਦਾ ਪਤਾ ਲੱਗਿਆ। ਉਹ ਕਹਿੰਦਾ ਓਬਾਮਾ ਪੰਜਾਬੀ ਜਾਣਦਾ। ਮੈਂ ਕਿਹਾ ਮੋਦੀ ਹੁਣ ਤੇਰੇ ਵਾਲੀ ਖਬਰ ਥੋੜ੍ਹੀ ਦੇਖਦਾ। ਆਪਾਂ ਦੋਨੇ ਝੂਠ ਬੋਲਦੇ ਹਾਂ, ਕਿਉਂ ਭਰਾਵਾ ਇੱਕ ਦੂਜੇ 'ਤੇ ਚੱਕ ਕੇ ਆਪਾਂ ਇਸ ਗੱਲ ਨੂੰ ਗੱਲ ਕਰ ਰਹੇ ਹਾਂ। ਅਤੇ ਕਿਉਂਕਿ ਹੁਣ ਵੀ ਤੁਸੀਂ ਦੇਖੋ ਅੱਜ ਕੱਲ੍ਹ ਖਬਰਾਂ ਕਿੰਨੀਆਂ ਸੋਸ਼ਲ ਮੀਡੀਆ ਨੇ, ਜੇ ਸਾਡੇ ਹਰ ਇੱਕ ਦੇ ਕੋਲੇ ਮੀਡੀਆ। ਸਾਡੇ ਵੇਲੇ ਜਦੋਂ ਕੋਈ ਹੁੰਦਾ ਸੀ ਸਾਨੂੰ 5-5, 7-7 ਸਾਲ ਲੱਗ ਜਾਂਦੇ ਸੀ ਕਿ ਸਾਨੂੰ ਕੋਈ ਅਖਬਾਰ ਵਾਲਾ ਉੱਥੋਂ ਪ੍ਰਤੀਨਿਧ ਬਣਾ ਦੇਵੇ। ਪੰਜਾਬੀ ਟ੍ਰਿਬਿਊਨ ਦਾ ਮੈਨੂੰ ਘੱਟੋ ਘੱਟ 7 ਸਾਲ ਲੱਗੇ ਜੀ। ਜਿੱਦੇ ਹਰਸੰਤ ਸਿੰਘ ਲੌਂਗੋਵਾਲ ਦਾ ਕਤਲ ਹੋਇਆ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਦਿੱਤਾ ਵੀ ਹਾਂ ਸ਼ੇਰਪੁਰ ਅਸੀਂ ਕੋਈ ਜਾਣਦੇ ਹਾਂ, ਕੋਈ ਹੈਗੀ ਜਗ੍ਹਾ। ਪਰ ਮੈਂ ਸਮਝਦਾ ਕਿ ਹੁਣ ਸੋਸ਼ਲ ਮੀਡੀਆ ਦੇ ਵਿੱਚ ਦੇਖੋ ਤੁਸੀਂ, ਹੁਣ ਵੀ ਅਸੀਂ ਦੇਖਦੇ ਸਲਮਾਨ ਖਾਨ ਮਰ ਗਿਆ ਜੀ, ਫਲਾਣਾ, ਪਤਾ ਨਹੀਂ ਉਹਨਾਂ ਦੇ ਜੋ ਵੀ ਉਹਨਾਂ ਦੇ ਹੱਥ ਵਿੱਚ ਆਉਂਦਾ। ਅਤੇ ਕਈ ਵਾਰੀ ਉਹ ਉਸੇ ਤਰੀਕੇ ਨਾਲ ਕਰਦੇ ਨੇ। 85 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਜਦੋਂ ਇਲੈਕਸ਼ਨ ਹੋਈ, ਬਰਨਾਲਾ ਸਾਹਿਬ ਦੇ ਮੁਕਾਬਲੇ ਇੱਕ ਬੰਦਾ ਖੜਿਆ ਸੀ। ਮੇਰੇ ਯਾਦ ਆ ਇੱਕ ਗਲਤੀ ਹੋਈ ਸੀ, ਅੱਜ ਸਾਰੇ ਪੰਜਾਬ ਦੇ ਵਿੱਚ ਉਹਦਾ ਪੂਰਾ ਰੌਲਾ ਪਿਆ ਸੀ
ਜਿਹੜਾ ਬਰਨਾਲਾ ਸਾਹਿਬ ਦੇ ਮੁਕਾਬਲੇ ਬੰਦਾ ਖੜਾ ਸੀ ਤੇ ਉਹਦੇ ਅਟੈਕ ਹੋ ਗਿਆ ਸੀ ਧਨੌਲੇ ਦੇ ਕੋਲੇ, ਅੱਤਵਾਦੀਆਂ ਨੇ ਅਟੈਕ ਕੀਤਾ ਤੇ ਉਹ ਫੋਨ ਤੇ ਅਸੀਂ ਲੋਕ ਸੰਪਰਕ ਦਫ਼ਤਰ ਦੇ ਵਿੱਚ DPRO ਦੇ ਦਫ਼ਤਰ ਆ ਕੇ ਫੋਨ ਕਰਦੇ ਹੁੰਦੇ ਖਬਰ ਭੇਜਣ ਵਾਸਤੇ, ਉੱਥੇ ਫ੍ਰੀ ਹੁੰਦਾ ਸੀ ਸਾਨੂੰ। ਉਹ ਜਿਹੜਾ ਬੰਦਾ ਆਇਆ ਸੀ ਉੱਥੋਂ ਖਬਰ ਲਗਾ ਦੇਣ ਵੀ ਉਹ 'ਤੇ ਹਮਲਾ ਹੋ ਗਿਆ, ਸ਼ਖਸ ਜ਼ਖਮੀ ਹੋ ਗਿਆ, ਉਹ ਦੂਏ ਨੇ ਹੱਥ ਮਾਰਦਾ ਵੀ ਉਹ ਤਾਂ ਗਿਆ, ਵੀ ਮਰ ਗਿਆ। ਉਹਨੇ ਬੋਲਦੇ ਬੋਲਦੇ ਨਾਲ ਹੀ ਕਹਿੰਦਾ ਵੀ ਉਹ ਮਰ ਗਿਆ। ਸਾਨੂੰ ਟ੍ਰਿਕ ਆਉਂਦਾ ਸੀ ਵੀ ਕਿਹੜਾ ਥਾਣਾ ਪੈਂਦਾ ਜੀ, ਧਨੌਲਾ, ਧਨੌਲੇ ਥਾਣੇ 'ਚ ਪਰਚਾ ਦਰਜ ਹੋ ਗਿਆ, ਬਰਨਾਲਾ ਹਸਪਤਾਲ ਪੈਂਦਾ ਜੀ, ਲਾਸ਼ ਪੋਸਟਮਾਰਟਮ ਲਈ ਉੱਥੇ ਭੇਜਦੀ। ਸਵੇਰ ਨੂੰ ਖਬਰ ਛਪ ਗਈ ਤੇ ਉੱਥੇ ਜਦੋਂ ਬੱਸ ਸਟੈਂਡ 'ਤੇ ਆਏ ਉਹ ਮਕਾਨਾ ਉੱਤਰ ਉਹਨਾਂ ਦੇ ਘਰ ਨੂੰ ਜਾਣ ਤੇ ਉੱਥੇ ਰੌਲਾ ਪੈ ਗਿਆ ਪਿੰਡ ਦੇ ਵਿੱਚ। ਉਹਨਾਂ ਨੇ 2-3 ਮੁੰਡੇ ਲਿਆ ਕੇ ਬੱਸ ਸਟੈਂਡ 'ਤੇ ਕਢਾਏ, ਭਾਈ ਵੀ ਜਿਹੜਾ ਉਤਰੇ ਉਹਨੂੰ ਕਹਿ ਦਿਓ ਅੱਗੇ ਹੀ ਚਲੇ ਜਾਓ, ਇੱਥੇ ਨਾ ਉਤਰ ਕੇ ਆਇਓ, ਉਹ ਤਾਂ ਜਿਉਂਦਾ ਬੰਦਾ ਠੀਕ ਹੈ, ਮਰਿਆ ਨਹੀਂ। ਸੋ ਮੈਂ ਅੱਜ ਪੱਤਰਕਾਰੀ ਬਾਰੇ ਇੱਥੇ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਮੁਸੀਬਤਾਂ ਜਿੰਨੀਆਂ ਵੀ ਹੋਈਆਂ ਸਾਨੂੰ, ਕਿਉਂਕਿ ਲੋਕਾਂ ਦਾ ਕੋਈ ਵੀ ਆ, ਜਿੰਨੇ ਵੀ ਹੁੰਦੇ ਨੇ ਦਰਸ਼ਕ, ਮੈਂ ਸਮਝਦਾ ਸਮੇਂ ਦੇ ਨਾਲ ਨਾਲ ਹਰ ਇੱਕ ਕੋਈ ਚੱਲਦੇ ਨੇ। ਜਦੋਂ ਅਸੀਂ ਇਕੱਲੇ ਸੀ ਅਸੀਂ ਸਮਝਦੇ ਸੀ ਸਾਨੂੰ ਲੋਕ ਸੁਣਦੇ ਸੀ, ਰੇਡੀਓ ਬਹੁਤ ਘੱਟ ਹੁੰਦੇ ਸੀ। ਰੇਡੀਓ ਤੋਂ ਬਾਅਦ ਵੀ ਜਿਹੜਾ ਹੈਗਾ ਮੀਡੀਆ ਵਾਲੇ ਜੇ ਕੋਈ ਕਹੇ ਨਾ ਪੈਸੇ ਨਹੀਂ ਬਣਾਉਂਦੇ ਜਿੰਨੇ ਪੰਜਾਬ 'ਚ ਬਣਾਉਂਦੇ ਨੇ ਲੋਕ, ਕਿਉਂਕਿ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਦੇ ਰਹੇ, ਮੈਂ ਵੀ ਪੱਤਰਕਾਰੀ ਕੀਤੀ ਆ, ਮੇਰੀ ਛੋਟੀ ਛੋਟੀ ਕੰਧ ਹੁੰਦੀ ਸੀ, ਮੈਨੂੰ ਐਂ ਪਤਾ ਹੁੰਦਾ ਸੀ ਫੂਡ ਸਪਲਾਈ ਵਾਲੇ 2-3 ਬੋਰੀਆਂ ਕਣਕ ਦੀਆਂ ਸਿੱਟ ਗਏ। ਕਦੇ ਪੁਲਿਸ ਵਾਲਿਆਂ ਨੇ ਕਹਿਣਾ ਵੀ ਜਾਓ ਜੀ ਜੇ ਖਬਰ ਲੈਣੀ ਆ ਤਾਂ ਸਾਨੂੰ ਗੱਡੀ ਦੇ ਕੇ ਭੇਜ ਦੇਣ। ਸਾਨੂੰ ਉਦੋਂ ਪਤਾ ਲੱਗਦਾ ਜਦੋਂ ਟੈਕਸੀ ਵਾਲਾ ਵਿਚਾਰਾ ਰਾਹ ਸਾਡੇ ਕੋਲ ਰੋਂਦਾ ਸੀ, ਪੁਲਿਸ ਵਾਲਿਆਂ ਨੂੰ ਗਾਲਾਂ ਕੱਢਦੇ, ਮੈਨੂੰ ਵਿਗਾੜ ਕੇ ਭੇਜਿਆ ਤੁਹਾਨੂੰ, ਤੇਲ ਵੀ ਮੈਂ ਆਪਦੇ ਕੋਲੋਂ ਪਾਉਣਾ। ਕਿਉਂਕਿ ਇੱਥੇ ਇਹ ਚੀਜ਼ਾਂ ਨਹੀਂ ਹੈਗੀਆਂ, ਇੱਥੇ ਸਾਡੇ ਲੋਕਾਂ ਦਾ ਸਾਥ ਵੀ ਬਹੁਤ ਆ, ਜਿਹੜੇ ਪੱਤਰਕਾਰੀ ਨੂੰ ਪਿਆਰ ਕਰਦੇ ਨੇ, ਸਮਝਦੇ ਨੇ ਕਿ ਉਹ ਠੀਕ ਹੈ। ਪਰ ਹੁਣ ਲੋਕੇ ਭੰਬਲ ਭੂਸੇ 'ਚ ਪੈ ਗਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਕਿਹੜਾ TV ਠੀਕ ਹੈ, ਕਿਹੜੀ ਖਬਰ ਸੱਚੀ ਹੈ, ਕਿਹੜੀ ਝੂਠੀ ਆ। ਜੇ ਮੈਂ ਇੱਕ ਗੱਲ ਕਰੂੰਗਾ, ਮੈਂ ਕਹੂੰ ਉੱਥੇ 5 ਬੰਦੇ ਮਰ ਗਏ, ਦੂਆ ਕਹੂ ਇਹਨੇ 5 ਗਿਆ, ਮੈਂ 7 ਮਾਰ ਦਿੰਦਾ। ਤੇ ਕਿਉਂਕਿ ਇੱਕ ਦੂਜੇ ਤੋਂ ਵੱਧ ਕੇ ਆਪਦੇ ਆਪ ਨੂੰ ਉਦੋਂ ਵੱਡਾ ਪੱਤਰਕਾਰ ਦਿਖਾਉਣ ਦੇ ਲਈ ਕੋਸ਼ਿਸ਼ ਕਰਦੇ ਨੇ। ਪਰ ਇੱਕ ਜਿਹਾ ਕੰਪੀਟੀਸ਼ਨ ਮੈਂ ਸਮਝਦਾ ਕਿ ਜਿਹੜਾ ਬਹੁਤਾ ਚੰਗਾ ਨਹੀਂ ਮੀਡੀਆ ਲਈ। ਸਿਆਣੇ ਕਹਿੰਦੇ ਅੱਗੇ ਕਿ ਮੀਡੀਆ ਲਈ ਕੀ ਹੋਣਾ ਚਾਹੀਦਾ। ਹੁਣ ਉਹ ਕਹਿੰਦੀ, ਮੈਂ ਇੱਕ ਨੂੰ ਪੁੱਛਿਆ, ਇੱਕ ਵਾਰ ਮੈਂ ਉੱਥੇ ਚੰਡੀਗੜ੍ਹ ਗਿਆ, ਮੈਂ ਕਿਹਾ ਰੀਅਲ ਸਟੇਟ ਵਾਸਤੇ ਕੀ, ਕਹਿੰਦੀ ਤੁਹਾਡੀ ਜੀਬ ਚੱਲਣੀ ਚਾਹੀਦੀ ਆ ਅਤੇ ਇੱਕ ਫੋਨ ਆਉਣਾ ਚਾਹੀਦਾ, ਬਸ ਹੋਰ ਲਾਇਸੈਂਸ ਦੀ ਕੋਈ ਲੋੜ ਨਹੀਂ, ਰੀਅਲ ਸਟੇਟ ਦਾ ਏਜੰਟ ਤੁਸੀਂ ਬਣ ਸਕਦੇ ਹੋ ਇੱਥੇ। ਅਤੇ ਫਿਰ ਮੈਨੂੰ ਆਖਿਆ ਉਹ ਕਹਿੰਦੇ ਪੱਤਰਕਾਰੀ ਲਈ ਵੀ ਇਹੀ ਹੈ ਜੀ, ਇਹੀ ਫੋਨ ਤੁਹਾਡੇ ਕੋਲ ਹੋਵੇ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ, ਜਿਹਦੇ 'ਤੇ ਮਰਜ਼ੀ ਬਣਾ ਕੇ ਮੂਵੀ ਜਿਹਨੂੰ ਮਰਜ਼ੀ ਦੇ ਦਿਓ, ਤੁਸੀਂ ਪੱਤਰਕਾਰ ਬਣ ਗਏ। ਹੁਣ ਤੁਸੀਂ ਦੇਖੋ ਕਿੰਨੀਆਂ ਗੱਲਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਜਾਂ ਕੋਈ ਬੰਦੇ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਮੇਰੀ ਮੂਵੀ ਬਣ ਗਈ ਆ। ਮੈਂ ਅੱਜ ਵੀ ਘੱਟ ਮਹਿਸੂਸ ਕਰ ਰਿਹਾ ਕਿ ਸਾਡਾ ਜਿੰਨਾ ਮੀਡੀਆ ਇੱਥੇ ਆ ਅਤੇ ਅਸੀਂ ਉਹਦੇ 'ਚੋਂ 2% ਵੀ ਨਹੀਂ ਇੱਥੇ। ਅਤੇ ਮੈਂ ਆਸ ਰੱਖੂੰਗਾ ਕਿ ਅਗਲੀ ਵਾਰੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਜੋੜੀਏ, ਵੱਧ ਤੋਂ ਵੱਧ ਅਸੀਂ ਆਪਣੇ ਨਾਲ ਲਿਆ ਕੇ ਇੱਥੇ ਅਸੀਂ ਇਹ ਕਾਨਫਰੰਸ ਨੂੰ ਦੁਨੀਆ ਤੱਕ ਪਹੁੰਚਾਈਏ, ਇਹਦੀ ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਪਹੁੰਚ ਕਰੀਏ। ਜਿਹੜੇ ਆਏ ਨੇ ਉਹਨਾਂ ਬਾਰੇ ਵੀ ਅਸੀਂ ਦੱਸੀਏ ਤਾਂ ਕਿ ਇੱਥੇ ਬੈਠੇ ਲੋਕਾਂ ਨੂੰ, ਉੱਥੇ ਬੈਠੇ ਲੋਕਾਂ ਨੂੰ ਪਤਾ ਲੱਗੇ ਕਿ ਕਾਨਫਰੰਸ ਦੇ ਵਿੱਚ ਕੀ ਕੁਝ ਹੋਇਆ। ਜਿਵੇਂ ਹੁਣ ਅੱਜ ਵੈਬਸਾਈਟ 'ਤੇ ਵੀ ਦਿਖਾ ਰਹੇ ਨੇ, ਲਗਾਤਾਰ ਚੱਲ ਰਹੀ ਆ। ਚੰਡੀਗੜ੍ਹ ਤੋਂ ਸਾਡੇ ਆਏ ਨੇ TV ਚੈਨਲ ਗੋਰਾ ਜੀ ਦਾ, ਸਾਰੇ ਦਿਖਾ ਰਹੇ ਨੇ। ਪਰ ਫਿਰ ਵੀ ਵੈਸੇ ਚਾਹੁੰਦੇ ਹਾਂ ਕਿ ਹੋਰ ਵੀ ਲੋੜ ਆ ਸਾਨੂੰ, ਸਮੇਂ ਦੇ ਨਾਲ ਸਾਨੂੰ ਇੱਕ ਵਧੀਆ ਮੀਡੀਆ ਦੀ ਲੋੜ ਹੈ। ਮੀਡੀਆ ਵਾਲਿਆਂ ਨੂੰ ਵੀ ਇੱਕ ਵਧੀਆ ਇਨਸਾਨ, ਵਧੀਆ ਮੀਡੀਆਕਾਰ ਬਣਨ ਦੀ ਲੋੜ ਹੈ। ਦੋਨਾਂ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ। ਜੇ ਮੀਡੀਆ ਵਾਲੇ ਚੰਗੇ ਹੋ ਜਾਣ, ਮੈਂ ਸਮਝਦਾ ਕਿ ਸਾਡੇ ਦਰਸ਼ਕ ਪਾਠਕ ਉਹ ਵੀ ਚੰਗੇ ਹੋ ਜਾਣਗੇ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ। ਜਿਹੜੀ ਤੁਸੀਂ ਮੀਡੀਆ ਦੀ ਸੂਰਤ ਬਿਆਨ ਕੀਤੀ, ਮੈਨੂੰ ਉਰਦੂ ਦਾ ਇੱਕ ਸ਼ੇਰ ਯਾਦ ਆ ਰਿਹਾ ਹੈ, उसे देखने के ख्याल से मुझे देखते हैं कि हम सब अपनी अपनी सूरत हाल में उसे देखते हैं। तो वाकई मीडिया जिस तरह असी सोचने उस तरह ही असी इनबॉक्स कर रहे होंगे। बहरहाल इत्थे साडे नाल स्टेज के उत्ते जिहड़े भी अज स्पीकर जुड़े, बड़ी ही महान हस्तियां ने। मैं बहुत शुक्रगुजार हाँ संतोख सिंह जी का, हरविंदर सिंह जी का, हलीमा सादिया, डॉक्टर अमर सिंह भुल्लर, युद्धवीर जसवाल जी,
ਤੇ ਕਿਰਪਾਲ ਸਿੰਘ ਮੰਨੂ ਜੀ ਦਾ। ਅਗਲਾ ਸੈਸ਼ਨ ਸਾਡਾ ਕਵੀ ਦਰਬਾਰ ਦਾ ਹੋਵੇਗਾ ਵਕਫੇ ਤੋਂ ਬਾਅਦ, ਲੇਕਿਨ ਅਸੀਂ ਥਿਆਰਾ ਸਾਹਿਬ ਦੀ ਵੀ ਗੱਲ ਸੁਣਾਂਗੇ। ਇੱਕ ਮੈਂ ਅਨਾਉਂਸਮੈਂਟ ਕਰਦਾ ਵਾਂ, ਅਸੀਂ ਐਸੇ ਹੀ ਹਾਲ ਵਿੱਚ ਬਹੁਤ ਸਾਰੇ ਲੋਕ ਮਿਲ ਕੇ 26 ਤੇ 27 ਅਗਸਤ ਨੂੰ ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਬੜੀ ਮੁਸ਼ਕਲ, ਮੈਂ ਨਾਂ ਲਵਾਂਗਾ ਅਨੁਪਮ ਖੇਰ ਔਰ ਨਸੀਰੁਦੀਨ ਸ਼ਾਹ, ਕਿਉਂਕਿ ਦੋਵਾਂ ਦੀ ਇੱਕ ਦੂਜੇ ਨਾਲ ਟਾਈਮ ਪਟਾਸ ਵੀ ਰਹਿੰਦੀ ਹੈ, ਲੇਕਿਨ ਦੋਵੇਂ ਮੇਰੇ ਬੜੇ ਪਿਆਰੇ ਦੋਸਤ ਨੇ। ਦੋਵੇਂ ਆਵਣਗੇ, ਡਿਸਕਸ਼ਨ ਕਰਨਗੇ, ਵਾਈਬਰੈਂਟ ਡਿਸਕਸ਼ਨ ਹੋਵੇਗੀ। ਸਾਡੀ ਕੋਸ਼ਿਸ਼ ਹੈ ਕਿ ਸਾਡੀ ਧੀ ਰੂਪੀ ਕੌਰ ਵੀ ਆਵਣ, ਤੇ ਬੜੇ ਬੜੇ ਨਾਮੀ ਗ੍ਰਾਮੀ ਸਾਊਥ ਏਸ਼ੀਅਨ ਕੈਨੇਡੀਅਨ ਆਥਰਸ ਮਾਈਕਲ ਓਂਦਾਚੇ, ਰੋਹਿਤਨ ਮਿਸਤਰੀ ਔਰ ਇਸ ਤਰ੍ਹਾਂ ਦੇ ਵੀ ਆਵਣ। ਤੇ 26 ਔਰ 27 ਅਗਸਤ ਤੁਸੀਂ ਸਾਰੇ ਗੈਸਟ ਜੇ, ਫ੍ਰੀ ਐਂਟਰੈਂਸ ਹੈ, ਕਿਤਾਬਾਂ ਦੇ ਸਟਾਲ ਵੀ ਲੱਗੇ ਹੋਣਗੇ, ਤੁਸੀਂ ਸਾਰੇ ਇੱਥੇ ਆਓ। ਸਾਡੀ ਕੋਸ਼ਿਸ਼ ਹੈ ਕਿ 500 ਬੰਦਿਆਂ ਦਾ ਹਾਲ ਭਰਿਆ ਹੋਵੇ ਤੇ ਅਸੀਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰੀਏ। ਮੈਂ ਈਮੇਲਾਂ ਤੇ ਫੇਸਬੁੱਕ ਤੇ ਵੀਕ ਜਾਂ 2 ਵੀਕ ਤੋਂ ਬਾਅਦ ਪੂਰੀ ਇਨਫੋਰਮੇਸ਼ਨ ਹੋਰ ਸ਼ੇਅਰ ਕਰਾਂਗਾ।